ਸਟਾਕਟਨ, ਮੋਡੈਸਟੋ ਤੇ ਮਰਸਡ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 16 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਸਹਿਯੋਗ ਦਾ ਧੰਨਵਾਦ ਕਰਦੇ ਜਾਂਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਲਾਈਫ, ਹੈਲਥ, ਕਵਰਡ ਕੈਲੀਫੋਰਨੀਆ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਇਹਨਾਂ ਟੈਕਸੀ ਇੰਸ਼ੋਰੈਂਸ, ਇਸ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨੰਬਰ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ, ਸੈਕਟਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ, ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਜਗਤਾਰ ਸਿੰਘ, ਗੁਲਜ਼ਾਰ ਸਿੰਘ, ਔਲਖ ਟਰਾਂਸਪੋਰਟੇਸ਼ਨ, ਫਰੈਜ਼ਨੋ, ਬਿੰਦਰ ਧਾਲੀਵਾਲ, ਬੇਕਰਸਫੀਲਡ, ਹਰਜੀਤ ਸਿੰਘ, ਲੈਥਰੋਪ, ਮੀਨਾ ਪਾਲ, ਪੈਂਸਲਵੇਨੀਆ, ਮੱਖਣ ਸਿੰਘ ਮਾਨ, ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕੁਲਦੀਪ ਸਿੰਘ, ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇੱਕ ਪੰਜਾਬੀ ਕਮਿਊਨਿਟੀ ਨਾਲ ਰਿਲੇਟਡ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਮੋਡੈਸਟੋ ਸੀਰੀਜ਼ ਏਰੀਆ ਦੇ ਵਿੱਚ ਇੱਕ ਕਹਿੰਦੇ ਵੀ ਪੰਜਾਬੀ ਆਪਣੇ ਹੀ ਬੰਦੇ ਨੇ, ਉਹ ਇੱਕ ਬੱਚੀ ਨੂੰ, ਆਪਣੀ ਹੀ 12 ਸਾਲ ਦੀ ਇੱਕ ਬੱਚੀ ਤੇ ਆਪਣੀ ਵਾਈਫ ਨੂੰ ਗੋਲੀਆਂ ਨਾਲ ਮਾਰ ਦਿੱਤਾ। ਬਾਅਦ ਦੇ ਵਿੱਚ ਉਸਨੇ ਆਪਣੇ ਆਪ ਜਿਹੜੀਆਂ ਗੋਲੀਆਂ ਮਾਰ ਰਹੀਆਂ ਹੈਗੀਆਂ। CBS 13 ਜਿਹੜਾ ਆ TV ਚੈਨਲ, ਉਹਨਾਂ ਦੇ ਮੁਤਾਬਕ ਇਹ ਮਰਡਰ ਸੁਸਾਈਡ ਹੈਗਾ ਆ। ਸੀਰੀਜ਼ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ, ਅਸੀਂ ਉਹਨਾਂ ਨੂੰ ਕੰਟੈਕਟ ਕੀਤਾ ਸੀ ਰਾਤੀ। ਸੋ ਉਹ ਕਹਿੰਦੇ ਸੀ ਵੀ ਸਟਿਲ ਇਨਵੈਸਟੀਗੇਸ਼ਨ ਦੇ ਵਿੱਚ ਆ, ਅਤੇ ਇਸ ਕਰਕੇ ਅਸੀਂ ਨਾਮ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਹੈਗੇ। ਅਤੇ ਦੱਸਦੇ ਜਾਈਏ ਸਰੋਤਿਆਂ ਨੂੰ, ਸੀਰੀਜ਼ ਜਿਹੜਾ ਟਾਊਨ ਆ ਮੋਡੈਸਟੋ ਦੇ ਨਾਲ ਆ, ਅਤੇ ਕਾਫੀ ਵੱਡੀ ਗਿਣਤੀ 'ਚ ਉੱਥੇ ਪੰਜਾਬੀ ਜਿਹੜੇ ਆ, ਖਾਸ ਕਰਕੇ ਟਰੱਕਰ ਬਿਜ਼ਨਸ ਨਾਲ ਰਿਲੇਟਡ ਰਹਿੰਦੇ ਹੈਗੇ ਆ। ਸੋ ਇਹ ਜਿੱਥੇ ਭਾਣਾ ਵਾਪਰਿਆ, ਜਿੱਥੇ ਪੰਜਾਬੀ ਪਰਿਵਾਰ ਰਹਿੰਦਾ ਸੀ, ਕਹਿੰਦੇ 2700 ਬਲਾਕ ਆਫ ਰੋਡਿੰਗ ਰੋਡ, ਜਿੱਥੇ ਇਹ ਅਪਾਰਟਮੈਂਟਸ ਆ, ਉੱਥੇ ਜਿਹੜਾ ਰਹਿੰਦੇ ਸੀ, ਜਿਹੜੇ ਉਹਨਾਂ ਦੇ ਗੁਆਂਢੀ ਹੈਗੇ ਆ, ਇੱਕ ਅਲੀਸੀਆ ਨੋਬਲ ਨੇ ਦੱਸਿਆ ਵੀ, ਕਹਿੰਦੀ ਵੀ ਉਹ ਬੰਦੇ ਬੜੇ ਨਾਈਸ ਸੀਗੇ, ਵੀ ਮੈਂ ਸੋਚ ਨਹੀਂ ਸਕਦੀ ਵੀ ਇਸ ਤਰ੍ਹਾਂ ਜਿਹੜਾ ਇਹ ਹੋ ਸਕਦਾ ਹੈਗਾ। ਅਤੇ ਕਹਿੰਦੀ ਇੱਕ ਵਾਰੀ ਮੇਰੇ ਘਰ ਦੀ ਚਾਬੀ ਕਾਰ 'ਚ ਰਹਿ ਗਈ ਸੀ, ਅਤੇ ਡੋਰ 'ਤੇ ਬਿਲਕੁਲ ਪਿੱਛੇ ਆਇਆ ਵੀ ਨਹੀਂ, ਤੁਹਾਡੀ ਚਾਬੀ ਰਹਿ ਗਈ ਆ, ਅਤੇ ਜਾ ਕੇ ਤੁਸੀਂ ਉਹਨੂੰ ਆਪਣੀ ਪੋਕਟ 'ਚ ਪਾ ਲਓ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਸੀਰੀਜ਼ ਪੁਲਿਸ ਡਿਪਾਰਟਮੈਂਟ ਆ, ਉਹਦੇ ਡਿਟੈਕਟਿਵ ਮੈਥਿਊ ਵਰਲਾਇਰ ਜਿਹੜੇ ਆ, ਉਹਨਾਂ ਨੇ ਆਪਣਾ ਫੋਨ ਨੰਬਰ ਦਿੱਤਾ 209 538 5616। ਜੇ ਕਿਸੇ ਨੂੰ ਵੀ ਕੋਈ ਇਹਦੇ ਬਾਰੇ ਜਾਣਕਾਰੀ ਹੋਵੇ, ਅਤੇ ਤੁਸੀਂ ਜਿਹੜਾ ਆ ਮੋਡੈਸਟੋ ਸੀਰੀਜ਼ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ, ਉਹਨੂੰ ਕਾਲ ਕਰਕੇ ਦੱਸ ਸਕਦੇ ਹੋ। ਬਿਲਕੁਲ, ਜੇ ਕਿਸੇ ਨੂੰ ਕੁਛ ਪਤਾ ਹੋਵੇ ਵੀ ਕੀ ਚੱਲ ਰਿਹਾ ਸੀ, ਕੋਈ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਸੀਗਾ, ਜਾਂ ਕਿਸੇ ਵੀ ਤਰੀਕੇ ਨਾਲ ਜਾਂਚ ਦੇ ਵਿੱਚ ਜਿਹੜੀ ਮਦਦ ਆ ਉਹ ਹੋ ਸਕਦੀ ਹੋਵੇ, ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਜਿਹੜਾ ਉਹ ਸੰਪਰਕ ਕਰ ਸਕਦੇ ਆ। ਇਹ ਬਹੁਤ ਹੀ ਮੰਦਭਾਗੀ ਹਰਜੋਤ ਸਿੰਘ ਜੀ, ਇਹ ਘਟਨਾ ਜਿਹੜੀ ਉਹ ਵਾਪਰੀ ਆ, ਜਿਸ ਨੇ ਦੇਖੋ ਪਹਿਲੋਂ ਬੱਚਿਆਂ ਦੀ ਵੀ ਜਾਨ ਲੈ ਲਈ, ਘਰ ਦੀ ਵੀ, ਬਾਅਦ 'ਚ ਆਪਣੇ ਆਪ ਨੂੰ ਵੀ ਕਹਿੰਦੇ ਮਾਰ ਲਿਆ। ਇਹ ਕਥਿਤ ਤੌਰ ਦੇ ਉੱਤੇ ਹਾਲ ਦੀ ਘੜੀ ਪੁਲਿਸ ਦੇ ਵੱਲੋਂ ਇਹ ਜਿਹੜੀ ਥਿਊਰੀ ਜਿਹੜੀ ਉਹ ਦੱਸੀ ਜਾ ਰਹੀ ਆ ਵੀ ਇਹ ਮਰਡਰ ਸੁਸਾਈਡ ਹੀ ਉਹਨਾਂ ਨੂੰ ਇਹ ਲੱਗ ਰਿਹਾ ਹੈਗਾ ਆ। ਅਤੇ ਤੜਕੇ ਕਹਿੰਦੇ ਆ ਸਵੇਰੇ 2 ਵਜੇ ਜਿਹੜਾ ਆ ਇਹ ਵਾਪਰੀ ਹੈਗੀ ਹੈ ਘਟਨਾ, ਜਿਹੜੀ ਇਹ ਵਾਪਰੀ ਸੀਗੀ। ਬਹੁਤ ਹੀ ਮਾੜੀ ਜਿਹੜੀ ਸਥਿਤੀ ਆ। ਹਰਜੋਤ ਸਿੰਘ ਜੀ, ਆਪਾਂ ਦੇਖ ਰਹੇ ਹਾਂ ਵੀ ਇਸ ਮੌਕੇ ਭਾਰਤ ਦੇ ਵਿੱਚ ਵੀ ਇੱਕ ਜਿਹੜਾ ਮਸ਼ਹੂਰ ਇੱਕ ਫਿਲਮੀ ਐਕਟਰ ਸੀ, ਉਸਦੇ ਸੁਸਾਈਡ ਨੂੰ ਲੈ ਕੇ ਹੁਣ ਨਵੀਂ ਜਾਂਚ ਜਿਹੜੀ ਸ਼ੁਰੂ ਹੋਈ ਆ। ਬਹੁਤ ਸਾਰੇ ਲੋਕ ਉਸ ਨੂੰ ਸੁਸਾਈਡ ਕਹਿ ਰਹੇ ਆ, ਪਰ ਹੁਣ ਉਹਨੂੰ ਡਿਫਰੈਂਟ ਐਂਗਲ ਤੋਂ ਵੀ ਉਸਦੀ ਜਾਂਚ ਕਰਨ ਦੇ ਆਦੇਸ਼ ਜਿਹੜੇ ਹੈਗੇ। ਪਰ ਓਵਰਆਲ ਜੇ ਦੇਖਿਆ ਜਾਵੇ, ਮੈਂਟਲ ਹੈਲਥ, ਮਾਨਸਿਕ ਜਿਹੜੀ ਰੋਗ ਨੇ, ਉਹ ਸਟਰੈਸ ਨੇ, ਲੋਕਾਂ ਦਾ ਜੀਵਨ ਜਿਹੜਾ ਪਰਿਵਾਰ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਥਲ ਜਿਹੜੀ ਆ ਉਹ ਕੀਤੀ ਹੋਈ ਆ। ਸੋ ਇਹ ਦੇਖੋ ਹੁਣ ਜਿਹੜਾ ਪਿਛਲੇ ਲੰਘ ਗਿਆ ਉਸ ਦੈਟਸ ਫਾਈਨ, ਡੁੱਲੇ ਬੇਰਾਂ ਦਾ ਨਹੀਂ ਵਿਗੜਿਆ। ਇਸ ਨੂੰ ਅਜੇ ਵੀ ਆਪਾਂ ਸਾਂਭ ਸਕਦੇ ਹਾਂ। ਪੰਜਾਬੀਆਂ ਦੇ ਵਿੱਚ ਤੁਸੀਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ, ਉਹਨਾਂ ਦੇ ਪਰਿਵਾਰਾਂ ਦੀਆਂ, ਸਾਰਿਆਂ ਦੀਆਂ ਗੱਲਾਂ ਤੁਸੀਂ ਜੇ ਸੁਣਦੇ ਆ ਤਾਂ ਉਹ ਤਗੜੇ ਸੀਗੇ। ਉਹ ਇਹ ਨਹੀਂ ਕਹਿੰਦੇ ਸੀ ਵੀ ਅਸੀਂ ਠੀਕ ਹਾਂ, ਅਸੀਂ ਉਹ ਚਾਹੇ ਜਿੱਦਾਂ ਦੇ ਵੀ ਹਾਲਾਤਾਂ 'ਚ ਉਹ ਸੀਗੇ। ਇੱਕ ਸੀਗਾ ਵੀ ਫੈਮਿਲੀ ਸਟਰਕਚਰ ਸਟਰੋਂਗ ਸੀਗਾ,
ਪਰਿਵਾਰਕ ਜਿਹੜਾ ਕਹਿ ਲਓ ਵੀ ਢਾਂਚਾ ਜਿਹੜਾ ਉਹ ਸਟਰੋਂਗ ਸੀਗਾ, ਵੱਡੇ ਪਰਿਵਾਰ ਸੀਗੇ, ਇੱਕ ਜਾਣੇ ਦੇ ਨਾਲ ਗੱਲ ਕਰਨ ਦੇ ਲਈ ਕਈ ਜੀ ਸੀਗੇ। ਹੁਣ ਆਪਾਂ ਅਲੱਗ-ਥਲੱਗ ਜੇ ਹੋ ਗਏ ਆ, ਇਕੱਲੇ ਜਿਹੜੇ ਉਹ ਰਹਿਣ ਲੱਗ ਗਏ ਆ। ਪਰਿਵਾਰ ਇੱਕ ਇਕੱਲਾ ਹੁੰਦਾ ਤੇ ਉਹਦੇ ਵਿੱਚ ਜਿੰਨੇ ਜੀਅ ਆ ਉਹ ਵੀ ਇੱਕ ਦੂਜੇ ਦੇ ਨਾਲੋਂ ਇਕੱਲੇ ਆ। ਸਾਰੇ ਜਾਣਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਆਪਣੇ ਵੱਖਰੇ ਪਰਿਵਾਰ ਇੱਕ ਹਿਸਾਬ ਦੇ ਨਾਲ ਬਣਾਏ ਹੁੰਦੇ ਆ ਵੀ ਅਸੀਂ ਉਹਨਾਂ ਨਾਲ ਹੀ ਗੱਲ ਕਰਨੀ, ਆਪਸ ਦੇ ਵਿੱਚ ਗੱਲ ਨਹੀਂ ਕਰਨੀ। ਵੈਸੇ ਹੀ ਸਟ੍ਰੈਸ ਬਹੁਤ ਆ, ਕਿਸੇ ਨੂੰ ਕੰਮ ਦਾ, ਕਿਸੇ ਨੂੰ ਘਰ ਲੈਣ ਦਾ, ਕਿਸੇ ਨੂੰ ਗੱਡੀ ਵੱਡੀ ਲੈਣ ਦਾ, ਕਿਸੇ ਨੇ ਹੋਰ ਵੱਡਾ ਘਰ ਲੈਣਾ, ਇੰਨੇ ਡਾਲਰ ਕਮਾਉਣੇ, ਇਹ ਕਰਨਾ ਉਹ ਕਰਨਾ। ਕਿਸੇ ਨੂੰ ਨਿਆਣਿਆਂ ਦੀ ਪੜ੍ਹਾਈ ਦੀ ਟੈਨਸ਼ਨ ਆ, ਕਿਸੇ ਨੂੰ ਕੁਛ ਟੈਨਸ਼ਨ ਆ, ਕਿਸੇ ਨੂੰ ਕੁਛ ਟੈਨਸ਼ਨ ਆ। ਸੋ ਇਹ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਆਪਣੇ ਜਿਹੜੇ ਦੇਖੋ ਪਰਿਵਾਰਾਂ ਦੇ ਵਿੱਚ ਵੀ ਇਹ ਆ ਰਹੀਆਂ ਨੇ। ਸੋ ਇਸ ਨੂੰ ਸਮੇਂ ਰਹਿੰਦੇ ਹੋਏ ਸਮਝਣ ਦੀ, ਸੁਲਝਾਉਣ ਦੀ ਜਿਹੜੀ ਬਹੁਤ ਵੱਡੀ ਜਿਹੜੀ ਇਸ ਟਾਈਮ ਜ਼ਰੂਰਤ ਆ। ਵੀ ਮਾਨਸਿਕ ਜਿਹੜਾ ਦਬਾਅ ਲੋਕਾਂ ਦੇ ਉੱਤੇ ਬਣਦਾ ਜਾ ਰਿਹਾ ਆ, ਨਸ ਫਟਣ ਵਾਲੀ ਗੱਲ ਜਿੱਦਾਂ ਆਪਾਂ ਸੁਣਦੇ ਹੁੰਦੇ ਸੀ ਨਾ ਵੀ ਉਹਦੀ ਜੀ ਨਸ ਫਟ ਗਈ ਸਟ੍ਰੈਸ ਦੇ ਨਾਲ। ਅੱਜ ਕੱਲ੍ਹ ਨਸ ਨਹੀਂ, ਇਹ ਦੇਖੋ ਕਿੰਨੇ ਜਾਣਿਆਂ ਨੂੰ ਨਾਲ ਜਿਹੜੇ ਉਹ ਲੈ ਪੈਂਦੇ ਆ। ਸੋ ਇਹ ਬਹੁਤ ਮਾੜੀ ਸਿਚੁਏਸ਼ਨ ਬਣਦੀ ਜਾ ਰਹੀ ਆ। ਆਈ ਥਿੰਕ ਆਪਣੀ ਐਜ਼ ਏ ਕਮਿਊਨਿਟੀ ਆਪਾਂ ਨੂੰ ਆਪਣੇ ਭਾਈਚਾਰਕ ਤੌਰ ਦੇ ਉੱਤੇ ਅਜਿਹੇ ਜਿਹੜੀ ਮਾਨਸਿਕ ਸਥਿਤੀਆਂ ਦੇ ਵਿੱਚੋਂ ਜਿਹੜੇ ਲੰਘ ਰਹੇ ਲੋਕ ਆ ਉਹਨਾਂ ਦੀ ਮਦਦ ਕਰਨ ਦੀ ਜ਼ਰੂਰਤ ਆ। ਆਈ ਥਿੰਕ ਇਸ ਦੇ ਵਿੱਚ ਹਰਜੋਤ ਸਿੰਘ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਆ ਵੀ ਆਪਣੇ ਲੋਕ ਦੂਜੇ ਦਾ ਮਜ਼ਾਕ ਬਹੁਤ ਜਲਦੀ ਉਡਾਉਣ ਲੱਗ ਜਾਂਦੇ ਆ। ਦੂਜੀ ਗੱਲ ਇਹ ਵੀ ਆਪਾਂ ਸ਼ੇਅਰ ਨਹੀਂ ਕਰਦੇ। ਸ਼ੇਅਰ ਕਿਸੇ ਨੇ ਕਿਉਂ ਕਰਨਾ? ਉਹਨਾਂ ਨੂੰ ਪਤਾ ਵੀ ਜੇ ਹਰਜੋਤ ਸਿੰਘ ਜੀ ਨੇ ਮੈਨੂੰ ਇੱਦਾਂ ਕਿਹਾ ਆ ਜਾਂ ਇੱਦਾਂ ਗੱਲ ਕੀਤੀ ਹੈ, 100 ਬੰਦਿਆਂ 'ਚ ਉਹਨਾਂ ਨੇ ਉਸ ਦੇ ਬਾਰੇ ਗੱਲ ਕਰਕੇ ਉਹਨੂੰ ਬਦਨਾਮ ਕਰ ਦੇਣਾ। ਉਹ ਬੰਦੇ ਜਿਸ ਨੇ ਤਣਾਅ ਤੋਂ ਨਿਕਲਣ ਦੀ ਗੱਲ ਕਰਦੀ ਉਹਦੇ ਤੇ ਤਣਾਅ ਹੋਰ ਬਣ ਜਾਣਾ ਆ। ਸੋ ਇਹ ਬਹੁਤ ਵੱਡੀ ਇੱਕ ਬੈਡ ਭਾਈਚਾਰੇ ਦੀ ਇਹ ਪ੍ਰੋਬਲਮ ਹੈਗੀ ਆ। ਇਹ ਆ ਵੀ ਜੇ ਕਿਸੇ ਨੂੰ ਪ੍ਰੋਬਲਮ ਆ, ਜ਼ਰੂਰ ਤੁਸੀਂ ਆਪਣੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਹੁੰਦੇ ਆ, ਕਿਸੇ ਨਾਲ ਗੱਲ ਸ਼ੇਅਰ ਕਰੋ। ਹੋਪਫੁਲੀ ਕੋਈ ਨਾ ਕੋਈ ਜਿਹੜਾ ਆ ਹੈਲਪ ਕਰ ਸਕਦਾ। ਪਿੱਛੇ ਸਰਵੇ ਵੀ ਆਇਆ, ਕਹਿੰਦੇ ਵੀ ਇੰਡੀਆ ਦੀ ਇੰਨੀ ਬੁਰੀ ਪੋਜੀਸ਼ਨ ਆ, 9 ਪਿੱਛੇ ਇੱਕ ਬੰਦਾ ਜਿਹੜਾ ਆ ਉਹਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਆ। ਸੋ ਇਹ ਜਿਹੜਾ ਨਾ ਬਹੁਤ ਜ਼ਰੂਰੀ ਕੰਮ ਹੈਗਾ ਆ, ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਹੈਗਾ। ਅਤੇ ਬਹੁਤ ਹੀ ਅਨਫੋਰਚੂਨੇਟ ਹੋਇਆ। ਸੋ ਅਸੀਂ ਜਿਹੜਾ ਆ ਬਿਲਕੁਲ ਜਿਹੜਾ ਨਾਮ ਨਹੀਂ ਦੱਸਣਾ ਚਾਹੁੰਦੇ ਕਿਉਂਕਿ ਪੁਲਿਸ ਵਾਲਿਆਂ ਨੇ ਦੱਸਿਆ ਸੀ, ਮੇਰੀ ਗੱਲ ਹੋਈ ਸੀ ਇਨਵੈਸਟੀਗੇਸ਼ਨ ਚੱਲਦੀ ਆ। ਪਰ ਸਾਡੇ ਸਹਾਇਕ ਦੋਸਤ ਹੈਗੇ ਆ ਹੁਸਨ ਲੜੋਆ ਬੰਗਾ ਜੀ, ਪੱਤਰਕਾਰ ਸੈਕਰਾਮੈਂਟੋ ਤੋਂ, ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਨੌਜਵਾਨ ਅੰਮ੍ਰਿਤਧਾਰੀ ਸਿੰਘ ਸੀ ਅਤੇ ਰੁੜਕਾ ਕਲਾਂ ਜਿਹੜਾ ਪਿੰਡ ਆ ਉੱਥੋਂ ਬਿਲੋਂਗ ਕਰਦਾ ਸੀ। ਜੀ ਬਿਲਕੁਲ। ਸੋ ਜ਼ਰੂਰ ਆਪਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਢਾਂਚੇ ਜਿਹੜੇ ਉਹ ਬਣਾਉਣ ਦੀ ਹੁਣੇ ਤੋਂ ਹੀ ਤਿਆਰ ਕਰਨ ਦੀ ਜਿਹੜੀ ਇਹ ਜ਼ਰੂਰਤ ਹੈਗੀ ਆ। ਕੋਈ ਸਾਈਬਰ ਬੁਲਿੰਗ ਜਿਹੜੇ ਬੱਚੇ ਆ ਉਸ ਤੋਂ ਕੋਈ ਪਰੇਸ਼ਾਨ ਆ, ਕੋਈ ਸਕੂਲ ਦੀ ਬੁਲਿੰਗ ਤੋਂ ਪਰੇਸ਼ਾਨ ਆ, ਅਤੇ ਬਹੁਤ ਸਾਰੇ ਲੋਕ ਜਿਹੜੇ ਆ ਇੱਕ ਦੂਜੇ ਤੋਂ ਵੱਧ ਦਿਖਾਉਣ ਦੇ ਚੱਕਰਾਂ ਦੇ ਕਰਕੇ ਜਿਹੜਾ ਉਹ ਪਰੇਸ਼ਾਨ ਜਿਹੜੇ ਹੋਏ ਪਏ ਆ। ਗੁਰੂ ਦਾ ਸਹਾਰਾ ਲੈਣ ਦੀ ਬਜਾਏ ਆਪਾਂ ਜਿਹੜੇ ਜਲਦੀ ਟੁੱਟਦੇ ਜਾ ਰਹੇ ਹਾਂ। ਇਹ ਆਈ ਥਿੰਕ ਸਿਚੁਏਸ਼ਨ ਜਿਹੜੀ ਸਥਿਤੀ ਆ ਇਹ ਆਪਣੇ ਦੇ ਲਈ ਜਿਹੜੀ ਉਹ ਖਰਾਬ ਆ। ਆਉਣ ਵਾਲੇ ਸਮਿਆਂ ਦੇ ਵਿੱਚ ਇੱਦਾਂ ਚਾਹੀਦਾ ਹਰਜੋਤ ਸਿੰਘ ਜੀ ਜਿਹੜੇ ਗੁਰੂ ਘਰ ਨਹੀਂ ਆ, ਜਿੰਨੇ ਵੀ ਧਾਰਮਿਕ ਸਥਾਨ ਆਪਣੇ ਜਿਹੜੇ ਭਾਈਚਾਰੇ ਦੇ ਹੈਗੇ, ਜਿਹੜੇ ਵੀ ਧਰਮਾਂ ਨੂੰ ਜਿਹੜੇ ਲੋਕ ਮੰਨਦੇ ਨੇ, ਉੱਥੇ ਅਜਿਹੀਆਂ ਮੈਂਟਲ ਹੈਲਥ ਐਕਸਰਸਾਈਜ਼ਿਸ ਮਾਨਸਿਕ ਤੌਰ ਦੇ ਉੱਤੇ ਕਿੱਦਾਂ ਆਪਾਂ ਸਟਰੋਂਗ ਮਜ਼ਬੂਤ ਜਿਹੜਾ ਹੋਣਾ ਆ, ਕਿੱਦਾਂ ਸ਼ੇਅਰ ਕਰਨਾ ਆ। ਅਤੇ ਜਿਹੜਾ ਗੋਪਨੀय ਤਰੀਕੇ ਦੇ ਨਾਲ ਜੇ ਕਿਸੇ ਨੂੰ ਕੋਈ ਜਿਹੜੀ ਪ੍ਰੋਬਲਮ ਹੈਗੀ ਆ ਵੀ ਕਾਉਂਸਲਿੰਗ ਜਿਹੜੀ ਆ ਉਹਦੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ। ਬਹੁਤ ਸਾਰੇ ਲੋਕ ਸ਼ਾਇਦ ਅਣਜਾਣ ਨੇ ਜਾਂ ਉਸ ਦੇ ਬਾਰੇ ਨਹੀਂ ਪਤਾ। ਤਕਰੀਬਨ ਜਿਨ੍ਹਾਂ ਦੇ ਕੋਲ ਅਜਿਹੀ ਇੰਸ਼ੋਰੈਂਸ ਜਿਨ੍ਹਾਂ ਦੇ ਕੋਲ ਹੁੰਦੀ ਆ, ਉਹ ਜਿਹੜੇ ਹਸਪਤਾਲ ਵਾਲੇ ਆ ਅਜਿਹੀਆਂ ਤੁਹਾਨੂੰ ਕਾਉਂਸਲਿੰਗ ਜਿਹੜੀ ਆ ਉਹ ਦੇਣ ਦੇ ਵਿੱਚ ਸਹਾਇਤਾ ਜਿਹੜੀ ਉਹ ਕਰਦੇ ਨੇ। ਸੋ ਜੇ ਕਿਸੇ ਨੂੰ ਵੀ ਜਾਂ ਪਰਿਵਾਰ ਦੇ ਵਿੱਚ ਕਿਸੇ ਜੀਅ ਨੂੰ ਇੱਦਾਂ ਦੀ ਪ੍ਰੋਬਲਮ ਆ ਤਾਂ ਜ਼ਰੂਰ ਉਸ ਦੀ ਮਦਦ ਲਓ। ਅਤੇ ਇੱਕ ਇਸ ਚੀਜ਼ ਦੇ ਵਿੱਚ ਕਿਸੇ ਪਰਿਵਾਰ ਦਾ, ਕਿਸੇ ਇਨਸਾਨ ਦਾ ਉਹ ਅਜਿਹੀ ਸਥਿਤੀ 'ਚ ਮਜ਼ਾਕ ਨਹੀਂ ਉਡਾਉਣਾ ਜਾਂ ਉਹਨਾਂ ਨੂੰ ਬਦਨਾਮ ਨਹੀਂ ਜਿਹੜਾ ਉਹ ਕਰਨਾ, ਬਲਕਿ ਉਹਨਾਂ ਦੀ ਮਦਦ ਕਰਨੀ ਆ ਵੀ ਆਪਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਮਾਨਸਿਕ ਜਿਹੜੀ ਇਸ ਸਥਿਤੀ ਦੇ ਵਿੱਚੋਂ ਜਿਹੜਾ ਰੋਗਾਂ 'ਚੋਂ ਜਿਹੜਾ ਉਹ ਕੱਢ ਸਕੀਏ। ਸੋ ਬਿਲਕੁਲ ਜਿਹੜੇ ਉਹਨਾਂ ਦੇ ਵਿੱਚ ਵੀ ਜਿਹੜੇ ਗ੍ਰੰਥੀ ਸਿੰਘ ਉਹਨਾਂ ਨੂੰ ਟ੍ਰੇਨ ਕਰਨਾ ਚਾਹੀਦਾ। ਉਹ ਗਾਹਾਂ ਜਿਹੜੀ ਸੰਗਤ ਦੇ ਮੈਂਬਰ ਆ, ਕਿਸੇ ਨੂੰ ਵੀ ਜਿੱਦਾਂ ਹੁਣ ਦੇਖੋ ਇੱਥੇ ਚਰਚਾਂ ਦੇ ਵਿੱਚ ਜਾਂਦੇ ਲੋਕ, ਉਹਨਾਂ ਨੇ ਸਪੈਸ਼ਲ ਇਕੱਲੇ 1-on-1 ਸੈਸ਼ਨ ਹੁੰਦੇ ਹੈਗੇ ਆ। ਸੋ ਸਾਨੂੰ ਵੀ ਇੱਦਾਂ ਦੇ ਜਿਹੜੇ ਸਿਆਣੇ ਬਜ਼ੁਰਗ ਹੈਗੇ ਹਰ ਗੁਰੂ ਘਰ 'ਚ ਕੋਈ ਨਾ ਕੋਈ, ਚਾਹੇ ਉਹ ਵਲੰਟੀਅਰ ਹੋਵੇ, ਉਹਨਾਂ ਨੂੰ ਜਿਹੜਾ ਆ ਟ੍ਰੇਨ ਕਰਨਾ ਚਾਹੀਦਾ। ਉਹ ਗਾਹਾਂ ਕੋਈ ਸੰਗਤ ਦਾ ਮੈਂਬਰ, ਉਹਨੂੰ ਕਿਸੇ ਤਰ੍ਹਾਂ ਦਾ ਵੀ ਇਸ਼ੂ ਆ, ਨਿਆਣਿਆਂ ਦਾ ਇਸ਼ੂ ਆ, ਕਿਸੇ ਨੂੰ ਜੋਬ ਦਾ ਆ, ਕਿਸੇ ਨੂੰ ਫੈਮਿਲੀ ਦਾ ਆ, ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਆ, ਕਾਉਂਸਲਿੰਗ ਹੋਣੀ ਬਹੁਤ
ਜਿਹੜੀ ਜ਼ਰੂਰੀ ਹੈਗੀ ਆ। ਸੋ ਬਹੁਤ ਹੀ ਜਿਹੜੀ ਇਹ ਮੰਦਭਾਗੀ ਘਟਨਾ ਵਾਪਰੀ ਜੀ, ਹੈਗੀ ਆ। ਕੁਛ ਕੁ ਸਰੋਤੇ ਵੀ ਆਪਣੇ ਜੁੜੇ ਨੇ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਨੇ। ਬੂਟਾ ਸਿੰਘ ਜੀ, ਹਾਂਜੀ, ਸਤਿ ਸ਼੍ਰੀ ਸਰਦਾਰ ਅਕਾਲ ਜੀ। ਹਰਜੋਤ ਸਿੰਘ ਜੀ ਖਾਲਸਾ ਤੇ ਸਰਦਾਰ ਰਾਜਕਰਨਵੀਰ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਗੱਲ ਇਹ ਆ ਵੀ ਜਿਹੜਾ ਨਾ ਇਹ ਘਟਨਾ ਵਾਪਰੀ ਇਹਦਾ ਬਹੁਤ ਦੁੱਖ ਹੋਇਆ, ਬਹੁਤ ਮਾੜਾ ਹੈ। ਪਰ ਇਹ ਤਾਂ ਹੁਣ ਪ੍ਰਮਾਤਮਾ ਹੀ ਜਾਣਦਾ ਵੀ ਕੀ ਹੋਇਆ, ਜੋ ਹੋਇਆ ਬਹੁਤ ਹੀ ਮਾੜਾ ਜੀ ਇਨਸਾਨੀਅਤ ਦੇ ਤੌਰ ਤੇ ਰਾਜਕਰਨ ਵੀਰ ਜੀ ਕਹਿੰਦੇ ਸੀ ਵੀ ਜਿਹੜੀ ਪੁਰਾਣੀ ਲਾਈਫ ਸੀ ਨਾ, ਉਦੋਂ ਇਹ ਚੱਕਰ ਸੀਗਾ ਜੀ ਵੀ ਕੋਈ ਲੋਕੀ ਚਾਹ ਲਿਆਉਂਦੇ ਸੀ ਮੁੱਲ ਦੀ, ਉਹ ਵੀ ਕੋਈ 6 ਮਹੀਨਿਆਂ ਤੋਂ ਨਹੀਂ। ਹਰੇਕ ਚੀਜ਼ ਆਪਦੀ ਘਰ ਦੀ ਹੁੰਦੀ ਸੀ, ਆਪਦੇ ਤੇ ਡਿਪੈਂਡ ਨਹੀਂ ਸੀ, ਕੋਈ ਬਿੱਲ ਨਹੀਂ ਸੀ, ਕੋਈ ਤੇਲ ਦਾ ਨਹੀਂ ਸੀ, ਕੋਈ ਟੈਨਸ਼ਨ ਦਾ ਸੀ। ਖੰਡ ਵੀ ਆ ਜਿਹੜੀ ਆ ਮਿਲ ਲੱਗੀ ਕਾਰਡਾਂ ਤੇ ਮਗਰੋਂ ਥੋੜਾ ਜਿਹਾ ਲਿਆ ਕੇ ਤੇ ਲੋਕੀ ਉਦੋਂ ਆ ਲੈਂਦੇ ਸੀ ਫਲਾਣੇ ਨੇ ਬਈ ਭੈਣ ਭਰਾ ਜਦੋਂ ਆਇਆ ਪ੍ਰਾਹੁਣਾ ਧਰਾਉਣਾ ਆਉਂਦਾ ਸੀ ਤੇ ਉਹਨੂੰ ਖੰਡ ਦੀ ਚਾਹ ਪਿਆਉਂਦੇ ਸੀ ਤੇ ਨਹੀਂ ਆਮ ਗੁੜ ਦੀ ਹੁੰਦੀ ਸੀ ਸਾਰਾ ਕੁਝ। ਤੇ ਹੁਣ ਹਜ਼ਾਰਾਂ ਖਰਚੇ, ਹਜ਼ਾਰਾਂ ਟੈਨਸ਼ਨਾਂ, ਜਿਵੇਂ ਤੁਸੀਂ ਕਹੀ ਜਾਂਦੇ ਵੀ ਇਹ ਵੱਡੀਆਂ ਗੱਡੀਆਂ ਆ, ਮੈਂ ਫਲਾਣੇ ਨਾਲੋਂ ਫਲਾਣਾ ਕਰ ਲਾਂ, ਘਰ ਵੱਡਾ ਲੈ ਲਾਂ, ਤੇ ਇਸ ਕਰਕੇ ਵੀ ਹੋ ਸਕਦਾ। ਪਰ ਬਾਕੀ ਕੋਈ ਵੀ ਹੋਵੇ ਉਹਨੂੰ ਆਪਦਾ ਚਾਦਰ ਵੇਖ ਕੇ ਇੱਕ ਤਾਂ ਪੈਰ ਪਸਾਰੋ ਤੇ ਇੱਕ ਉਹਨੂੰ ਪੇਸ਼ੈਂਸ ਨਾਲ ਲਓ। ਜਿਹੜਾ ਕੁਝ ਹੋ ਗਿਆ ਮੌਤ ਨਾਲੋਂ ਜਾਂ ਇਹ ਕੰਮ ਕਰਨ ਨਾਲੋਂ ਉਹਨੂੰ ਧੀਰਜ ਪਾਣਾ ਨਜਿੱਠੋ। ਜੀ, ਮੇਰਾ ਤਾਂ ਇੰਨਾ ਹੀ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਤਾਂ ਬੂਟਾ ਸਿੰਘ ਉਹਨਾਂ ਦੇ ਵਿਚਾਰ ਸੀ। ਆਮ ਜਨੈਰਿਕ ਗੱਲ ਕਰ ਰਹੇ, ਨਾ ਕਿ ਜਿਹੜੀ ਇਹ ਇਨਸੀਡੈਂਟ ਹੋਈ ਹੈਗੀ ਆ। ਸੋ ਇਸ ਸਿਚੁਏਸ਼ਨ 'ਤੇ ਕਿਸ ਤਰ੍ਹਾਂ ਜਿਹੜਾ ਬੰਦਾ ਪਹੁੰਚ ਸਕਦਾ ਵੀ ਉਹ ਆਪਣੇ 12 ਸਾਲਾਂ ਦੇ ਬੱਚੇ ਨੂੰ ਵੀ ਮਾਰਦਾ ਹੈ, ਫਿਰ ਵਾਈਫ ਤੇ ਗੋਲੀ ਮਾਰਦਾ, ਫਿਰ ਆਪਣੇ ਆਪ ਗੋਲੀ ਮਾਰਦਾ। ਸੋ ਕੁਛ ਪ੍ਰੋਬਲਮ ਤਾਂ ਹੈ ਨਾ, ਕੋਈ ਵੱਡੀ ਕਿਸੇ ਨਾ ਕਿਸੇ ਪ੍ਰੋਬਲਮ ਤਰ੍ਹਾਂ ਜਿਹੜੀ ਆ। ਆਪਾਂ ਇਹ ਅਜਿਹੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਜਿਹੜੀਆਂ ਅਕਸਰ ਹੋਰ ਕਮਿਊਨਿਟੀ ਦੇ ਬਾਰੇ, ਖਾਸ ਕਰਕੇ ਜਿਹੜੇ ਗੋਰੀ ਕਮਿਊਨਿਟੀ ਆ ਉਹਨਾਂ ਬਾਰੇ ਕਹਿੰਦੇ ਆ, ਤੇ ਆਪਾਂ ਅਕਸਰ ਇਹ ਗੱਲ ਕਹਿ ਦਿੰਦੇ ਆ ਵੀ ਉਹਨਾਂ ਦਾ ਜਿਹੜਾ ਪਰਿਵਾਰਕ ਢਾਂਚਾ ਮਜ਼ਬੂਤ ਨਹੀਂ ਆ ਜੀ। ਸੋ ਰਾਜਕਰਨਵੀਰ ਸਿੰਘ ਜੀ, ਹੁਣ ਜਿਹੜੇ ਬਹੁਤ ਆਪਾਂ ਬਲੈਕ ਲਾਈਵ ਮੈਟਰ ਨੂੰ ਦੇਖ ਕੇ ਆਪਾਂ ਦੇਖਦੇ ਪ੍ਰੋਟੈਸਟ ਹੁੰਦੇ, ਬਹੁਤ ਕੁਝ ਹੁੰਦੇ ਆ। ਇੱਕ ਨਾ ਮੈਂ ਜਿਹੜਾ ਹੈਗਾ ਕਾਰਨੈਲ ਯੂਨੀਵਰਸਿਟੀ ਦਾ ਉਹ ਪ੍ਰੋਫੈਸਰ ਸੀ, ਕਾਲੇ ਮੂਲ ਦਾ ਹੀ ਸੀਗਾ ਉਹ ਪ੍ਰੋਫੈਸਰ। ਉਹ ਦੱਸਿਆ ਵੀ ਕਹਿੰਦਾ ਵੀ ਮੇਨ ਪ੍ਰੋਬਲਮ ਜਿਹੜੀ ਹੈਗੀ ਆ ਕਾਲਿਆਂ ਦੀ ਕਮਿਊਨਿਟੀ 'ਚ ਇਹ ਹੈਗੀ ਆ, ਪਹਿਲੇ ਨੰਬਰ 'ਤੇ ਕਹਿੰਦਾ ਵੀ ਐਬਸੈਂਸ ਆਫ ਫਾਦਰ ਆ। ਵੀ ਆਪਾਂ ਪਰਿਵਾਰਾਂ ਦੇ ਵਿੱਚ ਬੱਚੇ ਹੈਗੇ ਆ, ਉਹਨਾਂ ਦਾ ਪੇਰੈਂਟਸ ਹੀ ਹੈ ਨਹੀਂ। ਅਤੇ ਦੂਜੇ ਨੰਬਰ 'ਤੇ ਕਹਿੰਦੇ ਵੀ ਐਜੂਕੇਸ਼ਨ, ਵੀ ਜਿਹੜੀ ਐਜੂਕੇਸ਼ਨ ਬਹੁਤ ਘੱਟ ਹੈਗੀ ਆ, ਹੈ ਨਾ, ਇਹ ਬਹੁਤ ਜ਼ਰੂਰੀ ਆ। ਸੋ ਇੱਦਾਂ ਦੇ ਜਿਹੜੇ ਇਸ਼ੂ ਆ, ਇਹ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿੱਥੇ ਜਿਹੜੀ ਤੁਹਾਡੀ ਫੈਮਿਲੀ ਜੁਆਇੰਟ ਹੁੰਦੀ ਹੈਗੀ ਆ, ਉੱਥੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਤੁਹਾਨੂੰ ਇਸ਼ੂ ਆਉਂਦਾ ਹੈਗਾ ਆ। ਘਰ 'ਚ ਕੋਈ ਸਿਆਣਾ ਬੰਦਾ ਹੁੰਦਾ, ਉਹ ਇੱਕ ਦੂਜੇ ਦਾ ਸਾਥ ਦਿੰਦਾ ਹੈਗਾ। ਸੋ ਜਿਹੜੀ ਫੈਮਿਲੀ ਆ ਨਾ, ਜੁਆਇੰਟ ਫੈਮਿਲੀ, ਇਹਦਾ ਜਿਹੜਾ ਕਈ ਵਾਰੀ ਤਾਂ ਹੁੰਦਾ ਵੀ ਦੇਖੋ ਜੀ ਨਿਆਣਾ ਵਿਆਹ ਹੋ ਗਿਆ, ਹੁਣ ਦਬਦਾ ਬਾਹਰ ਚਲੀਏ ਵੀ ਨਹੀਂ ਅਸੀਂ ਪੇਰੈਂਟਸ ਤੋਂ ਅਲੱਗ ਰਹਿਣਾ ਆ, ਪਰ ਜਦੋਂ ਪ੍ਰੋਬਲਮ ਆਉਂਦੀ ਆ ਨਾ ਉਦੋਂ ਪਤਾ ਲੱਗਦਾ। ਸੋ ਹੁਣ ਪੁਰਾਣੇ ਪਰਿਵਾਰ, ਜਦੋਂ ਆਪਾਂ ਪੰਜਾਬ 'ਚੋਂ ਵੀ ਆਏ ਹਾਂ, ਦੇਖਦੇ ਵੀ ਕਿੱਦਾਂ 5-5 7-7 ਭੈਣ ਭਰਾ ਹੁੰਦੇ ਸੀ, 35-35 40-40 ਇੱਕੋ ਘਰ 'ਚ ਰਹਿੰਦੇ ਸੀ, ਕਦੇ ਉੱਥੇ ਕੋਈ ਲੜਾਈ ਝਗੜਾ ਨਹੀਂ ਹੁੰਦਾ ਸੀ। ਅਤੇ ਹੁਣ 2-2 ਭਰਾ ਹੁੰਦੇ, ਉਹਨਾਂ ਦਾ ਲੜਾਈ ਝਗੜਾ ਕਿੰਨਾ ਹੁੰਦਾ। ਸੋ ਜਿਹੜਾ ਪਰਿਵਾਰ ਇਕੱਠਾ ਹੋਣਾ ਹੈ ਨਾ, ਇਹ ਵੀ ਇਹ ਜਿਹੜਾ ਬਹੁਤ ਪੋਜ਼ੀਟਿਵ ਚੀਜ਼ ਹੈਗੀ ਜੁਆਇੰਟ ਫੈਮਿਲੀ ਦੀ। ਜੀ, ਅਗਲੇ ਜਿਹੜੇ ਆਪਣੇ ਨਾਲ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਧੰਨਵਾਦ। ਅੱਜ ਜਿਹੜੀ ਖਬਰ ਬੜੀ ਮੰਦਭਾਗੀ ਖਬਰ ਆ, ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿਉਂਕਿ ਸਾਡੀ ਕਮਿਊਨਿਟੀ ਬਹੁਤ ਪ੍ਰੋਬਲਮ ਆ ਜੀ। ਇੱਕ ਤਾਂ ਮੈਂ ਬਜ਼ੁਰਗਾਂ ਨੂੰ ਵੀ ਬੇਨਤੀ ਕਰਨੀ ਮੰਗਦਾ ਵੀ ਇੱਥੇ ਦੇ ਬੱਚੇ ਪੜ੍ਹੇ ਲਿਖੇ ਆ, ਉਹ ਜੇ ਕੋਈ ਗੱਲ ਕਹਿੰਦੇ ਉਹਨਾਂ ਦੀ ਜਿਗਰੇ ਨਾਲ ਸੁਣ ਲਓ ਗੱਲ। ਤੇ ਬੱਚਿਆਂ ਨੂੰ ਬੇਨਤੀ ਇਹ ਵੀ ਦੇਖੋ, ਬਜ਼ੁਰਗਾਂ ਦੀ ਸਾਰੀ ਉਮਰ ਲੰਘ ਗਈ, ਬੇਸ਼ੱਕ ਪੜ੍ਹੇ ਲਿਖੇ ਘੱਟ ਵੀ ਹੋਣਗੇ ਪਰ ਉਹਨਾਂ ਦਾ ਤਜਰਬਾ ਬਹੁਤ ਆ। ਤੁਸੀਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਢਾਲਣ ਦੀ ਕੋਸ਼ਿਸ਼ ਨਾ ਕਰੋ ਜੀ। ਇਹ ਬਹੁਤ ਇਹਨਾਂ ਗੱਲਾਂ ਦਾ ਪ੍ਰਭਾਵ ਪੈਂਦਾ ਪਰਿਵਾਰ 'ਚ। ਤੇ ਬਾਕੀ ਜੇ ਮੈਂ ਅੱਗੇ ਕਹਿੰਦੇ, ਜੇ ਆਪਣੀ ਕਮਿਊਨਿਟੀ ਦੇ ਵੀਰ ਜੀ ਇੱਦਾਂ ਆ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ, ਪਹਿਲੀ ਤਾਂ ਗੱਲ ਅਸੀਂ ਸ਼ੇਅਰ ਨਹੀਂ ਕਰਦੇ, ਲੁਕੋ ਰੱਖਦੇ ਹਾਂ। ਉਹਦਾ ਕਾਰਨ ਇਹ ਆ ਕਿ ਅਸੀਂ ਇਸ ਕਰਕੇ ਵੀ ਕਿਉਂਕਿ ਜੇ ਕਿਸੇ ਨੂੰ ਦੱਸੀ ਉਹ ਮਜ਼ਾਕ ਉਡਾਉਂਦਾ। ਅੱਗੇ ਬੇਨਤੀ ਕੀਤੀ ਵੀ ਮਜ਼ਾਕ ਨਾ ਕਿਸੇ ਦਾ, ਪਤਾ ਨਹੀਂ ਅਗਲਾ ਕਿੰਨੀ ਉਹਦੀ ਗੱਲ ਸੁਣੋ ਤਾਂ ਸਹੀ, ਅਗਲਾ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਨਾ, ਸੁਣੋ ਉਹਦੀ ਜੇ ਕੋਈ ਕਹਿੰਦਾ। ਤੇ ਮਤਲਬ ਇਹ ਕਈ ਅਵੋਇਡ ਹੋ ਸਕਦੀਆਂ ਇਹ ਗੱਲਾਂ। ਤੇ ਮੈਂ ਸਾਨੂੰ ਚਾਹੀਦਾ ਸਾਡੀ ਕਮਿਊਨਿਟੀ ਦੇ ਚਲੋ ਆਪਣੇ ਆਪਣੇ ਪਿੰਡ ਸ਼ਹਿਰਾਂ ਦੇ ਵਿੱਚ ਕੋਈ ਨਾ ਕੋਈ ਆਪਣੇ ਬੰਦੇ ਰੱਖ ਕੇ ਕਮੇਟੀ ਬਣਾਓ। ਜੇ ਕੋਈ ਇੱਦਾਂ ਗੱਲ ਹੈ, ਅਗਲੇ ਨਾਲ ਗੱਲਬਾਤ ਕਰੋ, ਜਾ ਕੇ ਬੈਠ ਕੇ ਗੱਲ ਸਮਝਾਓ, ਜੋ ਵੀ ਹੈਗਾ ਤੇ ਹੱਲ ਹੋ ਸਕਦਾ। ਕਿ ਅਸੀਂ ਅਵੋਇਡ ਕਰ ਸਕਦੇ ਇਹਨਾਂ ਪ੍ਰੋਬਲਮਾਂ ਨੂੰ ਤੇ ਜਿਹੜੀਆਂ ਘਟਨਾ ਵਾਪਰਦੀਆਂ। ਤੇ ਮੈਂ ਬੇਨਤੀ ਇਹ ਕਰਦਾ ਵੀ ਮੈਂ ਜੋ ਬੜੇ ਕਿਸੇ ਵੀ ਨੂੰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਹੋਵੇ,
ਮੇਰਾ ਨੰਬਰ ਲੈ ਸਕਦੇ, ਕਿਤੇ ਅਸੀਂ ਮਤਲਬ ਗੱਲਬਾਤ ਜਿੱਦਾਂ ਉਹਦਾ ਕਰ ਸਕਦੇ ਹਾਂ, ਕਦੋਂ ਵੀ ਕੋਈ ਵੀ ਇਸ਼ੂ ਹੋਵੇ ਬਹਿ ਕੇ ਗੱਲਬਾਤ ਉਹਦਾ ਮਤਲਬ ਉਹਨੂੰ ਸੁਝਾਅ ਆਪਣੇ ਉਹਦਾ ਹੱਲ ਕਰ ਸਕਦੇ ਹਾਂ ਜੀ। ਇਹ ਬੜੀ ਜ਼ਰੂਰੀ ਆ ਵੀ ਤੁਸੀਂ ਆਪਣੇ ਅੰਦਰੇ ਨਾ ਘੋਲੀ ਜਾਓ ਤੇ ਇੱਕ ਦੂਜੇ ਨਾਲ ਆਪਣੇ ਸਾਂਝੀ ਕਰ ਲਓ ਪ੍ਰੋਬਲਮ, ਤੇ ਉਹਦਾ ਹੱਲ ਹੋ ਸਕਦਾ। ਪੰਜਾਬੀ USA ਬਹੁਤ ਵੱਡਾ ਮਾਧਿਅਮ ਸਾਡੇ ਕੋਲ ਫ੍ਰੀ ਆ, ਜਦੋਂ ਮਰਜ਼ੀ ਕਾਲ ਕਰੋ, ਤੁਹਾਡੇ ਫੋਨ ਚੱਕਦੇ, ਇਹਨਾਂ ਨੂੰ ਦੱਸ ਸਕਦੇ, ਕੋਈ ਨਾ ਕੋਈ ਹੱਲ ਲੱਭ ਲੈਂਦਾ। ਇਹ ਨਾ ਵੀ ਤੁਸੀਂ ਮਤਲਬ ਇਹ ਜਿਹੜਾ ਆਤਮ ਹੱਤਿਆ ਕਰਨੀ ਇਹ ਹੱਲ ਨਹੀਂ ਹੈ ਸਾਡੀ ਜ਼ਿੰਦਗੀ। ਸਾਨੂੰ ਮੁਸ਼ਕਲਾਂ ਤਾਂ ਬਹੁਤ ਹੈ, ਚਲੋ ਗੁਰੂ ਮਹਾਰਾਜ ਕਿਰਪਾ ਕਰਨ, ਉਹਨਾਂ ਦੇ ਆਪਣੇ ਉਹਨਾਂ ਜ਼ਰੂਰ ਸ਼ਾਂਤੀ ਬਖਸ਼ਣਾ, ਚਾਨਣ ਨਿਵਾਸ ਦੇਵੇ, ਤੇ ਹੋਪਫੁਲੀ ਮਤਲਬ ਅਸੀਂ ਸਿੱਖੀਏ ਇਹਨਾਂ ਗੱਲਾਂ ਤੋਂ, ਅਗਲਾ ਕੋਈ ਏਦਾਂ ਗਲਤ ਕਦਮ ਨਾ ਚੁੱਕੀਏ ਕੋਈ ਵੀ। ਇੱਧਰ ਮੈਂ ਇਹੀ ਅਰਦਾਸ ਕਰਦਾ ਜੀ। ਧੰਨਵਾਦ ਸਤਨਾਮ ਸਿੰਘ ਜੀ ਬਹੁਤ। ਸੋ ਮੇਨ ਪ੍ਰੋਬਲਮ ਇਹੀ ਹੈਗੀ ਆ ਵੀ ਆਪਾਂ ਜਦੋਂ ਸਾਡੇ ਤੇ ਕੋਈ ਪ੍ਰੋਬਲਮ ਹੁੰਦੀ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਦੇ, ਚਾਹੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿਸੇ ਨਾ ਕਿਸੇ ਨਿਆਣਿਆਂ ਦੀ ਕਈ ਵਾਰ ਉੱਦਾਂ ਦੀ ਏਜ ਹੁੰਦੀ ਆ, ਕਿਸੇ ਨੂੰ ਬੰਦੇ ਨੂੰ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੋ ਗਈ, ਇੱਕ ਦੂਜੇ ਨਾਲ ਸ਼ੇਅਰ ਕਰ ਲਓ, ਕੁਛ ਨਹੀਂ ਹੁੰਦਾ ਹੈਗਾ, ਇੱਥੇ ਕੋਈ ਫਰਕ ਨਹੀਂ ਪੈਂਦਾ ਹੈਗਾ ਜੀ। ਜੇ ਤੁਹਾਨੂੰ ਨਹੀਂ ਲੱਗਦਾ ਤੇ ਬਹੁਤ ਸਾਰੇ ਜਿਹੜੇ ਹਸਪਤਾਲਾਂ ਦੇ ਵਿੱਚ ਇੱਦਾਂ ਦੀ ਕਾਉਂਸਲਿੰਗ ਆ, ਸੁਸਾਈਡ ਪ੍ਰੀਵੈਂਸ਼ਨ ਹੌਟਲਾਈਨ ਜਿਹੜੀ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਹੈਗੀ ਆ। ਸੋ ਉਹਨਾਂ ਦੇ ਨਾਲ ਜਿਹੜੀ ਆ ਤੁਸੀਂ ਗੱਲ ਕਰ ਸਕਦੇ ਆ। ਸੋ ਇਹ ਜ਼ਰੂਰੀ ਆ ਅਜਿਹੀਆਂ ਚੀਜ਼ਾਂ ਨੂੰ ਜਿਹੜਾ ਉਹ ਮੋਨੀਟਰ ਕਰਨਾ। ਪਰਿਵਾਰ ਦੇ ਜੀ ਜਿਹੜਾ ਕੋਈ ਇੱਦਾਂ ਦੀਆਂ ਗੱਲਾਂ ਕਰ ਰਿਹਾ ਆ ਜਾਂ ਕੁਛ ਇੱਦਾਂ ਦੀ ਕਰ ਰਿਹਾ ਆ, ਸੋ ਇਹ ਜ਼ਰੂਰੀ ਆ ਵੀ ਆਪਾਂ ਉਹਨਾਂ ਦੀਆਂ ਅਜਿਹੀਆਂ ਹਰਕਤਾਂ, ਅਜਿਹੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਈਏ ਤਾਂ ਜੋ ਪਤਾ ਲੱਗ ਸਕੇ। ਸੋ ਅਮਰੀਕਾ ਦੇ ਵਿੱਚ ਨੈਸ਼ਨਲ ਸੁਸਾਈਡ ਪ੍ਰੀਵੈਂਸ਼ਨ ਲਾਈਫਲਾਈਨ ਦੇ ਲਈ ਜੇ ਕਿਸੇ ਨੂੰ ਵੀ ਮਾਨਸਿਕ ਤਣਾਅ ਆ, ਕੋਈ ਕਿਸੇ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਆ, ਗੋਪਨੀय ਤਰੀਕੇ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ, ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 1-800-273-8255 1-800-273-8255 ਦੇ ਉੱਤੇ ਨੈਸ਼ਨਲ ਸੁਸਾਈਡ ਪ੍ਰੀਵੈਂਸ਼ਨ ਹੈਲਪਲਾਈਨ ਹੈਗੀ ਆ। ਆਪਾਂ ਜਦੋਂ ਦੇਖਦੇ ਹਾਂ ਵੀ ਕਈ ਬ੍ਰਿਜਾਂ ਦੇ ਉੱਤੇ ਆਪਾਂ ਜਾਂਦੇ ਹਾਂ, ਉੱਥੇ ਜਾਣਬੁੱਝ ਕੇ ਉਹਨਾਂ ਨੇ ਫੋਨ ਲਾਏ ਹੁੰਦੇ ਆ, ਕਿਉਂਕਿ ਉਹ ਦੇਖਦੇ ਆ ਵੀ ਕਈ ਵਾਰੀ ਬ੍ਰਿਜਾਂ ਤੋਂ ਲੋਕੀ ਇੱਦਾਂ ਛਾਲਾਂ ਮਾਰ ਜਾਂਦੇ ਆ। ਬਿਲਕੁਲ, ਗੋਲਡਨ ਗੇਟ ਬ੍ਰਿਜ ਵੀ ਜਾਓ, ਉੱਥੇ ਤੁਹਾਨੂੰ ਸਾਈਨ ਦਿਸਦਾ ਹੈਗਾ। ਸੋ ਇਹ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਗਵਰਨਮੈਂਟ ਦੀ ਹੈਗੀ ਆ, ਸੋ ਬਿਲਕੁਲ ਉਹਨਾਂ ਦੇ ਕੋਲ ਸਾਰੀਆਂ ਲੈਂਗੁਏਜ ਦੇ ਵਿੱਚ ਡਾਕਟਰ ਵੀ ਹੁੰਦੇ, ਸਾਈਕੈਟ੍ਰਿਕਸ ਵੀ ਹੁੰਦੇ ਆ। ਸੋ ਸੰਗਣਾ ਨਹੀਂ ਚਾਹੀਦਾ, ਜੇ ਕਿਸੇ ਨੂੰ ਲੱਗਦਾ ਕੋਈ ਪ੍ਰੋਬਲਮ ਆ ਤੁਹਾਡੇ ਪਰਿਵਾਰ 'ਚ ਕਿਸੇ ਵੀ ਨੂੰ ਵੀ, ਤੇ ਇੱਕ ਦੂਜੇ ਨਾਲ ਗੱਲ ਕਰੋ, ਕੋਈ ਐਡੀ ਗੱਲ ਨਹੀਂ ਹੈਗੀ ਜੀ। ਕੋਈ ਨਾ ਕੋਈ ਤਾਂ ਚੰਗਾ ਬੰਦਾ ਹੁੰਦਾ ਹੀ ਆ ਜਿਹੜਾ ਤੁਹਾਡੀ ਹੈਲਪ ਕਰੂਗਾ ਜੀ। ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਇਹੀ ਕਹਿਣਾ ਚਾਹੁੰਦਾ, ਸਾਡੀ ਕਮਿਊਨਿਟੀ ਦੇ ਵਿੱਚ ਕੀ ਕਾਰਨ ਇਹ ਨਹੀਂ ਦਿੰਦੇ ਅਸੀਂ ਵੀ ਇੱਕ ਬੰਦਾ 35 ਸਾਲ ਜਾਂ 40 ਸਾਲ ਦਾ ਆ ਕੇ ਵੈਲ ਸੈਟਲ ਹੋ ਗਿਆ, ਅਸੀਂ 2 ਸਾਲਾਂ ਦੇ ਵਿੱਚ ਆ ਕੇ ਕਹਿ ਦਿੰਦੇ ਅਸੀਂ ਉਹਦੇ ਬਰੋਬਰ ਪਹੁੰਚਣਾ। ਇਹ ਬੜੀ ਪ੍ਰੋਬਲਮ ਆ। ਮੇਰੀ ਵਾਈਫ ਆਈ ਸੀ ਇੱਥੇ, ਠੀਕ ਹੈ ਜੀ, ਤੇ ਮੇਰੇ ਰਿਸ਼ਤੇਦਾਰਾਂ ਨੇ ਉਹਨੂੰ ਇੰਨੀ ਮੈਂਟਲੀ ਪ੍ਰੋਬਲਮ ਕਿਉਂਕਿ ਉਹ ਵੈਲ ਸੈਟਲ ਹੈਗੇ ਆ, ਠੀਕ ਆ, ਤੇ ਮੇਰੀ ਵਾਈਫ ਨੂੰ ਵੀ ਮੇਰੇ ਬੱਚਿਆਂ ਨੂੰ ਸਟ੍ਰੈਸ ਦੇਣ ਲੱਗੀ ਵੀ ਤੁਸੀਂ ਉਹਨਾਂ ਵਰਗੇ ਬਣਨਾ, ਉਹਨਾਂ ਵਰਗੇ। ਫਿਰ ਮੈਂ ਆਇਆ, ਜਦੋਂ ਮੈਂ ਉਹਨੂੰ ਸਮਝਾਇਆ, ਠੀਕ ਹੈ, ਉਹਨਾਂ ਨੂੰ 35 ਸਾਲ ਹੋ ਗਏ, ਸਾਨੂੰ ਅਜੇ 2 ਸਾਲ ਹੋ ਗਏ। ਜਦੋਂ ਅਸੀਂ 35 ਸਾਲ ਉੱਥੋਂ ਤੱਕ ਪਹੁੰਚਾਂਗੇ ਤਾਂ ਅਸੀਂ ਵੀ ਉਸ ਲਾਈਨ 'ਚ ਹੋਵਾਂਗੇ, ਉਹਨਾਂ ਦੇ ਬਰੋਬਰ ਹੋਵਾਂਗੇ। ਬਟ ਅਸੀਂ 2 ਸਾਲਾਂ ਦੇ ਪੀਰੀਅਡ ਦੇ ਵਿੱਚ 35 ਸਾਲ ਦੇ ਬਰੋਬਰ ਨਹੀਂ ਰਲ ਸਕਦੇ, ਠੀਕ ਹੈ ਨਾ ਜੀ। ਉਹ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਸੀ ਕਿਉਂਕਿ ਉਹ ਮੈਂਟਲੀ ਡਿਸਟਰਬ ਕਰ ਰਹੇ ਸੀ ਉਹਨੂੰ। ਫਿਰ ਮੈਂ ਹੌਲੀ ਹੌਲੀ ਉਹਨੂੰ ਕੱਢਿਆ, ਕਿਉਂਕਿ ਭਾਜੀ ਇੱਥੇ ਕੋਈ ਵੀ ਬੰਦਾ, ਹਰ ਇੱਕ ਬੰਦਾ ਕੰਮ ਕਰਦਾ, ਕਿਸੇ ਕੋਲੇ 1 ਬੈਡਰੂਮ ਆ, ਕਿਸੇ ਕੋਲੇ 4 ਬੈਡਰੂਮ ਆ, ਪਰ ਸਾਨੂੰ ਇਹ ਸੋਚਣਾ ਚਾਹੀਦਾ ਉਹ ਵੀ ਘਰ ਦੀ ਅਕਸਰ ਪੇਮੈਂਟ ਤਾਰ ਹੀ ਰਿਹਾ, ਅਸੀਂ ਰੈਂਟ ਤੇ ਆ, ਪਰ ਕੰਮ ਤਾਂ ਉਹ ਵੀ ਕਰ ਰਿਹਾ ਨਾ। ਜਿਹੜਾ ਵੈਲ ਸੈਟਲ ਆ ਉਹ ਵੀ ਫ੍ਰੀ ਬਹਿ ਕੇ ਤਾਂ ਖਾ ਨਹੀਂ ਰਿਹਾ, ਹਰ ਇੱਕ ਬੰਦਾ ਕੰਮ ਕਰਦਾ। ਇੰਡੀਆ 'ਚ ਸੀਗਾ ਵੀ ਇੱਕ ਬੰਦਾ ਰਿਚ ਆ, ਉਹ ਕੰਮ ਨਹੀਂ ਕਰਦਾ, ਦੂਜੇ ਬੰਦੇ ਕੰਮ ਕਰਦੇ, ਅਗਲੇ ਉਹਦੇ ਹੱਲ ਦਿੰਦਾ। ਪਰ ਇੱਥੇ ਤਾਂ ਤੁਹਾਨੂੰ ਸਹੂਲਤਾਂ ਵੀ ਸੇਮ ਹੈਗੀਆਂ, ਤੁਹਾਨੂੰ ਦੂਜਾ ਡਾਕਟਰ ਜਿੱਥੇ ਤੁਸੀਂ ਜਾਂਦੇ ਲਾਈਨ 'ਚ ਵੀ ਬਰੋਬਰ ਲੱਗਦਾ ਤੁਹਾਡੇ, ਭਾਵੇਂ ਦੀ ਉਹ ਮਿਲੀਅਨ ਆ ਜਾਂ ਬਿਲੀਅਨ ਆ, ਕੁਛ ਵੀ ਆ, ਉਸ ਲਾਈਨ ਦੇ ਵਿੱਚ ਹੀ ਉਹ ਖੜਾ ਹੁੰਦਾ, ਤੇ ਜਿਹੜਾ ਅਪਾਰਟਮੈਂਟ 'ਚ ਰਹਿੰਦਾ ਉਹ ਵੀ ਉੱਥੇ ਹੀ ਖੜਾ ਹੁੰਦਾ। ਤੇ ਇਦੋਂ ਬਿਹਤਰ ਹੈ ਕਿ ਇੱਥੇ ਸਾਰੇ ਜਣੇ ਕੰਮ ਕਰਦੇ ਆ, ਕੋਈ ਕਿਸੇ ਦੀ ਰੀਸ ਨਾ ਕਰੋ। ਧੰਨਵਾਦ। ਜਦੋਂ ਅਸੀਂ ਰੀਸ ਕਰਦੇ ਆ ਤੇ ਥੈਂਕ ਯੂ ਜੀ। ਧੰਨਵਾਦ। ਸੋ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ। ਇੱਕ ਵਾਰੀ ਫਿਰ ਬੇਨਤੀ ਕਰਦੇ ਜਾਈਏ, ਇਹ ਆਪਾਂ ਜਿਹੜੀ ਇੰਸੀਡੈਂਟ ਹੋਈ ਆ, ਆਪਾਂ ਸਾਰੇ ਜਨੈਰਿਕ ਗੱਲ ਕਰ ਰਹੇ ਆ, ਇਹਦੇ ਨਾਲ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਕਿਉਂਕਿ ਹਜੇ ਇਨਵੈਸਟੀਗੇਸ਼ਨ ਹੋ ਰਹੀ। ਪਰ ਆਪਾਂ ਦੇਖਿਆ ਸੀ ਓਹਾਇਓ ਦੇ ਵਿੱਚ 3 ਸਾਲ ਪਹਿਲਾਂ ਇੱਕ ਬੰਦੇ ਨੇ ਆਪਣੀ ਵਾਈਫ, ਸਹੁਰਾ, ਸੱਸ ਮਾਰਤਾ ਸੀ, ਹੈ ਨਾ। ਸੋ ਇਹ ਸਿਚੁਏਸ਼ਨ ਤਾਂ ਹੈਗੀ ਆ ਪ੍ਰੋਬਲਮ। ਅਤੇ ਕੀ ਹੁੰਦਾ ਆ ਵੀ ਜਦੋਂ ਕਈ ਵਾਰੀ ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਆ ਵੀ ਵੈਲ ਸੈਟਲ, ਇਹ ਤੁਹਾਨੂੰ ਲੋਕਾਂ ਦੀਆਂ ਨਜ਼ਰਾਂ 'ਚ ਹੀ ਲੱਗਦਾ ਹੁੰਦਾ ਵੀ ਜੀ ਇਹਨਾਂ ਦਾ 4000 ਸਕੁਅਰ ਫੁੱਟ ਦਾ ਘਰ ਆ, ਮੂਹਰੇ ਹਮਰ ਖੜਾ ਆ। ਹੁਣ ਤੁਸੀਂ ਦੇਖੋ ਵੀ ਕਿੰਨੇ ਲੋਕਾਂ ਨੇ ਮੌਰਗੇਜ ਦੀਆਂ ਪੇਮੈਂਟਾਂ ਨਹੀਂ ਦਿੱਤੀਆਂ, ਉਹ ਜਿਹੜੀਆਂ ਐਕਸਟੈਂਡ ਕੀਤੀਆਂ। ਸੋ ਇਹ ਨਹੀਂ ਪਤਾ ਵੀ ਤੁਹਾਨੂੰ ਉਹਨਾਂ ਦੇ ਘਰ 'ਤੇ ਲੋਨ ਕਿੰਨਾ ਆ। ਸੋ ਇਹ ਕਿਸੇ ਦੇ
ਕਹਿੰਦੇ ਵੀ ਬੰਦੇ ਦੇ ਫੇਸ ਉਹਦੇ ਵੱਲ ਦੇਖ ਕੇ ਨਾ ਇਹ ਨਾ ਦੇਖੋ ਵੀ ਬੰਦਾ ਖਰੇ ਬਹੁਤ ਅਮੀਰ ਹੈਗਾ ਆ, ਉਹਦੇ ਪਿੱਛੇ ਕੀ ਗੱਲ ਹੈਗੀ ਆ। ਜੀ ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਦੋਨਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਫਤਿਹ। ਵੀਰ ਜੀ ਬਹੁਤ ਮਾੜੀ ਘਟਨਾ ਹੋਈ ਹੈ ਇਹ, ਚਲੋ ਜਿਸ ਤਰ੍ਹਾਂ ਲਾਗੇ ਸੋ ਜਾਣੇ ਪੀਰ ਹੈ ਨਾ, ਬਿਲਕੁਲ ਬਿਲਕੁਲ ਬਟ ਦੇਖੋ ਤੁਹਾਡੇ ਜ਼ਰੀਏ ਸਾਨੂੰ ਪਤਾ ਲੱਗਾ ਤੇ ਮੈਂ ਇਹੀ ਬੇਨਤੀ ਕਰਨੀ ਵੀਰ ਜੀ ਕਿ ਜੇ ਕਦੀ ਵੀ ਤੁਹਾਡੇ ਜ਼ਰੀਏ ਪਤਾ ਲੱਗੂਗਾ ਕਿਸੇ ਤਰ੍ਹਾਂ ਵੀ ਭਾਜੀ ਅਸੀਂ ਮਦਦ ਕਰ ਸਕਦੇ ਹੋਈਏ ਮਾਈਕ ਤੌਰ ਤੇ ਜਾਂ ਕਿਸੇ ਤਰ੍ਹਾਂ ਦੀ ਵੀ ਪਰਿਵਾਰ ਨੂੰ ਹੈਲਪ ਚਾਹੀਦੀ ਹੋਵੇ ਨਾ, ਜੀ ਤੇ ਜਰੂਰ ਸ਼ੇਅਰ ਕਰਿਓ। ਤੇ ਮੈਂ ਪੂਰੇ ਪਰਿਵਾਰ ਦੇ ਨਾਲ ਵੀਰ ਜੀ ਇਸ ਸੋਗਮਈ ਘੜੀ ਦੇ ਵਿੱਚ ਹਾਜ਼ਰ ਹਾਂ। ਬੜਾ ਜਿਗਰਾ ਚਾਹੀਦਾ ਵੀਰ ਜੀ ਇਹ ਗੱਲ ਕਰਨ ਦੇ ਲਈ। ਬਿਲਕੁਲ ਜੀ ਆਪਣੇ ਬੱਚੇ ਨੂੰ ਆਪਣੇ ਹੱਥੀਂ ਮਾਰਨਾ ਭਾਜੀ ਬੜੀ, ਮੈਂ ਤੇ ਮੇਰੇ ਰੋਂਗਟੇ ਖੜੇ ਹੋ ਗਏ ਵਿੱਚ ਸੁਣ ਕੇ। ਜੀ ਨਹੀਂ ਬਿਲਕੁਲ ਮੈਂ ਦੇਖੋ ਬਹੁਤ ਮਾੜਾ ਹੈ। ਆਪਾਂ ਨਾ ਦੇਖੋ ਹਰਜੋਤ ਜੀ ਜਿਹੜੇ ਵੀ ਕਾਲਰ ਨੇ ਆਪਣੇ, ਜਦੋਂ ਆਪਾਂ ਕਿਸੇ ਹੋਰ ਕਮਿਊਨਿਟੀ ਦੀ ਗੱਲ ਕਰਦੇ ਆ ਨਾ, ਜੀ। ਉਦੋਂ ਆਪਾਂ ਨੂੰ ਇਹ ਇਦਾਂ ਨਹੀਂ ਮਹਿਸੂਸ ਹੁੰਦਾ। ਜੀ ਜਦੋਂ ਇਹ ਆਪਣੀ ਕਮਿਊਨਿਟੀ ਦੇ ਵਿੱਚ ਵਾਪਰਿਆ ਤੇ ਇਦਾਂ ਲੱਗਦਾ ਜਿੱਦਾਂ ਵੈਰੀ ਕਲੋਜ਼ ਟੂ ਹੋਮ, ਜਿੱਦਾਂ ਇੱਥੇ ਇੱਕ ਆਖਿਆ ਜਾਂਦਾ ਵੀ ਇਹ ਬਹੁਤ ਨਜ਼ਦੀਕ ਆਪਣੇ ਜਿਹੜੀ ਇਹ ਸੱਟ ਵੱਜੀ ਆ। ਤੇ ਇਹ ਰਾਈਟ ਨਾਓ ਆਪਣਾ ਨੂੰ ਅਜਿਹੀ ਚੀਜ਼ ਤੋਂ ਇਹੀ ਆਪਾਂ ਨੂੰ ਸਿੱਖ ਲੈਣ ਦੀ ਜ਼ਰੂਰਤ ਆ ਵੀ ਆਪਾਂ ਇਸ ਨੂੰ ਢਾਂਚਿਆਂ ਨੂੰ ਆਪਾਂ ਕਿੱਦਾਂ ਹੁਣੇ ਤੋਂ ਬਿਲਕੁਲ, ਸਟਰੋਂਗ ਕਰੀਏ। ਵੀ ਆਪਣੇ ਜਿਹੜੇ ਗੁਰੂ ਘਰ ਆ, ਕਮਿਊਨਿਟੀ ਸੈਂਟਰਸ ਆ, ਉਹਨਾਂ ਦੇ ਵਿੱਚ ਇਦਾਂ ਆ। ਆਪਾਂ ਇੱਥੇ ਦੇਖਦੇ ਹਾਂ ਵੀ ਕਿੰਨੇ ਜਿਹੜੇ ਡਰੱਗ ਤੋਂ ਬਚਣ ਦੇ ਲਈ ਜਿਹੜੇ ਕਿਸੇ ਨੇ ਸ਼ਰਾਬ ਛੱਡਣੀ ਆ, ਕਿੰਨੇ ਇਦਾਂ ਗੋਪਨੀय ਜੀ, ਗਰੁੱਪ ਚੱਲਦੇ ਨੇ ਬਿਲਕੁਲ, ਵੀ ਬਿਲਕੁਲ। ਇੱਕ ਦੂਜੇ ਦੀ ਉਹ ਆਪਣੀ ਜਿਹੜੀ ਪ੍ਰੋਬਲਮ ਆ ਕਈ ਵਾਰੀ ਆਪਣਿਆਂ ਦੇ ਮੋਹਰੇ ਜਿਹੜਾ ਉਹ ਗੱਲ ਕਰਨੀ ਉਹਨਾਂ ਦੇ ਲਈ ਔਖੀ ਹੁੰਦੀ ਆ, ਸੋ ਅਨੋਨਿਮਸ ਹੋ ਕੇ ਗੋਪਨੀय ਹੋ ਕੇ ਜਿਹੜੀ ਉਹ ਗੱਲ ਕਰ ਸਕਦੇ ਆ। ਸੋ ਇਦਾਂ ਦੇ ਢਾਂਚੇ ਆਪਾਂ ਨੂੰ ਤਿਆਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਤੇ ਐਜ਼ ਏ ਕਮਿਊਨਿਟੀ ਆਪਾਂ ਨੂੰ ਇਸ ਚੀਜ਼ ਦਾ ਮਜ਼ਾਕ ਉਡਾਉਣ ਤੋਂ ਬਿਲਕੁਲ ਬੰਦ ਕਰਨਾ ਪੈਣਾ ਆ। ਤਾਂ ਹੀ ਜਿਹੜੀਆਂ ਮੈਂਟਲ ਜਾਂ ਇਦਾਂ ਦੇ ਅਬਿਊਜ਼ ਦੀਆਂ ਜਿਹੜੀਆਂ ਵੀ ਕਈ ਵਾਰੀ ਕੋਈ ਪ੍ਰੋਬਲਮਸ ਹੁੰਦੀਆਂ ਆ, ਉਹ ਤਾਂ ਹੀ ਸਾਹਮਣੇ ਜਿਹੜੀਆਂ ਉੱਭਰ ਕੇ ਆ ਸਕਦੀਆਂ। ਜੇ ਆਪਾਂ ਉਸ ਨੂੰ ਪਰਦੇ ਦੇ ਪਿੱਛੇ ਹੀ ਜਿਹੜਾ ਕਰਦੇ ਜਾਵਾਂਗੇ ਤਾਂ ਉਹ ਇੱਕ ਦਿਨ ਸਾਰਾ ਕੁਝ ਉਸ ਤੋਂ ਬਾਹਰ ਆ ਹੀ ਜਾਣਾ ਹੁੰਦਾ ਆ। ਸੋ ਇਸ ਲਈ ਆਪਾਂ ਉਸ ਨੂੰ ਪਹਿਲੋਂ ਖਤਮ ਕਰਨਾ ਹੈ, ਉਸ ਨੂੰ ਠੀਕ ਕਰਨਾ ਹੈ, ਨਾ ਕਿ ਉਸ ਨੂੰ ਸਿਰਫ ਲਕਾਈ ਜਾਣਾ ਆ। ਜੀ ਸੋ ਬਿਲਕੁਲ, ਜਿੰਨੇ ਪਰਿਵਾਰ ਵੀ ਆ, ਜਿੰਨੇ ਵੀ ਆਪਣੇ ਭੈਣ ਭਰਾ ਸੁਣਦੇ ਹੈਗੇ ਆ, ਜ਼ਰੂਰ ਜੇ ਕਿਸੇ ਵੀ ਪਰਿਵਾਰ ਨੂੰ ਤੁਸੀਂ ਆਪ ਹੀ, ਹਰ ਕੋਈ ਬੰਦਾ ਸੇਵਾਦਾਰ, ਸਿੱਖ ਕੌਮ ਤਾਂ ਹੈ ਹੀ ਸੇਵਾਦਾਰਾਂ ਦੀ ਕੌਮ ਆ। ਤੁਹਾਨੂੰ ਲੱਗਦਾ ਵੀ ਕਿਸੇ ਨਾ ਕਿਸੇ ਪਰਿਵਾਰ 'ਚ ਪ੍ਰੋਬਲਮ, ਤੁਸੀਂ ਸਲਾਹ ਦੇ ਸਕਦੇ, ਅਗਲਾ ਮੰਨੇ ਚਾਹੇ ਨਾ ਮੰਨੇ, ਹੈ ਨਾ। ਜੇ ਕਿਸੇ ਨੂੰ ਪ੍ਰੋਬਲਮ ਤੁਸੀਂ ਦੂਜੇ ਨਾਲ ਡਿਸਕਸ ਕਰ ਸਕਦੇ ਆ, ਹੋ ਸਕਦਾ ਹੋਪਫੁਲੀ ਉਹ ਤੁਹਾਡੀ ਕੋਈ ਨਾ ਕੋਈ ਹੈਲਪ ਕਰਦਾ ਹੈ। ਜੀ ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਹਰਦਿਆਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬੜੀ ਮਾੜੀ ਘਟਨਾ ਹੋਈ ਹੈ। ਮੈਂ ਵੀ ਤੁਹਾਡੇ ਕੋਲ ਹੁਣੇ ਰੇਡੀਓ ਤੋਂ ਸੁਣ ਰਿਹਾ ਸੀਗਾ। ਤੇ ਵੈਸੇ ਕਈ ਵਾਰੀ ਸਾਡੇ ਇਹੋ ਜਿਹੇ ਹਾਲਾਤ ਹੋ ਜਾਂਦੇ ਕਿ ਦੇਖੋ ਗਲਤੀ ਹਰੇਕ ਬੰਦੇ ਤੋਂ ਹੁੰਦੀ ਆ, ਹਰ ਬੰਦਾ ਹੀ ਕਰਦਾ ਹੈ, ਚਾਹੇ ਕਿਸੇ ਵੀ ਕੌਮ ਦਾ ਹੈ, ਕਿਸੇ ਮਜ਼ਹਬ ਦਾ ਹੈ। ਪਰ ਸਾਡੇ ਵਿੱਚ ਮੈਂ ਇੱਕ ਐਗਜ਼ਾਮਪਲ ਦਿੰਦਾ, ਪਿਛਲੇ ਸਾਲ ਬੇਕਰਸਫੀਲਡ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਹੋਈ ਸੀ ਜੀ, ਜੋ ਲੜਕੀ ਦੇ ਸਾਰਿਆਂ ਨੂੰ ਪਤਾ ਹੀ ਹੈ। ਬਿਲਕੁਲ ਉਹ ਸਾਡੇ ਆਹ ਇਲੈਕਟ੍ਰਲ ਮੀਡੀਆ ਜੀ ਤੇ ਹੋਰ ਪੰਜਾਬੀ ਮੀਡੀਆ, ਉਹਨਾਂ ਨੇ ਇੰਨਾ ਪਾਇਆ, ਮੈਂ ਕਿਹਾ ਲੈ ਵੀ ਇਹ ਬੰਦੇ ਨੂੰ ਵਿਚਾਰੇ ਨੂੰ ਮਾਰ ਕੇ ਛੱਡਣਗੇ। ਬਿਲਕੁਲ ਚਲੋ ਉਹ ਉਹੀ ਗੱਲ ਹੋਈ, ਉਹ ਵਿਚਾਰਾ ਸੁਈਸਾਈਡ ਕਰ ਗਿਆ। ਜੀ। ਉਹਦੀਆਂ ਫੋਟੋਆਂ ਪਾ ਦੂਜਿਆਂ ਮਤਲਬ ਵੀ ਬੇਲ ਕਰਾ ਕੇ ਨਿਕਲਿਆ ਉਹ ਆਏ ਆ। ਇਹ ਸਾਡੇ ਲੋਕਾਂ ਨੂੰ ਨਹੀਂ ਚਾਹੀਦਾ ਕਰਨਾ। ਜੇ ਕਿਸੇ ਨੇ, ਜੇ ਬੱਚੇ ਨੇ ਗਲਤੀ ਕੀਤੀ ਤਾਂ ਮਾਂ ਪਿਓ ਦਾ ਉਹਦੇ ਵਿੱਚ ਕੀ ਬਿਲਕੁਲ ਬਿਲਕੁਲ ਜੀ ਜੀ ਹੈ ਜੀ। ਉਹਨੂੰ ਸਗੋਂ ਹੌਸਲਾ ਦਿਓ ਬਈ, ਔਰ ਬੱਚਿਆਂ ਨੂੰ ਵੀ ਸਮਝਾਓ ਵੀ ਦੇਖੋ ਬੇਟੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜਿਹੜੀ ਆਪਾਂ ਗੱਲ ਪੁਰਾਣੇ ਸਮਿਆਂ ਦੀ ਕਰਦੇ ਆ, ਇੱਕ ਤਾਂ ਵੱਡੇ ਪਰਿਵਾਰ ਹੁੰਦੇ ਸੀ, ਦੂਜਾ ਉਦੋਂ ਹੁੰਦਾ ਸੀ ਲਿਸਨ ਐਂਡ ਓਬੇ। ਚਾਹੇ ਕਿਸੇ ਨੇ ਕਹਿਤਾ, ਤਾਏ ਨੇ, ਚਾਚੇ ਨੇ, ਕਿਸੇ ਨੇ ਕਹਿਤਾ, ਉਹਨੇ ਹੁਕਮ ਮੰਨਣਾ ਹੀ ਮੰਨਣਾ। ਅੱਜ ਘਾਟ ਆ ਗਈ ਹੈ ਮਾਂ ਪਿਓ ਦੀ ਵੀ ਹੈ, ਕਿਉਂਕਿ ਮਾਂ ਪਿਓ ਬੱਚਿਆਂ ਨੂੰ ਕਦੇ ਦੇਖੋ, ਮਾਂ ਹਮੇਸ਼ਾ ਜਦੋਂ ਰੋਟੀ ਪਾਣੀ ਬਣਾਉਂਦੀ ਸੀ ਬੱਚੇ ਕੋਲ ਬੈਠਦੇ ਸੀ ਹਾਂਜੀ, ਤਾਂ ਕਿ ਉਹਨਾਂ ਨੂੰ ਕੋਲੇ ਬੈਠੇ ਨੇ ਗੱਲਾਂ ਕੋਈ ਚੰਗੀਆਂ ਗੱਲਾਂ ਦੱਸਦੀ ਸੀ। ਹੁਣ ਮੈਨੂੰ ਚੰਗੀ ਤਰ੍ਹਾਂ ਯਾਦ ਆ, ਅਸੀਂ ਜਦੋਂ ਨਿੱਕੇ ਜਿਹੇ ਹੁੰਦੇ ਸੀ, ਸਾਡੀ ਮਾਂ ਨੇ ਕਹਿਣਾ, ਜਦੋਂ ਆਪਣੇ ਫਤਿਹਗੜ੍ਹ ਸਾਹਿਬ ਦੀ ਸਭਾ ਹੁੰਦੀ ਹੈ, ਉਹਨੇ ਕਹਿਣਾ ਦੇਖ ਲਓ ਉਦੋਂ ਆਮ ਹੀ ਮੀਂਹ ਪੈਂਦੇ ਨੇ, ਮਹਾਰਾਜ ਵੀ ਸਾਹਿਬਜ਼ਾਦਿਆਂ ਦੀ ਮਕਾਨ ਆਉਂਦੇ ਆ, ਜਾਣੀ ਉਹ ਸੈਂਟੀਮੈਂਟ ਜਿਹੇ ਹੋ ਜਾਂਦੇ ਬੰਦੇ ਦੇ, ਬੱਚੇ ਦੇ। ਤੇ ਹਾਂਜੀ, ਇਹੋ ਜਿਹੀਆਂ ਸਿੱਖਿਆਵਾਂ ਗੁਰਬਾਣੀ ਦੀ ਸਿੱਖਿਆ ਕੋਈ ਦਿੰਦੇ ਨਹੀਂ। ਆਪ ਫੋਨ ਤੇ ਜੁੜੇ ਹੋਏ ਆ, ਫੋਨ ਸੁੱਖ ਨਾਲ ਇੰਨਾ ਸਸਤਾ ਹੋ ਗਿਆ, ਬੱਚੇ ਆਪਣੇ ਥਾਂ ਤੇ। ਜੇ ਸਾਡੇ ਲਿੰਕ ਵਰਤੇ, ਉਹਨਾਂ ਬੱਚਿਆਂ ਨੂੰ ਪਿਆਰ ਨਾਲ ਸਮਝਾਓ। ਕਈ ਵਾਰੀ ਸਾਡੇ ਬੰਦੇ ਇਹੋ ਜਿਹੇ ਵੀ ਨੇ, ਮੈਂ ਜਾਣਦਾ ਆਪਣੇ ਪੰਜਾਬੀਆਂ 'ਚ, ਜੇ ਬੱਚਾ ਗਲਤੀ ਕਰਦਾ ਸਗੋਂ ਉਹਦੀ ਲੁਕਾਉਣ ਦੀ ਮਾਰੇ ਨਾ, ਲਓ ਜੀ ਬੱਚਿਆਂ ਨੂੰ ਆਜ਼ਾਦੀ ਹੈ ਜੀ, ਜਿਹਨਾਂ ਮਰਜ਼ੀ ਵਿਆਹ ਕਰਾਉਣ ਜੀ,
ਫਿਰ ਜਦੋਂ ਡਾਈਵੋਰਸ ਹੋ ਜਾਂਦੇ ਨੇ ਫਿਰ ਚੁੱਪ ਕਰ ਜਾਂਦੇ ਨੇ। ਜੀ ਥੈਂਕ ਯੂ ਧੰਨਵਾਦ ਹਰਦਿਆਲ ਬਹੁਤ-ਬਹੁਤ, ਜੀ। ਇਹ ਧੰਨਵਾਦ। ਵੱਖਰਾ ਚਲੋ ਉੱਦਾਂ ਇਹ ਟੌਪਿਕ ਹੈਗਾ ਆ, ਪਰ ਆਪਾਂ ਅੱਜ ਇਹ ਸੁਸਾਈਡ ਵਾਲੇ ਤੇ ਹੀ ਆਪਾਂ ਜੀ ਰੱਖਦੇ ਬਿਲਕੁਲ ਹਾਂ। ਫੋਕਸ ਜਿਹੜਾ ਆਪਾਂ ਨੂੰ ਉਸ ਚੀਜ਼ ਦੇ ਉੱਤੇ ਜਿਹੜਾ ਉਹ ਕਰਨ ਦੀ ਜ਼ਰੂਰਤ ਹੈ। ਇੱਕ ਨਹੀਂ ਕਈ ਪ੍ਰੋਬਲਮ ਹੁੰਦੀਆਂ ਹਰ ਬਿਲਕੁਲ। ਕਮਿਊਨਿਟੀ ਦੇ ਵਿੱਚ ਜਿਹੜੀਆਂ ਇਹ ਪ੍ਰੋਬਲਮ ਹੁੰਦੀਆਂ ਵੀ ਆਪਾਂ ਇਹ ਅੱਜ ਆਪਾਂ ਗੱਲ ਕਰ ਰਹੇ ਵੀ ਆਪਾਂ ਕਿੱਦਾਂ ਇੱਕ ਢਾਂਚਾ ਜਿਹੜਾ ਅਜਿਹਾ ਤਿਆਰ ਕਰ ਸਕਦੇ ਹਾਂ ਵੀ ਇੱਕ ਦੂਜੇ ਨੂੰ ਆਪਾਂ ਸਪੋਰਟ ਜਾਂ ਕਰ ਸਕੀਏ, ਬਹੁਤ- ਮਦਦ ਕਰ ਸਕੀਏ। ਬਿਲਕੁਲ ਜੀ। ਰਾਜਕਰਮੀ ਸਿੰਘ ਜੀ, ਢਾਂਚੇ ਹੈਗੇ ਵੀ ਆ, ਸੋ ਲੋਕਾਂ ਨੂੰ ਕਈਆਂ ਨੂੰ ਐਕਸੈਸ ਨਹੀਂ ਵੀ ਕਿੱਥੇ ਕੰਟੈਕਟ ਕਰਨਾ, ਕਿੱਥੇ ਜਾਣਾ ਹੈਗਾ, ਹਨਾ। ਸੋ ਰਾਈਟ ਜਾਂ ਨਾਓ ਜੇ ਬਿਲਕੁਲ। ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਮੈਜੋਰਟੀ ਨੂੰ ਨਹੀਂ ਪਤਾ ਹੈਗਾ ਵੀ ਜੀ। ਕੀ ਜਿਹੜਾ ਅਜਿਹੇ ਸਥਿਤੀ ਦੇ ਵਿੱਚ ਆਪਾਂ ਕੀ ਕੁਝ ਜਿਹੜਾ ਉਹ ਜੀ। ਕਰ ਸਕਦੇ ਹੈਗੇ ਆ। ਆਪਣੇ ਜਿਹੜੇ ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਆ, ਜੁੜੇ ਹੋਏ ਨੇ ਹਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀ ਜੀ। ਇਹ ਜਿਹੜਾ ਤੁਸੀਂ ਨੰਬਰ ਬੋਲ ਕੇ ਗਏ ਸੀ ਇਹ ਲੈਣਾ ਸੀ ਜੀ ਹਾਂਜੀ, ਤੁਹਾਨੂੰ ਦੱਸ ਹਾਂਜੀ ਦਿੰਦੇ ਆ, ਲਿਖ ਲਿਓ। ਹਾਂਜੀ, 1800 ਜੀ ਮੈਨੂੰ ਪੰਜਾਬੀ ਚ ਦੱਸ ਹਾਂਜੀ 1800 200 273 ਦੋ ਸਿਫਰਾਂ ਪਾਉਣੀਆਂ 1800। ਹਾਂਜੀ। ਤੁਸੀਂ ਇਦਾਂ ਕਰਿਓ ਮਾਤਾ ਜੀ, ਬਾਅਦ ਚ ਕਾਲ ਕਰ ਲਿਓ ਪ੍ਰੋਗਰਾਮ ਤੋਂ ਤੁਸੀਂ। ਬਾਅਦ ਦੇ ਵਿੱਚ ਹਾਂਜੀ, ਜਿਹੜਾ ਅੱਧੇ ਕਾਲ ਕਰ ਘੰਟੇ ਬਾਅਦ ਲਿਓ, ਕਾਲ ਕਰ ਦਿਓ, ਤੁਹਾਨੂੰ ਲਿਖਾ ਤੁਹਾਨੂੰ ਦਾਂਗੇ। ਜਿਹੜਾ ਫਿਰ ਲਿਖਾ ਦਾਂਗੇ। 10:30 ਵਜੇ ਤੁਸੀਂ ਕਾਲ ਹਾਂਜੀ। ਕਰ ਲਿਓ, ਤੁਹਾਨੂੰ ਜ਼ਰੂਰ ਨੰਬਰ ਆਪਾਂ ਇਹ ਲਿਖਾ ਦੇਵਾਂਗੇ। ਉੱਦਾਂ ਅਸੀਂ ਇੱਕ ਵਾਰੀ ਬੋਲ ਦਿੰਨੇ ਆ, ਜੀ। 1800 273 8255 ਜੀ। 1800 273 8255 ਦੇ ਉੱਤੇ ਜਿਹੜੀ ਉਹ ਤੁਸੀਂ ਜਿਹੜੀ ਸੁਸਾਈਡ ਪ੍ਰੀਵੈਂਸ਼ਨ ਹੈਲਪਲਾਈਨ ਆ ਉਸ ਦੇ ਨਾਲ ਤੁਸੀਂ ਉੱਥੇ ਗੋਪਨੀय ਤਰੀਕੇ ਦੇ ਨਾਲ ਜਿਹੜੀ ਗੱਲ ਆ ਉੱਥੇ ਕਰ ਸਕਦੇ ਆ। ਅਗਲੇ ਕਾਲਰ ਨੇ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ ਜੀ। ਹਾਂਜੀ ਵੀਰ ਜੀ, ਗੱਲ ਤਾਂ ਇਹ ਹੈ ਵੀ ਬਹੁਤ ਮਾੜੀ ਘਟਨਾ ਹੋਈ ਹੈ ਪਿੱਛੇ। ਆ ਦੇਖੋ ਪੰਜਾਬ 'ਚ ਪਿਛਲੇ ਵੀ ਖਬਰ ਸੀਗੀ ਕਿ ਇੱਕ ਔਰਤ ਨੇ ਆਪਣੇ ਬੱਚੇ ਨੂੰ ਮਾਰ ਦਿੱਤਾ, ਹਨਾ। ਕਿੰਨੇ ਰੌਂਗਟੇ ਖੜੇ ਹੋ ਗਏ ਸੀ। ਜੀ। ਪਰ ਇੱਥੇ ਇਹ ਸੁਣਿਆ, ਦੇਖੋ ਇੱਕ ਪਿਓ ਨੇ ਏਦਾਂ ਕੀਤੀ। ਚਲੋ ਕੋਈ ਕਿਹੜੀ ਵੀ ਸਿਚੁਏਸ਼ਨ ਸੀਗੀ, ਜੋ ਵੀ ਸੀਗੀ, ਬਹੁਤ ਮਾੜੀ ਘਟਨਾ ਆ। ਜੀ। ਪਰ ਇਹਦੇ ਵਿੱਚ ਜਿਹੜਾ ਤੁਸੀਂ ਕੀਤਾ ਢਾਂਚਾ ਬਣਾਉਣ ਦੀ ਗੱਲ, ਇਹ ਬਹੁਤ ਜ਼ਰੂਰੀ ਆ ਆਪਣੇ ਕਮਿਊਨਿਟੀ ਦੇ ਵਿੱਚ। ਜੀ। ਜਿੱਦਾਂ ਕਾਉਂਸਲਿੰਗ ਕਰਨ ਵਾਸਤੇ ਗੁਰਦੁਆਰਿਆਂ ਦੇ ਵਿੱਚ ਬਿਲਕੁਲ। ਇਹ ਜ਼ਰੂਰ ਕਰਨ, ਹਨਾ। ਜੀ। ਤੇ ਮੈਂ ਤੇ ਇੱਥੇ ਤੱਕ ਵੀ ਚਾਹੁੰਦਾ ਕਿ ਇਦਾਂ ਦੀ ਆਰਗੇਨਾਈਜੇਸ਼ਨ ਬਣੇ ਕਿ ਕਿਸੇ ਨੂੰ ਅਗੇ ਫਾਈਨੈਂਸ਼ੀਅਲ ਪ੍ਰੋਬਲਮ ਹੈਗੀ ਆ, ਉਹ ਵੀ ਸੀਕ੍ਰੇਟ ਤੌਰ ਤੇ ਜੀ। ਮਤਲਬ ਦੱਸਿਆ ਨਾ ਜਾਵੇ। ਕਿਸੇ ਨੂੰ ਜ਼ਰੂਰਤ ਹੋਵੇ ਉਹ ਹੈਲਪ ਲੈ ਸਕਣ ਇੱਕ ਦੂਜੇ ਦੀ, ਹਨਾ। ਬਿਲਕੁਲ। ਹੈਲਪ ਕਰਨੀ ਵੀ ਚਾਹੀਦੀ, ਇਹਦਾ ਢਾਂਚਾ ਤਿਆਰ ਨਹੀਂ, ਕਰਨਾ ਨਹੀਂ, ਚਾਹੀਦਾ ਬਿਲਕੁਲ, ਕਿਸ ਤਰ੍ਹਾਂ। ਬਿਲਕੁਲ। ਤੇ ਜੀ। ਨੰਬਰ 2 ਦੇਖੋ, ਤੁਸੀਂ ਆਪਣੀ ਕਮੇਟੀ ਦੇ ਵਿੱਚ ਬਾਕੀ ਜਿੱਦਾਂ ਬੇਕਰਸਫੀਲਡ ਹੋਇਆ ਸੀਗਾ, ਉਹ ਸਿੰਘਣੀ ਨੇ ਗਲਤ ਜੀ। ਕੰਮ ਕੀਤਾ, ਬੱਚੇ ਨੇ ਗਲਤ ਕੰਮ ਕੀਤਾ, ਉਹ ਬੰਦੇ ਨੇ ਸੁਸਾਈਡ ਕਰਨੀ ਪਈ। ਕਿਉਂਕਿ ਆਪਣੀ ਕਮਿਊਨਿਟੀ 'ਚ ਬੰਦੇ ਏਦਾਂ ਦੇ ਗੰਦੇ ਕੀੜੇ ਨੇ ਜਿਹੜੇ ਕਿ ਬੰਦੇ ਨੂੰ ਇੰਨਾ ਕੁ ਪ੍ਰਭਾਵਿਤ ਕਰ ਦਿੰਦੇ ਆ, ਉਹ ਜੀ। ਸੁਸਾਈਡ ਤੱਕ ਕਰ ਲੈਂਦੇ ਆ ਨਾ। ਬਿਲਕੁਲ, ਇਹ ਵੀ ਹਟਣਾ ਚਾਹੀਦਾ। ਆਪਣੀ ਕਮਿਊਨਿਟੀ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਆ, ਬਿਲਕੁਲ। ਨਾ ਕਿ ਇਹਨੂੰ ਨੀਵਾਂ ਦਿਖਾਉਣ ਲਈ ਜੀ, ਕਰਨਾ ਬਿਲਕੁਲ। ਚਾਹੀਦਾ। ਧੰਨਵਾਦ ਜੀ। ਸੋ Thank you ਬਿਲਕੁਲ, ਜੀ। ਜੇ ਕਿਸੇ ਵੀ ਪਰਿਵਾਰ ਨਾਲ ਹੁੰਦਾ, ਤੁਸੀਂ ਇਹ ਸੋਚੋ ਵੀ ਸਾਡਾ ਭੈਣ ਭਰਾ ਆ। ਕੱਲ ਨੂੰ ਰੱਬ ਨਾ ਕਰੇ ਕਿਤੇ ਤੁਹਾਡੇ ਨਾਲ ਉਦਾਂ ਦੀ ਸਿਚੁਏਸ਼ਨ ਬਣ ਜਾਏ, ਸੋ ਕਿਸੇ ਦਾ ਵੀ ਜਿਹੜਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਹੈ। ਜੀ। ਹਰਜਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ। ਮੈਂ ਸਿਰਫ ਇਹ ਦੱਸਣਾ ਚਾਹੁੰਦੀ ਸੀਗੀ ਕਿ ਤੁਸੀਂ ਹਾਂਜੀ ਫੋਨ ਦੇ ਉੱਤੇ ਗੱਲ ਕਰੋ, ਰੇਡੀਓ ਦੀ ਆਵਾਜ਼ ਹਾਂਜੀ। ਬਾਅਦ 'ਚ ਸੁਣਿਓ। ਹਾਂਜੀ ਭੈਣ ਜੀ। ਹਾਂ, ਮੈਂ ਵੀ ਜਿੱਦਾਂ ਹੈਲਥ EMPLOYE ਹਾਂ, ਜੋ ਕੁਝ ਵੀ ਹੋਇਆ ਨਾ ਇਟਸ ਰੀਅਲੀ ਬੈਡ ਫॉर द ਕਮਿਊਨਿਟੀ। ਹਾਂਜੀ। ਤੇ ਸਾਡੇ ਕੋਲ ਕੋਈ ਇੰਨੇ ਰਿਸੋਰਸਸ ਵੀ ਹੈ ਨਹੀਂ ਆਪਣੀ ਕਮਿਊਨਿਟੀ ਦੇ ਵਿੱਚ, ਔਰ ਆਪਣੇ ਲੋਕ ਰਿਸੋਰਸਸ ਲੈਣਾ ਵੀ ਨਹੀਂ ਚਾਹੁੰਦੇ। ਜੀ। ਜੀ। I am health EMPLOYE since like 20 years. I never see one Indian comes to be got any in Punjabi interpreter. ਹਾਂਜੀ। Hispanic people ਭਾਵੇਂ ਕਿੰਨੇ ਵੀ ਫਲੂਐਂਟ ਹੁੰਦੇ ਇੰਗਲਿਸ਼ 'ਚ, ਉਹ ਆਲਵੇਜ਼ ਇੰਟਰਪ੍ਰੀਟਰ ਮੰਗਦੇ ਆ। ਹਾਂਜੀ। ਬਿਲਕੁਲ। ਫਿਰ ਆਪਣੀ ਕਮਿਊਨਿਟੀ ਨੂੰ ਮਜ਼ਾਕ ਤੇ ਵੀ ਇਹ ਤਾਂ ਪਤਾ ਹੀ ਆਪਾਂ ਠੀਕ ਨਹੀਂ ਕਰ ਸਕਦੇ, ਕਿਉਂਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਨਹੀਂ ਕੋਈ ਸਿੱਖਿਆ ਦਿੱਤੀ ਜਾਂਦੀ। ਜੀ। ਉੱਥੇ ਉਹ ਸ਼ਬਦ ਪੜ੍ਹਦੇ ਆ, ਪਰ ਬੱਚਿਆਂ ਨੂੰ ਕੋਈ ਉਹਦੀ ਅੰਡਰਸਟੈਂਡਿੰਗ ਹੁੰਦੀ ਆ, ਉਹਦਾ ਐਕਸਪਲੇਨੇਸ਼ਨ ਆਉਂਦਾ ਨਾਲ ਉਹਨਾਂ ਨੂੰ। ਸਕਰੀਨਾਂ ਅਸੀਂ ਲਾਉਂਦੇ ਆ ਜਦੋਂ ਬੱਚੇ ਉੱਥੇ ਨਹੀਂ ਹੁੰਦੇ ਉਦੋਂ। ਬਾਕੀ ਮੈਂ ਤੁਹਾਨੂੰ ਇਹ ਦੱਸਣਾ ਕਿ ਹਰ ਹਸਪੀਟਲ ਦੇ ਵਿੱਚ, ਹਰ ਡਾਕਟਰ ਦੇ ਕਲੀਨਿਕ ਦੇ ਵਿੱਚ ਸੋਸ਼ਲ ਵਰਕਰ, ਕਾਉਂਸਲਰ ਦੇ ਨੰਬਰਸ ਹੁੰਦੇ ਆ। ਜੀ। ਉਹ ਤੁਹਾਡੇ ਨਾਲ ਤੁਹਾਡੇ ਘਰ ਆ ਕੇ ਪ੍ਰਾਈਵੇਟਲੀ ਗੱਲ ਕਰ ਸਕਦੇ ਆ। ਜੀ। They cannot tell anybody about your social life or anything about your life. ਧੰਨਵਾਦ ਜੀ। ਥੈਂਕ ਯੂ ਤੇ ਜੀ। ਫਿਰ ਉਹ ਤੁਹਾਨੂੰ ਇਹ ਨਹੀਂ ਕਿ ਜੇ ਤੁਸੀਂ ਆਪਣੇ ਘਰ ਦੇ ਵਿੱਚ ਵੀ ਫੀਲ ਨਹੀਂ ਓਪਨਲੀ ਨਹੀਂ ਗੱਲ ਕਰ ਸਕਦੇ, ਉਹ ਤੁਹਾਨੂੰ ਬਾਹਰ ਪਾਰਕ ਦੇ ਵਿੱਚ ਲੈ ਕੇ ਜਾ ਸਕਦੇ ਆ, ਕਿਉਂਕਿ ਉਹਨਾਂ ਨੂੰ ਉਹ ਫੰਡਿੰਗ ਮਿਲੀ ਹੁੰਦੀ ਆ ਜੀ। ਆਪਣੇ ਪੇਸ਼ੈਂਟ ਨੂੰ ਬਾਹਰ ਲੈ ਕੇ ਜਾਣ ਲਈ। ਬਿਲਕੁਲ। ਬਿਲਕੁਲ।
ਉਹ ਬਾਹਰ ਤੁਹਾਨੂੰ ਪਾਰਕ ਦੇ ਵਿੱਚ ਤੁਹਾਨੂੰ ਜੇ ਬੀਚਸ ਤੇ ਲੈ ਕਿਸੇ ਕੇ ਵੀ ਜਾਂਦੇ, ਸੇਫ even ਇਨਵਾਇਰਨਮੈਂਟ ਕਿਸੇ ਦੇ ਵਿੱਚ ਜਿੱਥੇ ਉਹ ਗੱਲ ਕਰ ਸਕਦੇ ਉਹ ਪ੍ਰੋਵਾਈਡ ਕਰਦੇ ਹਾਂਜੀ, ਕਈ ਵਾਰੀ ਜੀ। ਤੁਹਾਡਾ ਕਿ ਫੈਮਿਲੀ ਐਨਵਾਇਰਨਮੈਂਟ ਇੰਨਾ ਗੰਦਾ ਹੁੰਦਾ ਆ ਕਿ ਤੁਸੀਂ ਉੱਥੇ ਬੈਠ ਕੇ ਗੱਲ ਵੀ ਨਹੀਂ ਕਰ ਸਕਦੇ ਔਰ ਤੁਸੀਂ ਜੀ। ਠੀਕ ਵੀ ਨਹੀਂ ਹੋ ਸਕਦੇ। ਜੀ ਈਵਨ ਇਫ ਯੂ ਵਾਂਟ ਟੂ ਗੋ ਟ੍ਰਿਪ ਦੇ ਪੇ ਫॉर दैट। ਜੀ ਬਿਲਕੁਲ ਜੀ ਧੰਨਵਾਦ ਜੀ। ਥੈਂਕ ਯੂ ਹਰਜਿੰਦਰ ਜੀ। ਦੇਖੋ ਆਪਣੇ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਹੈਗਾ ਕਿ ਇਹ ਵੀ ਜਿਹੜੇ ਰਿਸੋਰਸਸ ਹੈਗੇ ਅਮਰੀਕਾ ਦੇ ਵਿੱਚ ਫ੍ਰੀ ਹੈਗੇ ਆ। ਜੀ ਜੀ ਥੈਂਕ ਯੂ। ਤੇ ਉਹ ਮੈਂ ਤੇ ਇਹ ਕਹਿੰਦੀ ਆ ਕਿ ਆਪਣੇ ਲੋਕਾਂ ਨੂੰ ਐਜੂਕੇਸ਼ਨ ਜਿਹੜੀ ਹੈਗੀ ਆ ਸੋਸ਼ਲ ਲਾਈਫ ਦੀ ਇਹ ਮਿਲਣੀ ਚਾਹੀਦੀ ਹੈ, ਜਦ ਕਿ ਨਾ ਕਿ ਇਹਨਾਂ ਨੂੰ ਸਿੱਖੀ ਤੇ ਪੱਗਾ ਬੰਨ ਕੇ ਬਹੁਤ ਦਿਖਾ ਚੁੱਕੇ ਔਰ ਲੰਗਰ ਵੀ ਨਹੀਂ ਇੰਨੇ ਭੈਣ ਜੀ ਇਹ ਖਿਲਾ ਦੋਨੋਂ ਨਹੀਂ, ਵੱਖੋ ਇਹ ਨਹੀਂ ਗੱਲ ਵੱਖਰੀਆਂ ਹੈ। ਚੀਜ਼ਾਂ। ਤੁਸੀਂ ਹੁਣ ਪਹਿਲਾਂ ਕਿਹਾ ਵੀ ਨਿਆਣਿਆਂ ਨੂੰ ਪਤਾ ਨਹੀਂ ਹੁੰਦਾ, ਰਾਈਟ? ਤੁਸੀਂ ਜੇ ਚੁੱਕੇ। ਰੇਡੀਓ ਸੁਣਦੇ ਆ ਆਪਣੀਆਂ Okay. ਕਿੰਨੀਆਂ ਕੁੜੀਆਂ ਨੇ ਕਿਹਾ ਕਿ ਉਹਨੂੰ ਕੁੜੀ ਨੂੰ ਦੱਸ, ਪਰ ਸ਼ੀ ਇਜ਼ ਇਨੋਸੈਂਟ, ਸ਼ੀ ਡਿਡ ਦ ਮਿਸਟੇਕ। ਉਹਨੂੰ ਐਜੂਕੇਸ਼ਨ, ਉਹਦੀ ਫੈਮਿਲੀ ਨੂੰ ਐਜੂਕੇਸ਼ਨ ਕਿਸੇ ਨੇ ਨਹੀਂ ਦਿੱਤੀ, ਕਿਸੇ ਨੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ ਕਿ ਤੁਹਾਡੀ ਇਹ ਮਿਸਟੇਕ ਜਿਹੜੀ ਸੀਗੀ ਇਹ ਹੋ ਸਕਦੀ ਸੀਗੀ। ਸੋ ਖਬਰ ਉਹ ਬੱਚੇ ਇੱਕ ਦੇ ਕਰਕੇ ਤੁਸੀਂ ਸਾਰਿਆਂ ਨੂੰ ਤਾਂ ਨਹੀਂ ਨਾ ਜਿਹੜਾ ਉਹ ਆਖ ਸਕਦੇ। ਡੈਫੀਨੇਟਲੀ ਜਿਹੜੇ ਰਿਸੋਰਸਿਸ ਅਵੇਲੇਬਲ ਆ, ਤੁਸੀਂ ਜਿਹੜੀਆਂ ਪੱਗਾਂ ਨੂੰ ਲੈ ਕੇ ਤੁਹਾਡੀ ਹੋ ਸਕਦਾ ਵੀ ਤੁਹਾਡੀ ਕੋਈ ਨਫ਼ਰਤ ਹੋਵੇ ਕਿਸੇ ਦੇ ਜੀ। ਨਾਲ, ਉਹ ਵੱਖਰੀ ਗੱਲ ਹੈਗੀ ਆ। ਤੁਸੀਂ ਇਹ ਨਹੀਂ ਜਿਹੜਾ ਕਹਿ ਸਕਦੇ। ਤੁਹਾਨੂੰ ਕੀ ਲੱਗਦਾ ਵੀ ਹੋਰ ਕਮਿਊਨਿਟੀ 'ਚ ਇਹ ਚੀਜ਼ਾਂ ਜਿਹੜੀਆਂ ਨਹੀਂ ਹੁੰਦੀਆਂ? ਸੋ ਜਿਹੜੀ ਚੀਜ਼ ਦਾ ਮੁੱਦਾ ਆ ਉਸ ਚੀਜ਼ ਦੇ ਉੱਤੇ ਜਿਹੜੀ ਉਹ ਗੱਲ ਕਰਨ ਦੀ ਨਾਲੇ ਇਹ ਆ ਵੀ ਜ਼ਰੂਰਤ ਜਿਹੜੇ ਹੈ। ਬੱਚੇ ਆ ਨਾ ਅੱਜ ਕੱਲ੍ਹ ਰਾਜਕੁਮਾਰ ਵੀਰ ਸਿੰਘ ਜੀ, ਸਾਰੇ ਕੋਈ YouTube ਫੇਸਬੁੱਕ ਕਿਤੇ ਵੀ ਗੁਰਬਾਣੀ ਸਾਰਾ ਕੁਝ ਇੰਗਲਿਸ਼ ਟਰਾਂਸਲੇਸ਼ਨ। ਹੁਣ ਆਪਾਂ ਹਰ ਰੋਜ਼ ਸਵੇਰੇ ਇੰਗਲਿਸ਼ ਦੇ ਵਿੱਚ ਭਾਈ ਸੁੱਖਾ ਸਿੰਘ 8 ਸਾਲ ਹੋ ਗਏ ਆ ਜਿਹੜਾ ਹੁਕਮਨਾਮਾ ਸਾਹਿਬ ਦਰਬਾਰ ਸਾਹਿਬ ਤੋਂ ਆਉਂਦਾ, ਇੰਗਲਿਸ਼ 'ਚ ਉਹ 6-7 ਮਿੰਟ ਦਾ ਪੂਰਾ ਟਰਾਂਸਲੇਸ਼ਨ ਕਰਦੇ ਆ। ਜੇ ਜੀ। ਬੱਚਿਆਂ ਨੇ ਸੁਣਨਾ ਹੋਵੇ ਉਹ ਹੁਕਮਨਾਮੇ 'ਚੋਂ ਹੀ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ। ਸਿਰਫ 5-6 ਮਿੰਟ ਦਾ ਹੀ ਕੰਮ ਹੁੰਦਾ ਉਹ ਤੁਹਾਡੇ ਜਿਹੜੇ ਜ਼ਿੰਦਗੀ ਦੇ ਤੁਸੀਂ ਉੱਥੇ ਸਪੈਂਡ ਕਰਨੇ ਆ। ਜੀ ਬਿਲਕੁਲ, ਇਹ ਤਾਂ ਹੈ। ਹੁਣ ਜਿਹੜੀਆਂ ਲੱਗੇ ਆ ਉੱਥੇ ਜਿਹੜੇ ਪਿੱਛੇ ਗੱਲ ਕਰਦੇ ਸੀ ਉਹ ਤਾਂ ਆਲ ਦਾ ਟਾਈਮ ਲੱਗੇ ਰਹਿੰਦੇ ਆ। ਜੀ। ਨਿਆਣੇ ਜਾਂਦੇ ਨਹੀਂ ਜਾਂਦੇ, ਉਹ ਇੱਕ ਡਿਫਰੈਂਟ ਜਿਹੜੀ ਉਹ ਸਟੋਰੀ ਜਿਹੜੀ ਉਹ ਹੈਗੀ ਆ। ਸੋ ਉਸ ਚੀਜ਼ ਨੂੰ ਇਸ ਚੀਜ਼ ਦੇ ਨਾਲ ਤੁਹਾਨੂੰ ਕੰਪੇਅਰ ਕਰਨ ਦੀ ਨਹੀਂ ਜ਼ਰੂਰਤ। ਇਹ ਤੁਹਾਨੂੰ ਤੁਸੀਂ ਇਹ ਕਹਿ ਸਕਦੇ ਵੀ ਹਾਂ ਵੀ ਉੱਥੇ ਢਾਂਚਾ ਜਿਹੜਾ ਉਹ ਸਟਰੋਂਗ ਕਰ ਸਕਦੇ ਆ, ਰਿਸੋਰਸਿਸ ਜਿਹੜੇ ਆ ਉਹ ਤੁਸੀਂ ਜਿਹੜੇ ਆ ਉਹ ਯੂਜ਼ ਕਰ ਸਕਦੇ ਆ। ਤੁਸੀਂ ਹੋਰ ਹੀ ਪਾਸੇ ਨੂੰ ਆਪਣੀ ਜਿਹੜੀ ਆ ਜੀ। ਕਿੜ ਕੱਢਣ ਜਿਹੜੀ ਉਹ ਲੱਗੇ, ਉਹ ਠੀਕ ਗੱਲ ਨਹੀਂ ਹੈਗੀ ਤੁਹਾਡੀ। ਜਿਹੜੀ ਅਗਲੇ ਕਾਲਰ ਨੇ ਸਤਨਾਮ ਸਿੰਘ ਜੀ ਨਿਊ ਜਰਸੀ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ। ਮੈਂ ਇੱਥੇ ਵੀ ਆਪਣੇ ਮੈਂ ਟਰੱਕ ਚਲਾਉਣਾ ਸੀਪੋਰਟ ਤੇ ਆਪਣੇ ਪੰਜਾਬੀ ਸਾਰਿਆਂ ਨੂੰ ਕਹਿੰਦਾ ਸੁਣਿਆ ਕਰੋ ਪੰਜਾਬੀ ਰੇਡੀਓ USA। ਹਾਂਜੀ। ਸੋ ਉਹ ਡਰਾਈਵਰ ਸਾਰੇ ਉਹਨਾਂ ਨੂੰ ਚਲੋ ਸੁਣਦੇ ਨੇ, ਪਰ ਖਾਲਸਾ ਜੀ ਗੁਰੂ ਮਹਾਰਾਜ ਨੇ ਬੜਾ ਕੁਝ, ਜਿਹੜਾ ਗੁਰੂ ਗ੍ਰੰਥ ਸਾਹਿਬ ਆਪਣੇ ਕੋਲ ਉਹ ਬਹੁਤ ਵੱਡਾ ਇੱਕ ਆਪਣਾ ਇੱਕ ਵਰਲਡ 'ਚ ਜਿਹਨੇ ਵੀ ਉਹਨੂੰ ਪੜ੍ਹਿਆ ਉਹ ਹੀ ਜਾਗ ਪਿਆ। ਗੁਰੂ ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ, ਮਰਨਾ ਖਸਮ ਵਸਾਰ ਖੁਆਰੀ ਕਿੰਨੀ ਤ੍ਰਿਕ ਜਵਨ ਨਹੀਂ ਰਹਿਣਾ। ਗੁਰੂ ਮਹਾਰਾਜ ਨੇ ਕਿਹਾ ਖਾਣ ਪੀਣ ਹੱਸਣ ਦੇ ਇਨਸਾਨ ਮੌਤ ਨੂੰ ਚਲਾ ਜਾਂਦਾ ਹੈ, ਪਰ ਪ੍ਰਭੂ ਨੂੰ ਵਿਸਾਰ ਕੇ ਪ੍ਰਭੂ ਤੇ ਉਹਨੂੰ ਵਿਸਾਰ ਕੇ ਆਪਾਂ ਕਿਤੇ ਨਹੀਂ ਜਾ ਸਕਦੇ ਜੇ ਗੁਰਮੁਖੀ ਜਿਹਨੂੰ ਗੁਰਮੁਖੀ ਆਉਂਦੀ ਪੰਜਾਬੀ। ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ, 5 ਬਾਣੀਆਂ ਜਿਹੜੀਆਂ ਸਵੇਰ ਦੀਆਂ, 2 ਬਾਣੀਆਂ ਸ਼ਾਮ ਦੀਆਂ। ਜੇ ਤੁਸੀਂ ਚਲੋ 2 ਸਾਲ 'ਚ ਯਾਦ ਕਰ ਲਓ, ਪਰ ਇੱਕ ਜਪਣਾ ਇੱਕ ਪੜ੍ਹਨਾ ਗੁਟਕਾ ਸਾਹਿਬ ਤੋਂ ਜਪਣਾ ਜਿਹੜਾ ਤੁਸੀਂ ਅੰਦਰ ਕਰਦੇ ਹੋ, ਧਿਆਨ ਧਰ ਕੇ ਜਪਣਾ। ਹਰ ਕੋਈ ਸਿੱਖ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਚੀਜ਼ਾਂ ਗੁਰਬਾਣੀ ਜਿਹੜੀ ਹੈ ਇਹ ਗੁਰੂ ਮਹਾਰਾਜ ਨੇ ਸਾਰਾ ਕੁਝ ਕਿਹਾ ਨਾ ਬਈ, ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹਿ ਸੰਗ ਕਰਕੇ ਪਾਪੇ ਤੂੰ ਆਪਣੇ ਨਾਮ ਜਪੋ ਰੰਗ ਜਾਨ ਕੋ ਕਾਵਾ ਆਪਣੇ ਕਰ ਜਾਨ ਜੋ ਤੂੰ ਕਰਾ ਕਰਾਵੇ ਸਵਾਮੀ ਸਾਹਿਬ ਮਸਲਤ ਕੌਣ ਪਾਤ ਪਰਮੇਸ਼ਰ ਗਾਤ ਨਾਰਾਇਣ ਧਨ ਕੋ ਪਾਲ ਗੁਣ ਸਾਖੀ ਚਰਨ ਸਰਮ ਨਾਨਕ ਦਾਸ ਹਰ ਸੰਤੀਏ ਬਲਜਾਰੀ। ਗੁਰੂ ਮਹਾਰਾਜ ਇਹ ਸਾਰੇ ਆਪਣਾ ਬੇਨਤੀ ਹੈ ਕਿ ਜਪਜੀ ਸਾਹਿਬ ਦੇ ਪਾਠ ਜ਼ਰੂਰ ਕੰਠ ਕਰੋ ਜ਼ਬਾਨੀ। ਤੁਸੀਂ ਭਾਈ ਹਰਜੋਤ ਸਿੰਘ ਖਾਲਸਾ ਨੂੰ ਵੇਖ ਲਓ, ਰਾਜਕਰਨ ਵੀਰ ਪੂਰਨ ਗੁਰਸਿੱਖ ਨੇ, ਜਦੋਂ ਫੇਸਬੁੱਕ ਤੇ ਵੇਖਦੇ ਆ ਕਿੰਨੇ ਸੋਹਣੇ ਲੱਗਦੇ ਨੇ ਬੈਠੇ। ਕਿਉਂ ਅਸੀਂ ਜੇ ਚਲੋ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕਲੇਸ਼ ਹੋ ਜੋ ਮਰਜ਼ੀ, ਆਪਣਾ ਹਰ ਬੰਦੇ ਦੇ ਆਪਣੀ ਖੁਸ਼ੀ ਉਹਦੀ। ਸਾਡੀ ਸਿੱਖੀ ਨੇ ਕਦੀ ਵੀ ਨਹੀਂ ਕਿਸੇ ਨੂੰ ਕਿਹਾ ਤੁਸੀਂ ਅੱਗੇ ਨਾਲ ਕਿਰਪਾਨ ਗਾਤਰਾ ਪਾਓ। ਜਿਹੜਾ ਜਪੇਗਾ ਉਹਦੇ ਘਰ ਕਦੀ ਦੁੱਖ ਨਹੀਂ ਆਵੇਗਾ। ਧੰਨਵਾਦ ਭਾਜੀ, ਬਹੁਤ ਕਿਉਂਕਿ ਕਾਫੀ ਕਾਲਾਂ ਆ ਜੀ। ਬਹੁਤ ਧੰਨਵਾਦ ਜੀ। ਤੇ ਆਪਾਂ ਹਰਜੋਤ ਸਿੰਘ ਜੀ ਇਨਫੈਕਟ ਇੱਥੇ ਆਪਾਂ ਇੱਕ ਬ੍ਰੇਕ ਵੀ ਲੈਣੀ ਆ, ਤੇ ਬ੍ਰੇਕ ਤੋਂ ਪਹਿਲਾਂ ਜ਼ਰੂਰ ਆਪਾਂ ਰਾਜਕੁਮਾਰ ਸਿੰਘ ਜੀ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਨੀ ਵੀ ਆਪਣੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਆਪਣੀਆਂ ਭੈਣਾਂ ਨਰਸਸ ਹੈਗੀਆਂ ਆ, ਡਾਕਟਰਸ ਆ, ਸਾਈਕੈਟ੍ਰਿਕ ਫੀਲਡ ਦੇ ਵਿੱਚ ਆ, ਆਪਣੇ ਭਰਾ ਵੀ ਹੈਗੇ ਆ। ਜਿਸ ਤਰ੍ਹਾਂ ਫਰੀਮੌਂਟ ਗੁਰੂ ਘਰ, ਕਈ ਗੁਰੂ ਘਰਾਂ ਦੇ ਵਿੱਚ ਡਾਕਟਰ ਵੀ ਆਉਂਦੇ ਆ, ਸੰਡੇ ਨੂੰ ਫ੍ਰੀ ਇਲਾਜ ਕਰਦੇ ਆ, ਫ੍ਰੀ। ਸੋ ਇੱਦਾਂ ਦੇ ਵੀ ਜੇ ਕੋਈ ਸੇਵਾ ਕਰਨੀ ਚਾਹੁੰਦਾ ਹੋਵੇ,
ਆਪਣੇ ਆਪਣੇ ਏਰੀਏ ਦੇ ਗੁਰੂ ਘਰ 'ਚ ਤੁਸੀਂ ਕਰ ਸਕਦੇ ਆ। ਇਹ ਬਹੁਤ ਜ਼ਰੂਰੀ ਆ। ਤੁਸੀਂ ਹੋਰ ਕਮਿਊਨਿਟੀਆਂ 'ਚ ਜਾਂ ਹੋਰ ਮੋਰਮਨ ਧਰਮ ਵੱਲ ਦੇਖ ਲਓ, ਹੋਰ ਚਰਚਿਜ਼ ਵਾਲੇ ਦੇਖ ਲਓ, ਉਹ ਕਿੱਦਾਂ ਉੱਥੇ ਜਾ ਕੇ ਜਿਹੜੇ ਸੇਵਾ ਕਰਦੇ, ਵਲੰਟੀਅਰ ਕਰਦੇ, 80 ਸਾਲਾਂ ਦੇ ਬਜ਼ੁਰਗ ਵੀ ਹਸਪਤਾਲਾਂ 'ਚ ਜਿਹੜੇ ਸੇਵਾ ਕਰਦੇ ਹੈਗੇ ਆ। ਤੁਸੀਂ ਦੇਖੋ ਵੀ ਇੱਦਾਂ ਜਿਹੜੇ ਵੀ ਗੁਰੂ ਘਰ ਆ ਉਹਨਾਂ ਨੂੰ ਜਿਹੜੇ ਮਨੋਵਿਗਿਆਨਿਕ ਸਾਈਕੈਟਰਿਸਟ ਜਿਹੜੇ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਜਿਹੜੇ ਹੈਗੇ ਆ ਉਹਨਾਂ ਦੇ ਫੋਨ ਨੰਬਰ ਹੋਣੇ ਚਾਹੀਦੇ ਆ। ਬਿਲਕੁਲ। ਜੇ ਕੋਈ ਕੱਲ ਨੂੰ ਉੱਥੇ ਗੁਰੂ ਘਰ ਦੇ ਵਿੱਚ ਕੋਈ ਆਉਂਦਾ ਆ ਇਹ ਆਪਣੀ ਸਮੱਸਿਆ ਲੈ ਕੇ, ਅਤੇ ਤੁਸੀਂ ਉਸ ਨੂੰ ਉਹਨਾਂ ਦੇ ਨਾਲ ਕੌਨਫੀਡੈਂਸ਼ੀਅਲ ਤਰੀਕੇ ਦੇ ਨਾਲ ਉਸ ਦੇ ਨਾਲ ਸੰਪਰਕ ਜਿਹੜਾ ਉਹ ਕਰਵਾ ਸਕਦੇ ਆ। ਐਟਲੀਸਟ ਜਿਹਨੇ ਵੀ ਆਪਣਾ ਨਾਮ ਜਿਹੜਾ ਉੱਥੇ ਦਿੱਤਾ ਹੋਇਆ ਗੁਰੂ ਘਰ 'ਚ ਵੀ ਮੈਂ ਇੱਦਾਂ ਜਦੋਂ ਵੀ ਮੈਨੂੰ ਮੌਕਾ ਲੱਗੂਗਾ ਵੀ ਆਪਾਂ ਮਦਦ ਜਿਹੜੀ ਉਹ ਕਰ ਸਕਦੇ ਹਾਂ, ਵੀ ਉਹ ਉਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰਵਾ ਦੇਣ ਤਾਂ ਜੋ ਬਾਅਦ ਦੇ ਵਿੱਚ ਉਸ ਪਰਿਵਾਰ ਦੇ ਨਾਲ ਉਹ ਕੌਨਫੀਡੈਂਸ਼ੀਅਲੀ ਮਿਲ ਕੇ ਜਿੱਦਾਂ ਵੀ ਉਸ ਪਰਿਵਾਰ ਦਾ ਹੈ ਜਾਂ ਉਹਨਾਂ ਦਾ ਕਿਸੇ ਦਾ ਵੀ ਜਿਹੜਾ ਕੋਈ ਜੀ ਆ ਵੀ ਉਹਦੇ ਨਾਲ ਜਿਹੜੀ ਉਹ ਮਦਦ ਕਰੇ। ਨਹੀਂ ਤਾਂ ਆਪਣੇ ਜਿਹੜੇ ਡਾਕਟਰਸ ਦੇ ਆਫਿਸ ਦੇ ਵਿੱਚ ਤੁਸੀਂ ਜਾਂਦੇ ਆ ਉੱਥੇ ਤੁਸੀਂ ਜਾ ਕੇ ਜਿਹੜੀ ਆ ਉਹ ਹੈਲਪ ਜਿਹੜੀ ਉਹ ਮੰਗ ਸਕਦੇ ਆ। ਅਤੇ ਉਹ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਸੁਸਾਈਡ ਪ੍ਰੀਵੈਂਸ਼ਨ ਲਾਈਫਲਾਈਨ ਆ ਉਹ ਫ੍ਰੀ ਆਫ ਕਾਸਟ ਆ, ਕੌਨਫੀਡੈਂਸ਼ੀਅਲ ਆ, ਪੂਰੀ ਗੋਪਨੀय ਤਰੀਕੇ ਦੇ ਨਾਲ ਕਿਸੇ ਦੇ ਨਾਲ ਵੀ ਉਹ ਤੁਹਾਡੀ ਜਿਹੜੀ ਇਨਫੋਰਮੇਸ਼ਨ ਸੋਸ਼ਲ ਲਾਈਫ ਆ ਉਸ ਨੂੰ ਸ਼ੇਅਰ ਨਹੀਂ ਕਰਦੇ। ਤੁਸੀਂ ਉਹਨਾਂ ਦੇ ਨਾਲ ਜਿਹੜੀ ਉਹ ਗੱਲ ਕਰ ਸਕਦੇ ਹੋ 1-800-273-8255 1-800-273 8255 ਦੇ ਉੱਤੇ ਜਾਂ suicidepreventionlifeline.org ਉਹਨਾਂ ਦੀ ਜਿਹੜੀ ਉਹ ਵੈਬਸਾਈਟ ਜਿਹੜੀ ਉਹ ਹੈਗੀ। ਇੱਕ ਆਪਾਂ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਇੱਦਾਂ ਹੀ ਪ੍ਰੋਗਰਾਮ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗੇਗੀ। ਪਾਰਕਿੰਗ ਲਾਟ ਸੇਲ ਹੋਵੇਗੀ। 22 ਮਈ ਤੋਂ ਇਹ ਸੇਲ ਸ਼ੁਰੂ ਹੋਣ ਜਾ ਰਹੀ ਹੈ। ਤੁਸੀਂ ਹੁਣ ਵੀ ਮੈਮੋਰੀਅਲ ਡੇ ਸੇਲ ਪ੍ਰਾਈਸਿਸ ਦੇ ਉੱਤੇ ਫਰਨੀਚਰ ਖਰੀਦ ਸਕਦੇ ਹੋ। ਪਹੁੰਚਿਓ ਜ਼ਰੂਰ। ਮੈਮੋਰੀਅਲ ਡੇ ਸੇਲ 22 ਮਈ ਤੋਂ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400।
MAF also provides a platform for experienced financial professionals with top pay, company revenue, and virtual agent training program. Visit maflife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ ਡੀਸੀ ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਆਪਾਂ ਗੱਲਬਾਤ ਕਰ ਰਹੇ ਹਾਂ। ਸੀਰੀਜ਼ ਇਲਾਕੇ ਦੇ ਵਿੱਚ ਇੱਕ ਆਪਣੀ ਕਮਿਊਨਿਟੀ ਇੱਕ ਪਰਿਵਾਰ ਦੇ ਜਿਹੜੇ ਆ ਉਹ ਜੀ ਦੇ ਵੱਲੋਂ ਆਪਣੇ ਪਹਿਲੋਂ ਬਾਕੀ ਪਰਿਵਾਰ ਨੂੰ ਜਿਹੜਾ ਮਾਰਨ ਤੋਂ ਬਾਅਦ 'ਚ ਖੁਦ ਕਹਿੰਦੇ ਆ ਖੁਦਕੁਸ਼ੀ ਕਰ ਲਈ ਗਈ। ਇਹ ਕਥਿਤ ਤੌਰ ਦੇ ਉੱਤੇ ਜਿਹੜਾ ਪੁਲਿਸ ਦੇ ਦੁਆਰਾ ਹਾਲ ਦੀ ਘੜੀ ਇਸ ਮਰਡਰ ਸੁਸਾਈਡ ਦੀ ਜਾਂਚ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਰੋਤੇ ਆਪੋ ਆਪਣੇ ਵਿਚਾਰ ਜਿਹੜੇ ਇਸ ਦੇ ਪ੍ਰਤੀ ਜਿਹੜੇ ਉਹ ਸਾਂਝੇ ਕਰ ਰਹੇ ਨੇ। ਸੋ ਹਰਜੋਤ ਸਿੰਘ ਜੀ ਆਇਆਂ ਨੂੰ ਜੀ ਇੱਕ ਵਾਰੀ ਫੇਰ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਕੁਝ ਕੁ ਹੋਰ ਕਾਲਰਸ ਜਿਹੜੇ ਆਪਾਂ ਉਹ ਲਵਾਂਗੇ ਤੇ ਅਗਲੇ ਕਾਲਰ ਨੇ ਲੱਖਾ ਜੀ। ਸਤਿ ਸ਼੍ਰੀ ਅਕਾਲ ਜੀ। ਲੱਖਾ ਢਿੱਲੋਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਿਊਯਾਰਕ ਤੋਂ ਹਾਂਜੀ ਇਹ ਜਿਹੜੀ ਤੁਹਾਡੀ ਖਬਰ ਸੁਣੀ ਹੈ ਬਹੁਤ ਮੰਦਭਾਗੀ ਖਬਰ ਹੈ ਜੀ। ਬਹੁਤ ਜਾਣੀ ਕਿ ਦਿਲ ਨੂੰ ਠੇਸ ਪਹੁੰਚੀ ਹੈ। ਕਈ ਵਾਰੀ ਬੰਦੇ ਦੇ ਹਾਲਾਤ ਹੀ ਇਦਾਂ ਦੇ ਹੋ ਜਾਂਦੇ ਆ ਕਿ ਉਹਦੇ ਕੋਲ ਹੋਰ ਕੋਈ ਰਸਤਾ ਹੀ ਕੋਈ ਨਹੀਂ ਬਚਦਾ ਗਾ ਜੀ। ਤੇ ਪਰ ਆਪਣੀ ਕਮਿਊਨਿਟੀ ਦੇ ਵਿੱਚ ਇਹ ਹੈ ਜਿੱਦਾਂ ਹੁਣ ਮੈਂ ਇੱਥੇ ਨਿਊਯਾਰਕ ਦੇ ਵਿੱਚ ਰਹਿ ਰਿਹਾ, ਜਿਹੜੇ ਟਾਊਨ ਦੇ ਵਿੱਚ ਰਹਿ ਰਿਹਾ ਮੈਂ ਇਕੱਲਾ ਹੀ ਆਪਣਾ ਪੰਜਾਬੀ ਹੈਗਾ ਇੱਥੇ ਜੀ ਜੀ। ਤੇ ਮੈਨੂੰ ਇੱਥੇ 10 ਸਾਲ ਹੋ ਗਏ ਰਹਿੰਦੇ ਨੂੰ ਜੀ। ਤੇ 10 ਸਾਲਾਂ ਦੇ ਵਿੱਚ ਜਿੰਨੀ ਕੁ ਮੈਂ ਲੋਕਾਂ ਦੀ ਹੈਲਪ ਕਰੀ ਹੈ ਮੈਨੂੰ ਲੱਗਦਾ ਨਹੀਂ ਵੀ ਕਿਸੇ ਨੇ ਹੋਰ ਕਰੀ ਹੋਵੇ। ਮੈਂ ਇਹ ਆਪਣੇ ਆਪ ਤੇ ਕੋਈ ਮਾਣ ਨਹੀਂ ਕਰਦਾ। ਪਰਮਾਤਮਾ ਨੇ ਗੁਰੂ ਸਾਹਿਬ ਨੇ ਕਰਵਾਈ ਹੈ, ਮੇਰਾ ਫਰਜ਼ ਵੀ ਬਣਦਾ ਕਰਨ ਦਾ ਜੀ। ਤੇ ਮੈਨੂੰ ਹੁਣ 1 ਸਾਲ ਤੋਂ ਪ੍ਰੋਬਲਮ ਹੋਈ, ਮੇਰੇ ਲੱਤ ਦਾ ਆਪਰੇਸ਼ਨ ਹੋਇਆ, ਡਾਕਟਰ ਨੇ ਮੇਰੀ ਲੱਤ ਖਰਾਬ ਕਰਤੀ ਜੀ। ਤੇ ਮੈਂ 1 ਸਾਲ ਹੋ ਗਿਆ ਮੈਨੂੰ ਘਰੇ ਪਏ ਨੂੰ। ਤੇ ਮੈਨੂੰ ਜਿਹੜੇ ਯਾਰ ਦੋਸਤ ਕਹਿੰਦੇ ਸੀ ਵੀ ਤੇਰੇ ਨਾਲ ਆ, ਜਿਹਨਾਂ ਦੀ ਹੈਲਪ ਕਰੀ ਸੀ, ਕਦੇ ਕਿਸੇ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਜੀ ਕੀ ਹਾਲ ਹੈ ਤੇਰਾ ਜੀ। ਤੇ ਮੇਰਾ ਆਪਣੇ ਆਪ ਦੇ ਵਿੱਚ ਮੈਂ ਇੰਨਾ ਅਪਸੈਟ ਹੋਇਆ, ਮੇਰੇ ਇੰਸ਼ੋਰੈਂਸ ਨਹੀਂ ਹੈਗਾ, ਪੇਪਰ ਨਹੀਂ ਹੈਗੇ, ਲੱਖਾਂ ਡਾਲਰਾਂ ਦੇ ਬਿੱਲ ਆਏ ਵੇ ਆ, ਕਿਵੇਂ ਭਰੂੰਗਾ। ਏਦਾਂ ਦੇ ਲੋਕਾਂ ਦੇ ਹਾਲਾਤ ਏਦਾਂ ਦੇ ਬਣ ਜਾਂਦੇ ਆ। ਆਪਣੀ ਕਮਿਊਨਿਟੀ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਆਪਣੇ ਇੱਕ ਦੂਜੇ ਨਾਲ ਦਿਲ ਖੋਲ ਕੇ ਗੱਲਾਂ ਕਰੀਏ ਤੇ ਉਹਨਾਂ ਦੀ ਹੈਲਪ ਕਰੀਏ ਕਿਸੇ ਵੀ ਤਰ੍ਹਾਂ ਦੀ। ਜੀ ਧੰਨਵਾਦ ਜੀ। ਥੈਂਕ ਯੂ ਲੱਖਾ ਜੀ, ਮਿਹਰਬਾਨੀ ਜੀ। ਤੇ ਬਿਲਕੁਲ ਚਲੋ ਉਮੀਦ ਕਰਦੇ ਹਾਂ ਵੀ ਤੁਹਾਡੀ ਕੋਈ ਨਾ ਕੋਈ ਜਿਹੜੀ ਉਹ ਜ਼ਰੂਰ ਮਦਦ ਕਰੇ ਤਾਂ ਜੋ ਸਥਿਤੀਆਂ ਜਿਹੜੀਆਂ ਆ ਉਹ ਠੀਕ ਹੋ ਸਕਣ। ਜਸਵੰਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਬੜੀ ਮਾੜੀ ਮੰਦਭਾਗੀ ਖਬਰ ਸੁਣੀ ਹੈ, ਪਰ ਇੱਕੋ ਹੀ ਬਹੁਤ ਮਾੜਾ ਹੋਇਆ ਜੋ ਕੀਤਾ ਉਹਨਾਂ ਨੇ ਡਿਸੀਜਨ ਲਿਆ। ਬਾਕੀ ਹੈ ਕਿ ਇੱਕ ਮਾਂ ਇਸ ਤਰ੍ਹਾਂ ਦੀ ਚੀਜ਼ ਹੈ ਕਿ ਜੋ ਬੱਚਿਆਂ ਨੂੰ ਵੀ ਸਮਝਾ ਸਕਦੀ ਹੈ, ਬਾਪ ਨੂੰ ਵੀ ਸਮਝਾ ਸਕਦੀ, ਦੋਨਾਂ ਨੂੰ ਵਿਚਕਾਰ ਡਿਸੀਜਨ ਕਰਵਾ ਸਕਦੀ ਹੈ ਜੀ। ਬਾਕੀ ਜੇ ਆਪਣੇ ਪਰਿਵਾਰ ਦੇ ਵਿੱਚ ਕਿਸੇ ਦੇ ਵਿੱਚ ਵੀ ਪ੍ਰਮਾਤਮਾ ਕਰੇ ਕੋਈ ਇਹੋ ਜਿਹੀ ਪ੍ਰੋਬਲਮ ਨਾ ਆਵੇ ਬੱਚਿਆਂ ਦੇ ਵਿੱਚ ਜੀ। ਜੇ ਪ੍ਰੋਬਲਮ ਆ ਗਈ ਹੈ, ਜੇ ਆਪਾਂ ਕਿਸੇ ਭੈਣ ਭਰਾ ਨੂੰ ਵੀ ਦੱਸਦੇ ਆ ਤੇ ਆਪਣੇ ਤਮਾਸ਼ਾ ਬਣਾ ਦਿੰਦੇ ਆ, ਫਲਾਣੇ ਦੇ ਬੱਚਿਆਂ ਦੇ ਇਹ ਹੋ ਗਿਆ, ਕਹਿੰਦੇ ਨਾ ਗਾਸਪ ਹੀ ਸ਼ੁਰੂ ਹੋ ਜਾਂਦਾ, ਚੁਗਲੀਆਂ ਤੇ ਚੁਗਲੀਆਂ। ਇਹ ਨਹੀਂ ਕਿ ਉਹਨਾਂ ਦੀ ਤੁਸੀਂ ਜਾ ਕੇ ਮਦਦ ਕਰੋ ਜੀ। ਬਾਕੀ ਇਹ ਹੈ ਕਿ ਇੱਥੇ ਪਹਿਲੇ ਦੇ ਵਿੱਚ ਇੱਕ ਡ੍ਰੀਮ ਸੈਂਟਰ ਹੈ ਜਿਹੜਾ ਫ੍ਰੀ ਆ, ਉੱਥੇ ਡਾਕਟਰਸ ਆਉਂਦੇ ਆ, ਸੋਸ਼ਲ ਵਰਕਰ ਆਉਂਦੇ, ਤੁਹਾਨੂੰ ਜੌਬ ਵੀ ਦੀ ਸਿਖਾਉਂਦੇ ਆ ਬੱਚਿਆਂ ਨੂੰ ਜਿਨ੍ਹਾਂ ਨੂੰ ਕਿਸੇ ਨੂੰ ਪ੍ਰੋਬਲਮ ਹੈ ਜੀ। ਤੁਸੀਂ ਉਹਨਾਂ ਦੇ ਬੱਚਿਆਂ ਦੀ ਸਪੋਰਟ ਕਰੋ ਤੇ ਉਹਨਾਂ ਕੋਲ ਕੋਈ ਗੱਲ ਨਹੀਂ, ਜੇ ਪ੍ਰੋਬਲਮ ਤੈਨੂੰ ਆ ਗਈ ਹੈ ਠੀਕ ਵੀ ਹੋ ਸਕਦੀ ਹੈ, ਇਹ ਕਿਹੜਾ ਕੋਈ ਮਾੜੀ ਗੱਲ ਹੈ ਜੀ। ਉਹਨਾਂ ਨੂੰ ਤੁਸੀਂ ਆਪਣਾ ਦੱਸੋ, ਲੈ ਮੈਂ ਚਾਹ ਤੋਂ ਬਗੈਰ ਨਹੀਂ ਰਹਿ ਸਕਦੀ, ਮੈਂ ਚਾਹ ਪੀਨੀ ਆ, ਮੈਨੂੰ ਇੱਕ ਪ੍ਰੋਬਲਮ ਹੈ ਨਾ,
ਜੇ ਮੈਂ ਚਾਹ ਛੱਡੂੰਗੀ ਮੈਨੂੰ ਬਹੁਤ ਟਾਈਮ ਲੱਗੂਗਾ ਉਹਨੂੰ ਛੱਡਣ ਵਾਸਤੇ, ਕਿਉਂਕਿ ਬੱਚਿਆਂ ਨੂੰ ਮੈਂਟਲੀ ਬਹੁਤ ਸਪੋਰਟ ਚਾਹੀਦੀ ਆ। ਜੇ ਤੁਸੀਂ ਬੱਚਿਆਂ ਨਾਲ ਖੜੇ ਹੋ ਜਾਂਦੇ ਆ, ਫੈਮਿਲੀ ਸਪੋਰਟ ਕਰਦੀ ਹੈ, ਤੇ ਬੱਚਿਆਂ ਨੂੰ ਹੋਰ ਲੱਗਦਾ ਕਿ ਮੇਰੀ ਫੈਮਿਲੀ ਮੇਰੇ ਨਾਲ ਖੜੀ ਆ, ਮੈਨੂੰ ਤੁਸੀਂ ਮਿਲਣ ਆਓਗੇ ਜੇ ਮੈਂ ਉੱਥੇ ਜਾਊਂਗਾ। ਮੈਂ ਕਿਹਾ ਸੀਗਾ ਜ਼ਰੂਰ ਮਿਲਣ ਆਵਾਂਗੇ, ਕਿ ਤੁਹਾਨੂੰ ਉਹ ਪਤਾ ਲੱਗਦਾ ਬੱਚੇ ਨੂੰ ਸਪੋਰਟ ਬੈਕਅਪ ਉਹਦੇ ਕਰੋ। ਜੇ ਤੁਸੀਂ ਇਕੱਲੇ ਛੱਡਦੇ ਤੂੰ ਇਹ ਕਰ ਰਿਹਾ ਤੂੰ ਉਹ ਕਰ ਰਿਹਾ, ਤੇ ਉਹਦੇ ਨਾਲ ਇਹ ਕਿ ਬੱਚਿਆਂ ਨੂੰ ਇਨਸਾਈਡ ਉਹ ਹੋ ਜਾਂਦੇ, ਉਹ ਗਲਤ ਹੋ ਜਾਂਦੇ ਆ। ਜੇ ਤੁਸੀਂ ਇਹ ਕਰਨਾ ਮੈਨੂੰ ਘਰੋਂ ਬਾਹਰ ਕੱਢ ਰਹੇ ਆ, ਉਹ ਸਟਰੀਟ ਤੇ ਜਾ ਕੇ ਕੀ ਕਰਨਗੇ, ਹੋਮਲੈਸ ਬਣ ਜਾਣਗੇ, ਉਹਨਾਂ ਨੂੰ ਹੋਰ ਜਾ ਕੇ ਹੋਰ ਡਰੱਗ ਮਿਲ ਜਾਣਗੇ। ਜੀ ਧੰਨਵਾਦ ਜੀ, ਥੈਂਕ ਯੂ ਜੀ। ਬਿਲਕੁਲ ਜੀ, ਇਕੱਲੇ ਬੱਚੇ ਹੀ ਨਹੀਂ, ਅੱਜ ਕੱਲ੍ਹ ਜਿਹੜੇ ਆ ਨੌਜਵਾਨਾਂ ਨੂੰ ਵੀ, ਤੇ ਇਨਫੈਕਟ ਅਡਲਟਸ ਜਿਹੜੇ ਆ ਉਹਨਾਂ ਨੂੰ ਵੀ ਅਜਿਹੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਜਿਹੜੀ ਉਹ ਰਹਿੰਦੀ ਆ। ਬੰਦੇ ਇਕੱਲੇ ਪੈ ਜਾਂਦੇ ਆ, ਇਹ ਇਕੱਲਾਪਣ ਜਿਹੜਾ ਬਾਅਦ ਦੇ ਵਿੱਚ ਬਹੁਤ ਘਾਤਕ ਜਿਹੜਾ ਉਹ ਸਾਬਤ ਹੋ ਸਕਦਾ, ਉਹਨਾਂ ਦੇ ਲਈ ਵੀ, ਖੁਦ ਲਈ ਵੀ, ਅਤੇ ਜਾਂ ਫਿਰ ਕੋਈ ਅਜਿਹਾ ਕੇਸ ਵੀ ਜਿਹੜਾ ਉਹ ਵਾਪਰ ਸਕਦਾ ਜਿਸ ਦੇ ਵਿੱਚ ਜਿਹੜਾ ਕਈ ਵਾਰੀ ਪੂਰੇ ਪਰਿਵਾਰ ਦੀ ਜਾਨ ਨੂੰ ਹੀ ਖਤਰਾ ਜਿਹੜਾ ਉਹ ਬਣ ਜਾਂਦਾ ਆ। ਸੋ ਇਹ ਮੈਂਟਲ ਤੌਰ ਦੇ ਉੱਤੇ ਜਿਹੜਾ ਬ੍ਰੇਕਡਾਊਨ ਜਦੋਂ ਹੋ ਜਾਂਦਾ ਹੈ ਨਾ, ਬਹੁਤ ਪ੍ਰੋਬਲਮ। ਹੁਣ ਦੇਖੋ ਆਪਾਂ ਨੂੰ ਜ਼ੁਕਾਮ ਹੁੰਦਾ, ਕੋਈ ਹੁੰਦਾ, ਬਿਮਾਰੀ ਕੋਈ ਵੀ ਹੁੰਦੀ ਆ, ਤਾਂ ਆਪਾਂ ਉਸ ਦਾ ਇਲਾਜ ਕਰਦੇ ਹਾਂ। ਇਹ ਵੀ ਇੱਕ ਬਿਮਾਰੀ ਆ, ਇਹ ਇਸ ਚੀਜ਼ ਨੂੰ ਮੰਨਣਾ ਪੈਣਾ ਆ। ਆਪਾਂ ਇਸ ਚੀਜ਼ ਨੂੰ, ਜੇ ਪਹਿਲਾ ਕਦਮ ਇਸ ਚੀਜ਼ ਨੂੰ ਇਲਾਜ ਕਰਨ ਦੇ ਲਈ ਇਹੀ ਆ ਵੀ ਇਸ ਨੂੰ ਮੰਨਿਆ ਜਾਵੇ ਵੀ ਹਾਂ ਇਹ ਬਿਮਾਰੀ ਆ। ਆਪਣੀ ਜਿਹੜੀ ਆ ਕਮਿਊਨਿਟੀ ਦੇ ਵਿੱਚ ਇਹ ਬਹੁਤ ਮਾੜੀ ਚੀਜ਼ ਇਹ ਹੈਗੀ ਵੀ ਇਸ ਨੂੰ ਬਿਮਾਰੀ ਨਹੀਂ ਮੰਨਦੇ। ਉਹ ਕਹਿੰਦੇ ਨਹੀਂ ਐਵੇਂ ਹੀ ਮਾਰੀ ਜਾਂਦਾ, ਐਵੇਂ ਹੀ ਕਰੀ ਜਾਂਦਾ, ਉਹ ਤੂੰ ਸਵੇਰੇ ਤੜਕੇ ਉੱਠ ਜੀ ਅਤੇ ਸਾਰਾ ਕੁਝ ਠੀਕ ਹੋ ਜਾਣਾ। ਇੱਦਾਂ ਨਹੀਂ ਹੁੰਦਾ। ਇਹ ਜਦੋਂ ਮੈਂਟਲ ਤੌਰ ਦੇ ਉੱਤੇ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਬ੍ਰੇਨ ਦੇ ਵਿੱਚ, ਜਿਹੜੀ ਕੋਈ ਪ੍ਰੋਬਲਮ ਆ, ਉਸ ਨੂੰ ਉਸ ਦੇ ਹਿਸਾਬ ਦੇ ਨਾਲ ਹੀ ਜਿਹੜੇ ਇਲਾਜ ਦੀ ਜਿਹੜੀ ਉਹ ਜ਼ਰੂਰਤ ਆ। ਸੋ ਪਹਿਲਾ ਕਦਮ ਇਸ ਨੂੰ ਇਲਾਜ ਕਰਨ ਦੇ ਲਈ ਆ ਵੀ ਇਸ ਨੂੰ ਮੰਨਣਾ ਵੀ ਇਹ ਇੱਕ ਬਿਮਾਰੀ ਆ, ਤਾਂ ਜੋ ਫਿਰ ਉਸ ਦੀ ਬਣਦੀ ਜਿਹੜੀ ਇਲਾਜ ਆ ਉਹ ਉਸ ਦਾ ਲਿਆ ਜਾ ਸਕੇ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੰਦੀਪ ਸਿੰਘ ਜੀ, ਦੋ ਸੰਦੀਪ ਸਿੰਘ ਨੇ ਮਿਸ਼ੀਗਨ ਵਾਲੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਤੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਜਿਹੜੀ ਪ੍ਰੋਬਲਮ ਆ ਜੀ, ਇਹ ਐਕਚੁਅਲੀ ਪ੍ਰੋਬਲਮ ਇਹ ਕੋਈ ਇਹਦੇ ਪੜ੍ਹਨ ਲਿਖਣ ਨਾਲ ਜਾਂ ਕੋਈ ਇਹਦੇ ਨਾਲ ਇੱਦਾਂ ਸੋਲਵ ਨਹੀਂ ਹੁੰਦੀ ਇਹ। ਕਿਉਂਕਿ ਤੁਸੀਂ ਸੋਚ ਲਓ ਕਿ ਆਪਣੀ ਜਿਹੜੇ ਆਪਾਂ ਇੱਥੇ ਦੀ ਲਾ ਲਈਏ ਤੇ ਜਾਂ ਪੰਜਾਬ ਦੀ ਲਾ ਲਈਏ, ਉੱਥੇ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ, ਕਿਸੇ ਜ਼ਮਾਨੇ ਵਿੱਚ ਇਹ ਤੋਂ ਵੀ ਬੱਤਰ ਹਾਲਤ ਸੀਗੀ ਆਪਣੀ ਕਮਿਊਨਿਟੀ ਦੀ, ਤੇ ਉਦੋਂ ਖੁਦਕੁਸ਼ੀਆਂ ਨਹੀਂ ਹੋਈਆਂ ਜੀ। ਉਦੋਂ ਹਾਂਜੀ, ਉਦੋਂ ਉਹਨਾਂ ਨੇ ਦੋ ਗੱਲਾਂ ਸੀ ਜੀ ਡਿਫਰੈਂਸ ਉਦੋਂ ਦਾ। ਇੱਕ ਤੇ ਉਦੋਂ ਜਿਹੜੀ ਧਾਰਮਿਕ ਜਿਹੜੀ ਸੀਗੀ ਉਹ ਕੱਲਾ ਸਿਰਫ ਮੱਥਾ ਟੇਕਣ ਤੱਕ ਸੀਮਤ ਨਹੀਂ ਸੀ, ਉਹ ਦਿਲੋਂ ਮੰਨਦੇ ਸੀਗੇ। ਤੇ ਦੂਜੀ ਗੱਲ ਸੀਗੀ ਜੀ ਕਿ ਉਦੋਂ ਜਿਹੜੀ ਪਿੰਡ ਸੀਗਾ ਜਾਂ ਕਮਿਊਨਿਟੀ ਸੀਗੀ, ਉਹ ਪਿੰਡ ਮਦਦ ਕਰਦਾ ਸੀ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਸੀ। ਤੇ ਇੱਥੇ ਵੀ ਕਹਿੰਦੇ ਆ, ਇੱਕ ਚੀਜ਼ ਸੇਇੰਗ ਆ ਜੀ ਕਿ ਇਟ ਟੇਕਸ ਅ ਕਮਿਊਨਿਟੀ ਟੂ ਰੇਜ਼ ਅ ਕਿਡ। ਤੇ ਇਸ ਕਰਕੇ ਇਹ ਵੀ ਮੈਂ ਇੱਥੇ ਕਹੂੰਗਾ ਕਿ ਆਪਾਂ ਨੂੰ ਆਪਣੀ ਥਿੰਕਿੰਗ ਜਿਹੜੀ ਉਹ ਚੇਂਜ ਕਰਨੀ ਪੈਣੀ ਆ। ਜੇ ਆਪਣੇ ਆਪ ਜਿਹੜਾ ਅਸੀਂ ਇੱਕ ਖੁਦਗਰਜ਼ ਜਿਹੜੀ ਸਾਡੇ ਵਿੱਚ ਆ ਗਈ ਆ, ਉਹਨੂੰ ਸਾਨੂੰ ਕੱਢਣਾ ਪੈਣਾ ਵਾ। ਤੇ ਬਾਕੀ ਮੈਂ ਇਹੀ ਕਹੂੰਗਾ ਕਿ ਆਪਾਂ ਇਹ ਨਾ ਕਿਹਾ ਕਰੀਏ ਕਿ ਆਪਾਂ ਉਹ ਬੰਦ ਕਰ ਦਈਏ, ਆਹ ਬੰਦ ਕਰ ਦਈਏ, ਤੇ ਇਸ ਤੋਂ ਵਧੀਆ ਅਸੀਂ ਉਹਨੂੰ ਬੈਟਰ ਕਰੀਏ। ਕੋਈ ਚੀਜ਼, ਕੋਈ ਸੰਸਥਾ, ਕੋਈ ਚੀਜ਼ ਜਿਹੜੀ ਤੁਸੀਂ ਕਰ ਰਹੇ ਹੋ, ਉਹਨੂੰ ਇੰਪਰੂਵ ਕਿੱਦਾਂ ਕਰਨਾ, ਤੇ ਇੰਪਰੂਵ ਕਰਕੇ ਤੁਸੀਂ ਉਹ ਤੋਂ ਗਾਂਹ ਵਧੋ। ਇਹ ਨਹੀਂ ਕਿ ਤੁਸੀਂ 2 ਕਦਮ ਪਿੱਛੇ ਜਾਓ, 2 ਕਦਮ ਗਾਂਹ ਜਾਓ। ਇਸ ਕਰਕੇ ਇਹ ਜਿਹੜੀ ਪ੍ਰੋਬਲਮ ਹੈਗੀ ਆ ਜੀ, ਇਹ ਸਾਡੀ ਇੱਥੇ ਇਸ ਕਰਕੇ ਆ ਕਿਉਂਕਿ ਅਸੀਂ ਇਕੱਲੇ ਆ। ਜਿੱਦਾਂ ਭਾਈ ਸਾਹਿਬ ਕਹਿ ਗਏ ਕਿ ਉੱਥੇ ਸਾਡੀ ਵੀ ਇੱਥੇ ਇੱਦਾਂ ਹੀ ਆ, ਕਮਿਊਨਿਟੀ ਬਹੁਤ ਘੱਟ ਆ। ਤੇ ਪਰ ਮੈਂ ਇਹੀ ਕਹੂੰਗਾ ਕਿ ਤੁਸੀਂ ਰੀਚ ਆਊਟ ਕਰੋ, ਆਪਣੇ ਲੋਕਲ ਕਰਕੇ ਦੇਖੋ, ਨਹੀਂ ਹੁੰਦਾ ਤੇ ਬਾਹਰ ਕਰੋ। ਦੁਨੀਆ ਜੀ ਗੱਲਾਂ ਜੇ ਜਿਹਨੇ ਕਰਦੀਆਂ ਉਹਨੇ ਕਰੀ ਜਾਣਿਆ, ਤੁਸੀਂ ਉਹਨਾਂ ਦਾ ਫਿਕਰ ਨਾ ਕਰੋ। ਤੇ ਤੁਸੀਂ ਆਪਣੀ ਹੈਲਥ ਜਿਹੜੀ ਮੈਂਟਲ ਹੈਲਥ, ਉਹਨੂੰ ਜ਼ਰੂਰ ਉਹਨੂੰ ਡਾਕਟਰ ਜਿੱਥੇ ਵੀ ਇੱਥੇ ਸਾਡੇ ਜੀ ਸਕੂਲਾਂ ਵਿੱਚ ਨਿਆਣੇ ਕਾਉਂਸਲਰ ਸਾਡੇ, ਹੁਣ ਜਿੱਦਾਂ ਲਾਕਡਾਊਨ ਵਿੱਚ ਕਾਉਂਸਲਰ ਦਾ ਫੋਨ ਆਉਂਦਾ ਸੀ ਮੇਰੀ ਕੁੜੀ ਨੂੰ, ਉਹਨੂੰ ਉਹ ਪੁੱਛਦੇ ਸੀ ਕਿੱਦਾਂ ਤੇਰਾ ਘਰ, ਕਿੱਦਾਂ ਤੂੰ ਕੀ ਕੀਤਾ ਕੱਲ, ਤੇਰੀ ਫਰੈਂਡ ਜਿਹੜੀ ਸੀਗੀ ਇੱਥੇ ਸਕੂਲੇ ਉਹਨੇ ਕੀ ਕੀਤਾ, ਉਹਨੇ ਤੈਨੂੰ ਕੁਛ ਦੱਸਿਆ? ਫਿਰ ਕਿਉਂਕਿ ਉਹ ਦੂਜੇ ਨਿਆਣਿਆਂ ਤੋਂ ਇੱਕ ਦੂਜੇ ਦੀਆਂ ਗੱਲਾਂ ਕਰਕੇ ਉਹ ਪੁੱਛ ਲੈਂਦੇ ਆ, ਉਹਨਾਂ ਨੂੰ ਤਰੀਕਾ ਵਾ। ਇਸ ਕਰਕੇ ਉਹ ਜਿਹੜੀ ਹੈਲਪ ਆ ਉਹ ਅਵੇਲੇਬਲ ਹੈਗੀ ਆ ਹਸਪੀਟਲਾਂ ਵਿੱਚ, ਸਕੂਲਾਂ ਵਿੱਚ, ਕਮਿਊਨਿਟੀ ਸੈਂਟਰ ਵਿੱਚ, ਤੇ ਤੁਹਾਨੂੰ ਰੀਚ ਆਊਟ ਕਰਨਾ ਪੈਣਾ। ਤੇ ਬਾਕੀ ਜੇ ਕਿਸੇ ਨੂੰ ਲੋੜ ਗੱਲ ਕਰਨ ਦੀ ਹੈਗੀ ਆ, ਤੁਸੀਂ ਆਪਣਾ ਦੁੱਖ ਕੋਈ ਸਾਂਝਾ ਕਰਨਾ, ਤੇ ਮੇਰਾ ਫੋਨ ਨੰਬਰ ਜਦੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਪੰਜਾਬੀ ਰੇਡੀਓ ਤੋਂ। ਤੇ ਜਿੰਨੀ ਮਦਦ ਹੋ ਸਕੀ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ। ਮੈਨੂੰ ਤੁਸੀਂ ਆਪਣਾ ਦੱਸੋ, ਨਾ ਦੱਸੋ, ਮੈਨੂੰ ਉਹਨਾਂ ਕੋਈ ਮਤਲਬ ਨਹੀਂ। ਜੇ ਤੁਸੀਂ ਗੱਲ ਕਰਨੀ ਆ ਤੁਸੀਂ ਕਰ ਸਕਦੇ ਹੋ। ਬਸ ਇੰਨੀਆਂ ਬੇਨਤੀਆਂ ਸੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅਗਲੇ ਜਿਹੜੇ ਕਾਲਰ ਨੇ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸੁਣਨੇ ਵਾਲਿਆਂ ਨੂੰ।
ਕਈ ਭਾਈ ਬੰਦ ਸਾਰੇ ਜਿਹੜੇ ਆ ਨਾ ਕਹਿ ਕੇ ਗਏ ਆ, ਬਹੁਤ ਚੰਗੀ ਗੱਲਾਂ ਕਹਿ ਕੇ ਗਏ ਆ, ਕਈ ਤਾਂ ਹੋਰ ਮੁੱਦੇ ਵੱਲ ਨੂੰ ਤੁਰ ਜਾਂਦੇ ਆ। ਇਹ ਘਰ ਘਰ ਦੀ ਸਾਰਿਆਂ ਦੀ ਹੈਗੀ ਆ ਇਹੀ ਪਰੇਸ਼ਾਨੀ ਆ। 30 40 ਸਾਲ ਹੋ ਗਏ ਬੰਦਿਆਂ ਨੂੰ ਕੰਮ ਕਰਦਿਆਂ ਨੂੰ, ਆਇਆਂ ਨੂੰ, ਇੱਥੇ ਮਾੜਾ ਮੋਟਾ ਪੈਰ ਲਾਉਂਦੇ ਪਏ ਆ ਕੁਛ ਵਾ। ਫਿਰ ਨਿਆਣੇ ਉਹਨਾਂ ਦੀ ਜਖਣਾ ਪੜ ਲੈਂਦੇ ਆ, ਉਹਨਾਂ ਦੇ ਨਿਆਣੇ ਇੰਨੇ ਹਰਕਤਾਂ ਉਹ ਕਰਦੇ ਆ ਜਿਹੜੀਆਂ ਰਹੇ ਰੱਬ ਦਾ ਨਾਂ। ਲੇਡੀਜ਼ ਆ ਵਿਆਹੀਆਂ ਹੁੰਦੀਆਂ ਉਹ ਹਰਕਤਾਂ ਇੰਨੀਆਂ ਕਰਦੀਆਂ ਰਹੇ ਰੱਬ ਦਾ ਨਾਂ। ਅੱਜ ਕੱਲ੍ਹ ਤਾਂ ਇਹ ਹੋਣਾ ਚਾਹੀਦਾ ਜਿਹੜੇ ਨਵੇਂ ਆ ਜਾਂ ਪੁਰਾਣੇ ਬੰਦੇ ਵੀ ਆ, ਜਿੰਨੀ ਕਿ ਉਮਰ ਹੈਗੀ ਆ ਉਹ ਕਰਾ ਰਹੇ ਮੈਰਿਜਾਂ, ਉਹ ਲਿਖ ਕੇ ਲੈਣਾ ਚਾਹੀਦਾ ਵੀ ਤੂੰ ਇੱਦਾਂ ਦੀ ਹਰਕਤ ਕਰੀ ਤਾਂ ਇਹ ਤੋਂ ਬੁਰੀ ਹਰਕਤ ਕੋਈ ਨਹੀਂ ਹੈਗੀ। ਨਿਆਣੇ ਜੰਮਦੇ ਆ, ਮਾਂ ਪਿਓ ਉਹ ਵਿੱਚੇ ਮੁੰਡੇ ਆ ਜਾਂ ਕੁੜੀਆਂ, ਉਹ ਪੇਰੈਂਟਸ ਨੂੰ ਕਹਿੰਦੇ ਆ ਤੁਹਾਨੂੰ ਮਾਰ ਦੇਣਾ, ਬਸ ਤੁਸੀਂ ਕੁਛ ਨਹੀਂ ਕਰ ਸਕਦੇ, ਤੁਹਾਨੂੰ ਮਾਰ ਦੇਣਾ। ਜੀ ਥੈਂਕ ਯੂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨ ਦੇ ਲਈ। ਉੱਦਾਂ ਇਹ ਚਲੋ ਹਰ ਇੱਕ ਦੇ ਘਰ ਦੀ ਤਾਂ ਨਹੀਂ, ਚਲੋ ਇਹ ਇੱਦਾਂ ਦੀ ਜਿਹੜੀ ਸਥਿਤੀ ਜਿਹੜੀ ਉਹ ਹੋਊਗੀ, ਕਿਸੇ ਕਿਸੇ ਦੇ ਨਾਲ ਜਿਹੜਾ ਹੋ ਰਿਹਾ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਆ ਵੀ ਇਹ ਕਿਉਂ ਉਹਨਾਂ ਦੇ ਪਰਿਵਾਰਾਂ 'ਚ ਇੱਦਾਂ ਦਾ ਤਾਣਾ ਬਾਣਾ ਜਿਹੜਾ ਉਹ ਬਣ ਗਿਆ। ਸੋ ਉਹਦੇ ਕਰਕੇ ਫਿਰ ਬੰਦੇ ਜਿਹੜੇ ਉਹ ਗਲਤ ਜਿਹੜੇ ਲੋਕ ਨੇ ਉਹ ਗਲਤ ਕਦਮ ਜਿਹੜੇ ਉਹ ਚੁੱਕ ਜਾਂਦੇ ਨੇ। ਸੋ ਉਸ ਨੂੰ ਸੁਲਝਾਉਣ ਦੀ ਜਿਹੜੀ ਜ਼ਰੂਰਤ ਆ, ਨਾ ਕਿ ਜਿਹੜੀ ਉਸ ਚੀਜ਼ ਦੀ ਜਿਹੜੀ ਉਹ ਭੰਡੀ ਕਰਨ ਦੀ। ਕਈ ਵਾਰੀ ਆਪਾਂ ਦੇਖਦੇ ਹਾਂ ਵੀ ਲੋਕ ਕੋਈ ਆਪਣੀਆਂ ਜਿਹੜੀਆਂ ਪਰਿਵਾਰਕ ਜਿਹੜੀਆਂ ਦੇਖੋ ਆਪਾਂ ਕਈ ਵਾਰੀ ਆਪਣੇ ਪਰਿਵਾਰ ਦੀ ਗੱਲ ਸਾਰੇ ਜੀਆਂ ਨੂੰ ਨਹੀਂ ਕਈ ਵਾਰੀ ਪਤਾ ਹੁੰਦੀ, ਜਿਹੜੇ ਦੋ ਜਾਣਿਆਂ ਦੇ ਵਿੱਚ ਕੋਈ ਨੋਕ ਝੋਕ ਹੋਈ ਹੁੰਦੀ ਆ। ਸੋ ਕਈ ਵਾਰੀ ਲੋਕ ਨੇ ਨਾ ਉਹ ਸਾਰੇ ਜੱਗ ਦੇ ਸਾਹਮਣੇ ਜਿਹੜਾ ਉਹ ਪੇਸ਼ ਕਰ ਦਿੰਦੇ, ਉਹ ਨਹੀਂ ਚਾਹੀਦਾ। ਉਹਦੇ ਨਾਲ ਹੋਰ ਜ਼ਿਆਦਾ ਤਣਾਅ ਜਿਹੜਾ ਉਹਨਾਂ ਲੋਕਾਂ ਦੇ ਉੱਤੇ ਮਨਾਂ ਦੇ ਉੱਤੇ ਜਿਹੜਾ ਉਹ ਬਣ ਜਾਂਦਾ। ਸੋ ਉਸ ਨੂੰ ਸੁਲਝਾਉਣ ਦੀ ਜ਼ਰੂਰਤ ਆ, ਨਾ ਕਿ ਹੋਰ ਵਧਾਉਣ ਦੀ। ਰਾਏ ਸਿੰਘ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਰਾਏ ਸਿੰਘ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਨਾਂ ਭਰਾਵਾਂ ਨੂੰ ਉਹ ਹਰਜੋਤ ਸਿੰਘ ਜੀ ਬੜੀ ਦੁੱਖ ਦੀ ਖਬਰ ਹੁਣ ਮੈਂ ਸੁਣ ਰਿਹਾ ਸੀ ਤੇ ਮੈਨੂੰ ਬੜਾ ਉਹ ਹੋਇਆ ਵੀ ਅਸਕਰ ਇਹ ਪ੍ਰੋਬਲਮ ਤਾਂ ਕੋਈ ਹੋਣੀ ਆ। ਹੁਣ ਮੈਂ ਦੱਸਣਾ ਕੀ ਚਾਹੁੰਦਾ ਹਾਂ ਵੀ ਇਹ ਜਿਹੜਾ ਤੁਸੀਂ ਵੀ ਸਟੇਸ਼ਨ ਦਿੱਤੀ ਹੈ ਗੁਰਦੁਆਰੇ ਦੇ ਵਿੱਚ ਨਾ ਇੱਕ ਛੋਟਾ ਜਿਹਾ ਜਦੋਂ ਮੈਂ ਗ੍ਰੰਥੀ ਰਿਹਾ ਤੇ ਮੇਰੇ ਕੋਲ ਇੱਕ ਦੋ ਪ੍ਰੋਬਲਮ ਇਹ ਆਈਆਂ ਜੀ ਕਿ ਉਹਦਾ ਜਿਹੜਾ ਗ੍ਰੰਥੀ ਹੁੰਦਾ ਹੈ ਇਹ ਬਹੁਤ ਸੰਗਤ ਨੂੰ ਮਿਲਦਾ ਰਹਿੰਦਾ ਹੈ ਜੀ। ਤੇ ਇਹ ਜਿਹੜੀਆਂ ਪ੍ਰੋਬਲਮ ਆਉਂਦੀਆਂ ਇੱਕ ਦੋ ਮੇਰੇ ਕੋਲ ਆਈਆਂ, ਮੇਰੇ ਕੋਲ ਤਜਰਬਾ ਕਰਕੇ ਦੱਸ ਰਿਹਾ ਕਿ ਉਹ ਬਹੁਤ ਵੱਡੀਆਂ ਪ੍ਰੋਬਲਮ ਸੀਗੀਆਂ ਤੇ ਉਹਨਾਂ ਨੂੰ ਬੜਾ ਗ੍ਰੰਥੀ ਸਿੰਘ ਨੇ ਹੱਲ ਕਰ ਸਕਦੇ ਆ ਜੀ। ਤੇ ਉਹ ਜਿਹੜੇ ਦੱਸਣ ਕੇ ਜਾ ਕੇ ਘਰ ਵਾਲੀ ਜਾਂ ਘਰ ਵਾਲਾ ਸਾਡੀ ਪ੍ਰੋਬਲਮ ਚੱਲਦੀ ਹੈ ਤੇ ਸਾਨੂੰ ਇਹ ਹੈਗਾ ਤੇ ਉਹ ਗ੍ਰੰਥੀ ਸਿੰਘ ਇੱਕ ਐਸਾ ਹੁੰਦਾ ਕਿ ਉਹ ਜਾ ਕੇ ਉਹਨਾਂ ਨੂੰ ਸਮਝਾ ਸਕਦਾ ਤੇ ਇਹ ਪ੍ਰੋਬਲਮ ਹੱਲ ਹੋ ਸਕਦੀ ਹੈ ਜੀ। ਪਰ ਅੱਗੋਂ ਵਾਸਤੇ ਇਹ ਚੀਜ਼ ਹੈ ਕਿ ਮੈਂ ਤਾਂ ਕਾਲ ਕੀਤਾ ਹੈਗਾ ਕਿ ਇਹ ਅਗਿਆਨਤਾ ਹੈ। ਇਹ ਵੀ ਤੁਸੀਂ ਦੱਸਿਆ ਕਿ ਉਹ ਅੰਮ੍ਰਿਤਧਾਰੀ ਸਿੰਘ ਸੀਗਾ, ਪਰ ਜਦੋਂ ਅੰਮ੍ਰਿਤਧਾਰੀ ਸਿੰਘ ਹੋਵੇ ਉਹਨੂੰ ਤਾਂ ਬਹੁਤ ਜ਼ਿਆਦਾ ਗਿਆਨ ਗੁਰਬਾਣੀ ਬਾਰੇ ਹੋਣਾ ਚਾਹੀਦਾ, ਗੁਰ ਇਤਿਹਾਸ ਬਾਰੇ ਹੋਣਾ ਚਾਹੀਦਾ, ਗੁਰੂਆਂ ਬਾਰੇ ਹੋਣਾ ਚਾਹੀਦਾ। ਤਾਂ ਇੰਨਾ ਗੁੱਸੇ ਦੇ ਵਿੱਚ ਆ ਕੇ ਹੀ ਐਸਾ ਬੰਦਾ ਕਰਦਾ ਹੈ। ਤੇ ਮੇਰੇ ਹਿਸਾਬ ਨਾਲ ਜਿਹੜਾ ਗੁਰਦੁਆਰੇ ਸਾਹਿਬ ਹੈ ਜਿੱਦਾਂ ਉਹਨਾਂ ਦੇ ਵਿੱਚ ਕੁਝ ਸਮਾਂ ਐਸਾ ਜੋ ਮਾਨਸਿਕ ਤੌਰ ਤੇ ਰੋਗੀ ਹੈਗੇ ਆ ਉਹਨਾਂ ਨੂੰ ਜਾ ਕੇ ਮਿਲਣ ਗ੍ਰੰਥੀ ਸਾਹਿਬ ਨੂੰ ਕਿ ਸਾਨੂੰ ਪ੍ਰੋਬਲਮ ਆ ਰਹੀ ਹੈ, ਕਿਸ ਤਰ੍ਹਾਂ ਹੱਲ ਹੋ ਸਕਦੀ ਹੈ। ਤੇ ਇਸ ਤਰ੍ਹਾਂ ਮੇਰੇ ਨਾਲ ਹੋਇਆ। ਮੈਂ ਤਾਂ ਆਪ ਹੀ ਨਾਲ ਵਿਚਾਰ ਸਾਂਝੇ ਕਰ ਰਿਹਾ ਕਿ ਉਹ ਅੱਜ ਬੜੇ ਸ਼ਾਂਤੀ ਦੇ ਨਾਲ ਪਰਿਵਾਰ ਰਹਿ ਰਹੇ ਆ ਜਿਹਨਾਂ ਦੀ ਇਹ ਪ੍ਰੋਬਲਮ ਹੋਣੇ ਵਾਲੀ ਸੀ ਜੀ। ਤੇ ਇਹ ਮੇਰੀ ਸੁਜੈਸ਼ਨ ਹੈ ਤੇ ਥੋੜਾ ਇਹ ਵਿਚਾਰ ਹੈ ਗੁਰੂ ਮਹਾਰਾਜ ਸਭ ਕੁਝ ਹੱਲ ਉੱਥੇ ਹੋ ਸਕਦਾ। ਥੈਂਕ ਯੂ ਜੀ, ਧੰਨਵਾਦ ਜੀ। ਥੈਂਕ ਯੂ, ਬੜੀ ਮਿਹਰਬਾਨੀ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਇੱਕ ਜਿਹੜੇ ਵੈਸੇ ਹੀ ਮੈਂਟਲ ਸੈਮੀਨਾਰਸ ਵਗੈਰੇ ਜਿਹੜੇ ਆ ਵੀ ਕਿੱਦਾਂ ਆਪਣੇ ਆਪ ਨੂੰ ਆਪਾਂ ਸਟਰੋਂਗ ਕਰਨਾ ਆ, ਉਹ ਤਾਂ ਚਲੋ ਗਰੁੱਪ ਦੇ ਵਿੱਚ ਲਾ ਸਕਦੇ ਆ, ਪਰ ਜਿਹੜੇ ਕਿਸੇ ਦੀ ਇੰਡੀਵਿਜੂਅਲ ਜਾਂ ਮਨੋ ਰੋਗ ਪ੍ਰੋਬਲਮ ਆ ਉਹ ਸਾਰਿਆਂ ਨੂੰ ਇਕੱਠੇ ਨਹੀਂ, ਉਹ ਇੰਡੀਵਿਜੂਅਲ ਜੀ, ਉਹ 1 to 1 ਹੋ ਸਕਦਾ। 1 to 1 ਨਾਲੇ ਦੇਖੋ ਜੇ ਆਪਾਂ ਸਿੱਖਾਂ ਦੀ ਗੱਲ ਕਰਦੇ 10ਵੇਂ ਪਾਤਸ਼ਾਹ ਦੇਖ ਲਓ ਵੀ ਉਹਨਾਂ ਦੇ ਪਿਤਾ ਵਾਰਿਆ, ਆਪਣੀ ਮਾਤਾ ਵਾਰੀ, 4 ਸਾਹਿਬਜ਼ਾਦੇ, ਇਹ ਤੋਂ ਵੱਡਾ ਜਿਹੜਾ ਦੁੱਖ ਆ ਉਹ ਕੀ ਹੋ ਸਕਦਾ, ਰਾਈਟ। ਸੋ ਆਪਾਂ ਛੋਟੇ ਛੋਟੇ ਜਿਹੜੇ ਆ ਜਿਹੜੀਆਂ ਆਪਣੀ ਲਾਈਫ ਦੇ ਵਿੱਚ ਕਈ ਵਾਰੀ ਤਾਂ ਹਰਜੋਤ ਸਿੰਘ ਜੀ ਇਹੀ ਕਿਸੇ ਨੂੰ ਪ੍ਰੋਬਲਮ ਹੁੰਦੀ ਵੀ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਜੀ। ਜੇ 4 ਬੰਦੇ ਉਹਦੇ ਨਾਲ ਜਾਂ ਇੱਕ ਜਣਾ ਕੋਈ ਉਹਦੇ ਨਾਲ ਗੱਲ ਕਰ ਲਵੇ ਤਾਂ ਉਹਦੇ ਮਨ ਦੇ ਕਈ ਜਿਹੜੇ ਦੁੱਖ ਆ ਉਹ ਦੂਰ ਹੋ ਜਾਂਦੇ ਨੇ, ਉਹ ਮਨ ਦੇ ਉੱਤੋਂ ਜਿਹੜਾ ਭਾਰ ਆ ਉਹ ਲੈ ਜਾਂਦਾ ਆ। ਸੋ ਜ਼ਰੂਰ ਗੱਲ ਜਿਹੜੀ ਇੱਕ ਦੂਜੇ ਤੋਂ ਜਿਹੜਾ ਕਰਿਆ ਕਰੋ। ਆਪਣੇ ਵੈਸੇ ਵੀ ਕਮਿਊਨਿਟੀ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੋਊਗੀ ਨਾ, ਕੀ ਹਾਲ ਆ, ਠੀਕ ਆ ਸਾਰਾ ਕੁਝ ਠੀਕ ਆ ਵੈਸੇ ਨਹੀਂ ਕਿਸੇ ਨੂੰ ਜਿਹੜਾ ਦੱਸਣਾ, ਕਿਉਂਕਿ ਰੀਜ਼ਨ ਉਹਦੇ ਵਿੱਚ ਇਹ ਆ ਵੀ ਆਪਣੀ ਕਮਿਊਨਿਟੀ ਕਈ ਵਾਰੀ ਤਮਾਸ਼ਾ ਬਹੁਤ ਜ਼ਿਆਦਾ ਕਿਸੇ ਚੀਜ਼ ਦਾ ਜਿਹੜਾ ਆ ਹੱਦੋਂ ਵੱਧ ਜਿਹੜਾ ਉਹ ਬਣਾ ਦਿੰਦੀ ਆ।
ਅਤੇ ਉਹਦੇ ਕਰਕੇ ਲੋਕ ਫਿਰ ਗਾਂਹ ਜਦੋਂ ਆਉਣੋਂ ਜੱਕਦੇ ਨੇ, ਸੰਗਦੇ ਨੇ ਵੀ ਅਸੀਂ ਅੱਗੇ ਆ ਕੇ ਜਿਹੜਾ ਕੀ ਕਰਨਾ, ਸਾਨੂੰ ਕਿਹੜਾ ਕਿਸੇ ਨੇ ਸਪੋਰਟ ਜਾਂ ਮਦਦ ਕਰਨੀ, ਉਹ ਸਗੋਂ ਸਾਡੇ 'ਚ ਕਹਿੰਦੇ ਉਹਨਾਂ ਨੇ ਨੁਕਸ ਜਿਹੜਾ ਉਹ ਲੱਭਣ ਲੱਗ ਜਾਣਾ ਹੁੰਦਾ। ਅਗਲੇ ਕਾਲਰ ਨੇ ਅੰਜੂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਅੰਜੂ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੀ ਹੈਗੀ। ਤੁਹਾਡਾ ਪ੍ਰੋਗਰਾਮ ਜੋ ਵੀ ਤੁਸੀਂ ਲੈ ਕੇ ਆਉਂਦੇ ਬਹੁਤ ਵਧੀਆ ਹੁੰਦਾ ਹੈਗਾ ਵਾ। ਤੇ ਹਾਂਜੀ, ਤੇ ਮੈਂ ਫਿਰ ਤੁਹਾਡਾ ਸ਼ੇਅਰ ਕਰਨਾ ਸੀਗਾ, ਜਿੱਦਾਂ ਮੈਂ ਥੋੜਾ ਮਤਲਬ ਜੋ ਤੁਹਾਡਾ ਅੱਜ ਦਾ ਟੌਪਿਕ ਸੀ ਮੈਂ ਜ਼ਿਆਦਾ ਨਹੀਂ ਸੁਣ ਸਕੀ ਕਿਸੇ, ਪਰ ਜਿੱਥੋਂ ਤੱਕ ਮੈਨੂੰ ਸਮਝ ਲੱਗੇ ਮੇਬੀ ਆਮ ਰਾਈਟ ਕਿ ਤੁਸੀਂ ਦੱਸ ਦੇਣਾ। ਜਿੱਦਾਂ ਸੋਸ਼ਲ ਸਰਵਿਸ ਵਿੱਚ ਮੇਰੀ ਬੇਟੀ ਜਿੱਦਾਂ ਬੈਚਲਰ ਕਰੀ ਉਹਨੇ ਡੇਵਿਸ ਤੋਂ, ਹੁਣ ਮਾਸਟਰ ਕਰਦੀ ਨਾ, ਤੇ ਉਹ ਇਸੇ ਚੀਜ਼ ਤੇ ਆਪਣੀ ਫੈਮਿਲੀ ਤੇ ਵਰਕ ਕਰਦੀ ਹੈਗੀ, ਮਤਲਬ ਲੋਕਾਂ ਦੇ ਘਰਾਂ ਵਿੱਚ ਵੀ ਜਾਂਦੀ। ਤੇ ਲਾਈਕ ਮੇਰੀ ਬੇਟੀ ਕਈ ਵਾਰ ਘਰ ਆ ਕੇ ਦੱਸਦੀ ਹੁੰਦੀ ਕਿ ਆਪਣੇ ਜਿੱਦਾਂ ਕਈ ਲੋਕਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਹੁੰਦੀ, ਸੋ ਮੋਸਟਲੀ ਉਹ ਆਪਣੇ ਇੰਡੀਅਨ ਲੋਕਾਂ ਦੇ ਹੀ ਜਾਂਦੀ ਹੈਗੀ ਨਾ। ਤੇ ਉਹਨੇ ਦੱਸਿਆ ਕਿ ਆਪਣੇ ਲੋਕਾਂ ਵਿੱਚ ਮਤਲਬ ਆਪਣੇ ਕਮਿਊਨਿਟੀ ਵਿੱਚ ਵੀ ਬਹੁਤ ਹੀ ਜ਼ਿਆਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈਗੀ ਬੱਚਿਆਂ ਵਿੱਚ ਤੇ ਪੇਰੈਂਟਸ ਦੇ ਵਿੱਚ, ਆਪਸ ਵਿੱਚ ਜਾਂ ਹਸਬੈਂਡ ਵਾਈਫ। ਮਤਲਬ ਮੇਰੀ ਬੇਟੀ ਇਸੇ ਤੇ ਹੀ ਕੰਮ ਕਰਦੀ ਹੈਗੀ ਨਾ। ਉਹਨੇ ਮੈਨੂੰ ਕਈ ਵਾਰ ਦੱਸਿਆ ਆ ਕੇ ਵੀ ਮੰਮਾ ਏਦਾਂ ਏਦਾਂ ਹਨਾ ਵੀ ਲਾਈਕ ਹੁੰਦਾ, ਪਰ ਆਪਣੇ ਕਈ ਲੋਕੀ ਹੁੰਦੇ ਵੀ ਜ਼ਿਆਦਾ ਲਾਈਕ ਇਹ ਚੀਜ਼ ਨੂੰ ਸੀਰੀਅਸ ਨਹੀਂ ਲੈਂਦੇ, ਸੀਰੀਅਸ ਨਹੀਂ ਲੈਂਦੇ, ਜੋ ਕਿ ਬਹੁਤ ਹੀ ਜ਼ਿਆਦਾ ਇਹ ਸੀਰੀਅਸ ਗੱਲ ਹੈਗੀ ਹੈ ਨਾ। ਤੇ ਮੇਰੀ ਬੇਟੀ ਇਸ ਤੇ ਰੋਜ਼ ਐਵਰੀ ਡੇ ਕੋਈ ਕਿਸੇ ਦੇ ਮਤਲਬ ਹੁਣ ਨਹੀਂ ਜਾ ਰਹੀ ਕਿਸੇ ਦੇ ਘਰ, ਪਰ ਉੱਧਰ ਜਾਂਦੀ ਹੈਗੀ ਐਵਰੀ ਕੋਈ ਵੀਕ ਦੇ ਵਿੱਚ 10-11 ਘਰ ਵਿੱਚ ਉਹਨੇ ਅਟੈਂਡ ਕਰਨੀ ਹੁੰਦੀ ਜਾਂਦੀ ਹੈਗੀ ਨਾ। ਪਰ ਇਹ ਚੀਜ਼ ਨੂੰ ਸੀਰੀਅਸ ਲੈਣਾ ਚਾਹੀਦਾ ਹੈਗਾ ਜ਼ਰੂਰ। ਇਹ ਚੀਜ਼ ਦੇ ਵਿੱਚ ਕੋਈ ਸ਼ਰਮ ਦੀ ਕੋਈ ਏਦਾਂ ਦੀ ਗੱਲ ਨਹੀਂ ਹੈਗੀ। ਤੇ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਹੋਣਾ। ਅਗਰ ਮੇਰੀ ਬੇਟੀ ਨੇ ਮੈਨੂੰ ਕਿਹਾ ਸੀ ਅੱਗੇ ਵੀ ਕਦੇ ਵੀ ਕੋਈ ਏਦਾਂ ਦੀ ਕੁਛ ਹੋਵੇ ਤਾਂ ਤੁਸੀਂ ਪਲੀਜ਼ ਮੇਰੀ ਬੇਟੀ ਦੀ ਹੈਲਪ ਕਰ ਸਕਦੀ ਹੈਗੀ। ਪਰਸਨਲ ਉਹਨਾਂ ਦੀ ਜੋ ਵੀ ਪ੍ਰਾਈਵੇਸੀ ਹੋਏਗੀ ਉਹ ਉਹਨਾਂ ਤੱਕ ਹੀ ਹੋਏਗੀ, ਕਿਸੇ ਨਾਲ ਹੋਰ ਨਹੀਂ ਲੀਕ ਹੋਏਗੀ। ਪਰ ਮੈਂ ਸਾਰਿਆਂ ਨੂੰ ਕਹਿੰਦੀ ਪਲੀਜ਼ ਇਹ ਚੀਜ਼ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਕਿਸੇ ਵੀ ਭੈਣ ਭਰਾ ਕਿਸੇ ਵੀ ਚੀਜ਼ 'ਚ ਸੰਕੋਚ ਨਹੀਂ ਕਰਨਾ ਚਾਹੀਦਾ ਨਾ। ਜਿੱਥੇ ਤੁਹਾਡਾ ਦਿਲ ਹੋਵੇ ਗੱਲ ਕਰਨੀ ਚਾਹੀਦੀ ਹੈ। ਥੈਂਕ ਯੂ ਜੀ, ਥੈਂਕ ਯੂ ਅੰਜੂ ਜੀ, ਵੀਰ ਜੀ, ਥੈਂਕ ਯੂ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਅਗਲੇ ਜਿਹੜੇ ਅੱਜ ਦੇ ਕਾਲਰ ਨੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਭਾਜੀ ਜਿਹੜੀ ਆਪਣੇ ਕੱਲ ਇਹ ਘਟਨਾ ਹੋਈ ਹੈ ਨਾ ਜੀ, ਜਿੱਦਾਂ ਤੁਸੀਂ ਘਰ ਦੀ ਲਾ ਲਓ ਵੀ ਸਾਡੇ ਕਲੋਜ ਦੀ ਸੀਗੀ ਜਿਹੜੀ ਕੁੜੀ ਸੀਗੀ ਜੀ, 34 ਸਾਲਾਂ ਦੀ ਹੱਲੇ ਹੈਗੀ ਸੀਗੀ, 12 ਸਾਲਾਂ ਦਾ ਉਹਦਾ ਬੇਟਾ ਸੀਗਾ ਜੀ। ਜਨਵਰੀ 4 ਨੂੰ ਫਰਵਰੀ 14 ਨੂੰ ਇੰਡੀਆ ਤੋਂ ਆਈ ਆ ਤੇ ਜੂਨ 14 ਨੂੰ ਡੈਡ ਕਰ ਦਿੱਤੀ ਆ ਜੀ। ਇਹ ਤਾਂ ਬਹੁਤ ਮਾੜਾ ਕੰਮ ਹੈ। ਮੁੱਕਣ ਤੋਂ ਪਹਿਲਾਂ ਥੋੜਾ ਟਾਈਮ ਇੰਗਲੈਂਡ ਚ ਆਪਣੀ ਕਜ਼ਨਸਿਸਟਰ ਨੂੰ ਕਾਲ ਕਰਦੀ, ਮੈਸੇਜ ਵੈਬਸਾਈਟ ਤੇ ਮੈਸੇਜ ਛੱਡਦੀ ਆ, ਪਰ ਉਸ ਵੇਲੇ ਕੋਈ ਲਾਗੇ ਨਹੀਂ ਆ ਸਕਿਆ ਕੋਈ। ਪਰ ਭਾਜੀ ਪੁਲਿਸ ਵਾਲਿਆਂ ਨੇ ਜਾਂ ਹੋਰ ਜਿੱਦਾਂ ਇੰਡੀਆ ਉਹਨਾਂ ਦੀ ਫੈਮਿਲੀ ਆ ਜਾਂ ਉਹਦੀ ਭੈਣ ਇਟਲੀ ਕਿਸੇ ਨੇ ਹਲੇ ਉਹਨਾਂ ਨੂੰ ਦੱਸਿਆ ਨਹੀਂ। ਜਿੱਦਾਂ ਆਪਾਂ ਸਾਨੂੰ ਪਤਾ ਲੱਗਾ ਸੀ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ। ਹਾਂਜੀ, ਤਾਂ ਹੀ ਜਿਹੜਾ ਨਾ ਹਾਂਜੀ ਅਸੀਂ ਪਹਿਲਾਂ ਅਨਾਉਂਸ ਕੀਤਾ ਸੀ, ਪੁਲਿਸ ਨਾਲ ਮੇਰੀ ਗੱਲ ਹੋਈ ਆ, ਉਹ ਕਹਿੰਦੇ ਵੀ ਅਸੀਂ ਨਾਮ ਨਹੀਂ ਡਿਸਕਲੋਜ਼ ਕਰਨੇ, ਨਾ ਹੀ ਅਸੀਂ ਨਾਮ ਦੱਸੇ ਆ। ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ, ਪਰ ਸਾਨੂੰ ਇੱਕ ਸਾਡੇ ਦੋਸਤ ਆ ਉਹਨਾਂ ਨੇ ਦੱਸਿਆ ਸੀ ਵੀ ਇਸ ਪਿੰਡ ਤੋਂ ਹੈਗੇ ਆ, ਕਿਉਂਕਿ ਤੁਹਾਨੂੰ ਪਤਾ ਆਪਣੇ ਉਹ ਪਿੰਡਾਂ ਦੇ ਲੋਕ ਬਹੁਤ ਆ, ਇੱਕ ਦੂਜੇ ਨੂੰ ਪਤਾ ਹੁੰਦਾ, ਪਤਾ ਲੱਗ ਜਾਂਦਾ ਜੀ ਜੀ। ਸੋ ਇਹ ਤਾਂ ਹੀ ਜਿਹੜੇ ਨਾ ਉਹ ਹੁਣ ਉਹਨਾਂ ਦੇ ਪਰਿਵਾਰ ਨੂੰ, ਜਿਹੜਾ ਪਿੱਛੇ ਪਰਿਵਾਰ ਆ ਦੋਨਾਂ ਹੀ ਜਿਹੜੇ ਪਾਸਿਓਂ ਉਹਨਾਂ ਨੂੰ ਉਹ ਦੱਸਣਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੇ ਨਾਮ ਆ ਉਹ ਨਸ਼ਰ ਕੀਤੇ ਜਾਣਗੇ। ਕੀ ਸਥਿਤੀ ਜਿਹੜੀ ਉਹ ਚੱਲ ਰਹੀ ਸੀ ਪਰਿਵਾਰ ਦੀ, ਉਹ ਜਾਂਚ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਪਤਾ ਲੱਗੂਗਾ। ਸੋ ਥੈਂਕ ਯੂ। ਬਹੁਤ ਹੀ ਮਾੜੀ ਦੁਖਦਾਈ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਆ। ਅਤੇ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਸਮਾਪਤੀ ਤੋਂ ਪਹਿਲਾਂ ਇੱਕ ਜ਼ਰੂਰ ਮੈਂ ਬੇਨਤੀ ਕਰਨੀ, ਰਾਜਕਨਵੀਰ ਸਿੰਘ, ਜਿੱਦਾਂ ਸਾਰਿਆਂ ਨੂੰ ਪਤਾ ਹੀ ਆਪਾਂ ਪੰਜਾਬੀ ਰੇਡੀਓ USA ਤੇ ਕੋਈ ਨਾ ਕੋਈ ਸਪੈਸ਼ਲਿਸਟ ਅਸੀਂ ਹਰ ਫੀਲਡ ਦੇ ਲੈ ਕੇ ਆਉਂਦੇ ਹਾਂ, ਚਾਹੇ ਉਹ ਇਮੀਗ੍ਰੇਸ਼ਨ ਦੇ ਹੋਵੇ, ਚਾਹੇ ਉਹ ਡਾਕਟਰੀ ਨਾਲ ਰਿਲੇਟਡ ਹੋਵੇ, ਪਿਛਲੇ ਕਰੋਨਾ ਵਾਇਰਸ ਦੇ ਨਾਲ। ਜੇ ਕੋਈ ਵੀ ਆਪਣਾ ਜਿਹੜਾ ਭੈਣ ਭਰਾ ਕੋਈ ਡਾਕਟਰ ਆ, ਪ੍ਰੋਫੈਸ਼ਨਲ ਆ, ਰਜਿਸਟਰਡ, ਕੋਈ ਮੈਂਟਲ ਹੈਲਥ ਤੇ ਸੁਸਾਈਡ ਪ੍ਰੀਵੈਂਸ਼ਨ ਤੇ ਜਿਹੜਾ ਕੰਮ ਕਰਦਾ ਹੈਗਾ ਆ, ਉਹ ਜਿਹੜਾ ਰੇਡੀਓ 'ਤੇ ਆਉਣਾ ਚਾਹੁੰਦਾ ਆ, ਜ਼ਰੂਰ ਆਪਾਂ ਉਹਨਾਂ ਨੂੰ ਜਿਹੜਾ ਸਮਾਂ ਵੀ ਦੇਵਾਂਗੇ, ਆਪਾਂ ਟਾਈਮ ਅਰੇਂਜ ਕਰ ਸਕਦੇ ਹਾਂ, ਕਿਉਂਕਿ ਬਹੁਤ ਵੱਡਾ ਇਸ਼ੂ ਆ ਜਿਹਦੇ ਨਾਲ ਆਪਣੀ ਜਿਹੜੀ ਕਮਿਊਨਿਟੀ ਦੀ ਆ ਉਹ ਕੋਈ ਨਾ ਕੋਈ ਜਿਹੜੀ ਹੈਲਪ ਹੋ ਸਕਦੀ ਆ। ਸੋ ਇਹ ਬੇਨਤੀ ਆ, ਜੇ ਕਿਸੇ ਵੀ ਕਿਤੇ ਵੀ USA ਦੇ ਵਿੱਚ ਹੋਵੇ, ਚਾਹੇ ਉਹ ਧਾਰਮਿਕ ਵਿਅਕਤੀ ਵੀ ਹੋ ਸਕਦਾ, ਪ੍ਰੋਫੈਸ਼ਨਲ ਡਾਕਟਰ ਵੀ ਹੋ ਸਕਦਾ, ਜਿਹੜਾ ਇਸ ਇਸ਼ੂ ਦੇ ਉੱਤੇ ਜਿਹੜਾ ਆ ਹੈਲਪ ਕਰੇ, ਜਿਹਦੇ ਨਾਲ ਇਹ ਆ ਵੀ ਕਿਸੇ ਨਾ ਕਿਸੇ ਨੂੰ ਹੋ ਸਕਦਾ ਕੋਈ ਭੈਣ ਭਰਾ ਜਿਹੜਾ ਆ ਆਪਣਾ
ਇਸ ਇਦਾਂ ਦਾ ਕੋਈ ਇੱਕ ਨਹੀਂ ਹੈ। ਆਪਾਂ ਕਈ ਵਾਰ ਕੀ ਸੋਚਦੇ ਨੇ ਬੰਦਾ ਡਿਪਰੈਸ਼ਨ 'ਚ ਚਲ ਗਿਆ। ਸੋ ਮੈਂ ਪੜ੍ਹਦਾ ਸੀ, ਕਹਿੰਦੇ ਵੀ 10-11 ਤਰ੍ਹਾਂ ਦੀਆਂ ਚੀਜ਼ਾਂ ਆ ਜਿਹਦੇ ਨਾਲ ਬੰਦਾ ਜਿਹੜਾ ਸੁਸਾਈਡ ਵੱਲ ਨੂੰ ਵੱਧਦਾ ਹੈ। ਕੋਈ ਕਿਸੇ ਦੇ ਰਿਲੇਸ਼ਨਸ਼ਿਪ, ਲੋਨਲੀਨੈਸ, ਡਿਪਰੈਸ਼ਨ, ਬਹੁਤ ਜ਼ਿਆਦਾ ਚੀਜ਼ਾਂ। ਸੋ ਬਿਲਕੁਲ ਜੇ ਕੋਈ ਵੀ ਭੈਣ ਭਰਾ ਸੇਵਾ ਕਰਨੀ ਚਾਹੁੰਦਾ ਹੈਗਾ, ਸਾਨੂੰ ਕੰਟੈਕਟ ਕਰ ਲਿਓ ਪੰਜਾਬੀ ਰੇਡੀਓ USA ਤੇ 408-272-5200 ਤੇ ਅਸੀਂ ਅਰੇਂਜ ਕਰ ਲਾਂਗੇ ਕੋਈ ਨਾ ਕੋਈ ਜਿਹੜਾ ਟਾਕ ਸ਼ੋਅ ਆ ਇਹਦੇ ਤੇ ਰੱਖ ਸਕਦੇ ਹੈਗੇ ਆ ਜੀ। ਤੇ ਹੁਣ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਸੁਸਾਈਡ ਪ੍ਰੀਵੈਂਸ਼ਨ ਲਾਈਫਲਾਈਨ ਨੰਬਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦੇ ਜਾਈਏ 1-800-273-8255 1-800-273-8255 ਦੇ ਉੱਤੇ ਰੇਡੀਓ ਕਾਲ ਤੁਸੀਂ ਉਹਨਾਂ ਦੇ ਨਾਲ ਕਰ ਸਕਦੇ ਹੋ। ਗੋਪਨੀय ਤਰੀਕੇ ਦੇ ਨਾਲ ਕੌਨਫੀਡੈਂਸ਼ੀਅਲ ਜਿਹੜੀ ਉਹ ਗੱਲ ਕਰਦੇ ਨੇ। ਬਾਕੀ ਕਿਸੇ ਦੇ ਮਨਾਂ ਦੇ ਵਿੱਚ ਕੋਈ ਅਜਿਹਾ ਖਿਆਲ ਜਿਹੜਾ ਉਹ ਆ ਰਿਹਾ ਆ, ਉਹ ਤਗੜੇ ਤਾਂ ਚਲੋ ਆਪਾਂ ਕਹਿ ਸਕਦੇ ਹਾਂ, ਆਸਾਨੀ ਹੈ ਸਾਡੇ ਲਈ ਕਹਿਣਾ ਵੀ ਤਗੜੇ ਜਿਹੜੇ ਹੋਵੋ, ਪਰ ਹੈਲਪ ਜਿਹੜੀ ਉਹ ਜ਼ਰੂਰ ਲੈਣ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਕਰੋ। ਤਕਰੀਬਨ ਸਾਰੇ ਹੀ ਹਸਪਤਾਲਾਂ ਦੇ ਵਿੱਚ ਅਜਿਹੀ ਜਿਹੜੀ ਹੈਲਪ ਆ ਉਹ ਮੌਜੂਦ ਹੁੰਦੀ ਆ। ਸੋ ਇੱਕ ਵਾਰੀ ਤੁਹਾਡਾ ਇਹ ਚੱਕਿਆ ਇਹ ਕਦਮ ਇਸ ਪਾਸੇ ਵੱਲ ਨੂੰ ਤੁਹਾਨੂੰ, ਤੁਹਾਡੀ ਜਾਨ ਨੂੰ ਤੇ ਪਰਿਵਾਰ ਦੇ ਨੂੰ ਜਿਹੜਾ ਆ ਅਜਿਹੇ ਦੁੱਖ ਦੇ ਵਿੱਚੋਂ ਉਹ ਬਚਾ ਸਕਦਾ ਹੈ। ਬਿਲਕੁਲ ਇੱਕ ਵਾਰੀ ਫਿਰ ਆਪਾਂ ਜਿੰਨੇ ਵੀ ਸਾਡੇ ਕਾਲਰ ਸੀ, ਕੋਈ ਉਹਨਾਂ ਦਾ ਇਸ ਇਨਸੀਡੈਂਟ ਦੇ ਨਾਲ ਡਾਇਰੈਕਟਲੀ ਰਿਲੇਸ਼ਨ ਨਾਲ ਕੋਈ ਗੱਲਬਾਤ ਨਹੀਂ ਕੀਤੀ, ਉਹਨੇ ਜਨਰਲ ਗੱਲਾਂ ਕੀਤੀਆਂ ਕਿਉਂਕਿ ਹਜੇ ਪਤਾ ਨਹੀਂ ਵੀ ਕੀ ਕਾਰਨ ਹੋਇਆ। ਸੋ ਬੰਦਾ ਆਮ ਸੋਚਦਾ ਵੀ ਜਿਹੜਾ ਇੱਥੋਂ ਤੱਕ ਹਾਲਤ ਪਹੁੰਚ ਜਾਏ, ਜਿਹੜੇ ਆਪਣੇ ਬੱਚੇ ਨੂੰ, ਵਾਈਫ ਨੂੰ, ਖੁਦ ਨੂੰ ਗੋਲੀ ਮਾਰ ਲੈ, ਵੀ ਉਹਨੂੰ ਜ਼ਰੂਰ ਕੋਈ ਨਾ ਕੋਈ ਹੈਲਥ ਇਸ਼ੂ ਤਾਂ ਹੋਊਗਾ। ਸੋ ਇਸ ਕਰਕੇ ਆਪਾਂ ਇਹ ਜਿਹੜਾ ਇਸ਼ੂ ਡਿਸਕਸ ਕੀਤਾ ਸੀ। ਜੀ ਜੀ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ